शेरे पंजाब 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 9:19 ਹੋਏ ਨੇ। 10 ਮਈ ਦਾ ਦਿਨ ਹੈ, ਵਰ੍ਹਾ 2022 ਦਾ, ਮੰਗਲਵਾਰ ਹੈ। 27 ਵਿਸਾਖ ਨਾਨਕ ਸੰਮਤ 554। ਨਿੱਘਾ ਹਾਰਦਿਕ ਸਵਾਗਤ ਹੈ ਜੀ। ਚੱਲਾਂਗੇ ਪੰਜਾਬ ਨੂੰ, ਦੇਸ਼ ਪੰਜਾਬ ਦੇ ਝਰੋਖੇ 'ਚ ਸਰ ਨਵਕਿਰਨ ਸਿੰਘ ਪੱਤੀ ਗੱਲਬਾਤ ਕਰਨਗੇ, ਕੁਛ ਖਬਰਾਂ ਸੁਣਾਵਾਂਗਾ। ਖਬਰਾਂ ਤੋਂ ਬਾਅਦ ਝੂਠ ਤੇ ਸੱਚ ਦਾ ਜਿਹੜਾ ਵਪਾਰ ਹੈ ਉਹ ਬੰਦੇ ਨੂੰ ਕਿੰਨਾ ਦੱਬ ਦਿੰਦਾ ਹੈ। ਰਾਜਨੀਤਿਕ ਬੰਦਿਆਂ ਦੀ ਜ਼ਿੰਦਗੀ ਦੇ ਝੂਠ ਉਹਨਾਂ ਦੇ ਲੌਬੀਇਸਟ ਨੂੰ ਕਿੰਨਾ ਤੰਗ ਕਰ ਦਿੰਦੇ ਨੇ। ਅਖੀਰ ਉਹ ਬਾਹਰ ਫੁੱਟ ਕੇ ਆਉਂਦੇ ਨੇ। ਅਮਰੀਕਨ ਰਾਜਨੀਤੀ ਦੇ ਵਿੱਚ ਅੱਜ ਬਹੁਤ ਵੱਡੀ ਗੱਲ ਹੋਈ ਹੈ ਕਿ 31 ਸਾਲ ਸੈਨੇਟਰ ਰਹੇ ਜੌਨ ਮਕੇਨ ਦਾ ਇੱਕ ਟੌਪ ਏਡ, ਜਿਸ ਦਾ ਨਾਮ ਸਟੀਵ ਸ਼ਮਿਟ ਹੈ, ਉਹ ਬਾਹਰ ਨਿਕਲ ਕੇ ਉਸਨੇ ਇੱਕ ਬਹੁਤ ਵੱਡਾ ਲੇਖ ਅੱਜ ਲਿਖਿਆ ਵੀ ਕਿਸ ਤਰ੍ਹਾਂ ਉਹਨੇ ਨੇੜੇ ਜਿਹੜਾ ਬੰਦੇ ਦਾ ਬਹੁਤ ਵੱਡਾ ਮਾਣ ਸੀ, 2 ਵਾਰ ਰਾਸ਼ਟਰਪਤੀ ਦੀ ਚੋਣ ਦੇ ਲਈ ਉਹਨੇ ਕੋਸ਼ਿਸ਼ ਕੀਤੀ। 2000 ਤੇ 2008 'ਚ ਵੀਅਤਨਾਮ ਦੇ ਵਿੱਚ ਫੌਜੀ ਬਣ ਕੇ ਗਿਆ, ਫੜਿਆ ਗਿਆ। ਉਹਦੀ ਜ਼ਿੰਦਗੀ ਦੇ ਕੱਚੇ ਸੱਚ ਜਿਸ ਨੂੰ ਉਹ ਲੁਕਾਉਂਦਾ ਰਿਹਾ ਅਤੇ ਅਖੀਰ ਉਹਦੇ ਵਜ਼ਨ ਦੇ ਵਿੱਚੋਂ ਉਹਨੇ ਬਾਹਰ ਨਿਕਲ ਕੇ ਦੱਸਿਆ ਰਾਜਨੀਤਿਕ ਲੋਕ ਕਰਦੇ ਕੀ ਨੇ, ਕਿਵੇਂ ਵਰਤਦੇ ਨੇ, ਕਿਵੇਂ ਕੋਇਨ ਆਪਰੇਟਡ ਪੈਸਿਆਂ ਦੇ ਨਾਲ ਚੱਲਣ ਵਾਲਾ ਮੀਡੀਆ, ਪੈਸੇ ਨਾਲ ਚੱਲਣ ਵਾਲੇ ਲੋਕ ਕਿਵੇਂ ਕਰਦੇ ਨੇ। ਜਿਵੇਂ ਪੇ ਫੋਨ 'ਤੇ 25 ਸੈਂਟ ਪਾਏ, ਗੱਲ ਖਤਮ ਹੋ ਗਈ। ਦੁਬਾਰਾ ਫਿਰ ਉਹ ਕਹਿੰਦਾ 25 ਸੈਂਟ ਪਾਓ, ਫਿਰ ਬੋਲਦਾ। ਸੋ ਇਸ ਦੇ ਬਾਰੇ ਮੈਂ ਅੱਜ ਗੱਲ ਕਰਨੀ ਹੈ ਕਿ ਝੂਠ ਜਿਹੜਾ ਹੈ ਉਹ ਕਿੰਨਾ ਦੱਬ ਦਿੰਦਾ ਬੰਦੇ ਨੂੰ, ਅਖੀਰ ਕਿਵੇਂ ਬਾਹਰ ਸੱਚ ਆਉਂਦਾ। 104 204 0600 ਔਨ ਏਅਰ ਨੰਬਰ ਹੈ ਅਤੇ 604 729 1224 ਵਟਸਐਪ 'ਤੇ ਟੈਕਸਟ ਲਈ ਮੇਰਾ ਨੰਬਰ ਹੈ, ਜਿੱਥੇ ਤੁਸੀਂ ਕੋਈ ਵੀ ਸੁਨੇਹਾ ਭੇਜ ਸਕਦੇ ਹੋ। ਤੇਰੇ ਰਾਹਾਂ 'ਚ ਨੱਚਾਂਗੀ ਭਰੇ ਅਸਮਾਨ ਦੇ ਥੱਲੇ, ਛਣਕਦੀ ਵੰਗ ਤੋਂ ਚੋਰੀ ਮੈਂ ਆਪਣੀ ਸੰਗ ਤੋਂ ਚੋਰੀ, ਵੇ ਮੈਂ ਆਵਾਜ਼ ਵਰਗੀ ਹਾਂ ਤੇਰੇ ਬੁੱਲਾਂ 'ਚੋਂ ਕਿਰਦੀ ਹਾਂ, ਜੋ ਆਪਣੀ ਬਾਤ ਪਾਉਂਦੇ ਆਪਣੇ ਪ੍ਰਸੰਗ ਤੋਂ ਚੋਰੀ। ਜਹਾਂ ਵਿੱਚ ਸ਼ੋਰ ਕਿੰਨਾ ਹੈ ਪਤਾ ਨਹੀਂ ਹੋਰ ਕਿੰਨਾ ਹੈ, ਸਮੇਂ ਦੀ ਅੱਖ ਤੋਂ ਛੁਪ ਕੇ ਹਵਾ ਦੇ ਰੰਗ ਤੋਂ ਚੋਰੀ। ਵੇ ਤੈਨੂੰ ਦੇਖ ਕੇ ਜਲ ਪੈਂਦੀਆਂ ਮੱਥੇ 'ਚ ਫੁੱਲ ਚੜੀਆਂ, ਗੁਲਾਬੀ ਪੋਸ਼ ਵੀ ਹੱਸਦਾ ਹੈ, ਮਰਮਰੀ ਅੰਗ ਤੋਂ ਚੋਰੀ। ਸੁਲਗਦੇ ਚੇਤਿਓਂ ਕੱਢ ਕੇ ਤੁਰਾਂਗੀ ਤਪਦੀਆਂ ਕਿਰਨਾਂ, ਵੇ ਮੈਂ ਕਕਰੀਲੀਆਂ ਪੌਣਾ ਦੇ ਪੋਹੀ ਡੰਗ ਤੋਂ ਚੋਰੀ। ਦਮਾਂ ਦੀ ਢੱਡ ਪਈ ਵੱਜੇ ਤੇ ਮੁੱਠੀ ਜਾਨ ਆ ਜਾਵੇ, ਛਣਕਦੇ ਘੁੰਗਰੂ ਖੜਤਾਲ ਤੇ ਮਰਦੰਗ ਤੋਂ ਚੋਰੀ। ਪਹਾੜੀ ਖੁੱਡ ਦੇ ਵਿੱਚੋਂ ਕਦੋਂ ਸਬਕੀਲੀਆਂ ਕੂੰਜਾਂ ਨੇ ਬਚ ਕੇ ਆਉਂਦੀਆਂ, ਯਾਰਾ ਚਰਗ ਦੇ ਫੰਗ ਤੋਂ ਚੋਰੀ। ਮਿਲਾਂਗੇ ਆਬਸ਼ਾਰੀ ਮੱਸਿਆ ਦੀ ਗੋਦ ਵਿੱਚ ਆਪਾਂ, ਤੂੰ ਆਪਣੇ ਤਖਤ ਤੋਂ ਚੋਰੀ ਮੈਂ ਆਪਣੇ ਝੰਗ ਤੋਂ ਚੋਰੀ, ਤੂੰ ਆਪਣੇ ਤਖਤ ਤੋਂ ਚੋਰੀ ਮੈਂ ਆਪਣੇ ਝੰਗ ਤੋਂ ਚੋਰੀ। ਸੁਬਕੀਲੀਆਂ ਕੂੰਜਾਂ ਹਰਮਨਜੀਤ ਲਿਖਦਾ ਹੈ। ਸਰਦਾਰ ਨਵਕਿਰਨ ਸਿੰਘ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ, ਆਪਣੀ ਗੱਲ ਹੋਣ ਤੋਂ ਜਦੇ ਥੋੜ੍ਹਾ ਚਿਰ ਬਾਅਦ ਬ੍ਰੇਕਿੰਗ ਨਿਊਜ਼ ਆ ਗਈ ਕਿ ਇੰਟੈਲੀਜੈਂਸ ਵਿੰਗ ਦੇ ਦਫ਼ਤਰ ਦੇ 3ਜੀ ਮੰਜ਼ਿਲ 'ਤੇ ਹਮਲਾ ਹੋ ਗਿਆ ਰਾਕਟ ਲਾਂਚਰ ਨਾਲ, ਅਤੇ ਕੀ ਖਬਰਾਂ ਨੇ ਜੀ ਇਹਦੀਆਂ? ਜੀ ਗਿੱਲ ਸਾਹਿਬ, ਵਾਕਈ ਪੂਰੀ ਰਾਤ ਇਸ ਗੱਲ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਨੂੰ ਹੱਥਾਂ ਪੈਰਾਂ ਦੀ ਪਈ ਰਹੀ। ਅੱਜ ਪੂਰਾ ਦਿਨ ਪੰਜਾਬ 'ਚ ਹਾਈ ਅਲਰਟ ਰਿਹਾ, ਕਿਉਂਕਿ ਮੋਹਾਲੀ ਦੇ ਵਿੱਚ ਬਿਲਕੁਲ ਪੁਲਿਸ ਜਿਹੜਾ ਹੈੱਡਕੁਆਟਰ ਆ ਉਹਦੇ ਨੱਕ ਦੇ ਥੱਲੇ, ਜਾਣੀ ਕਿ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦਾ ਜਿਹੜਾ ਮੋਹਾਲੀ ਦੇ ਸੈਕਟਰ 77 ਸਥਿਤ ਦਫ਼ਤਰ ਆ, ਉਹਦੀ 3ਜੀ ਮੰਜ਼ਿਲ ਦੇ ਉੱਤੇ ਇਹ ਧਮਾਕਾ ਗਾ ਜਿਹੜਾ ਉਹ ਹੋਇਆ। ਉੱਥੇ ਹੀ ਗੱਲ ਸਾਹਿਬ, ਜਿਹੜਾ ਦਫ਼ਤਰ ਆਗਾ ਉਹ ਇੰਟੈਲੀਜੈਂਸ ਵਿੰਗ ਦਾ, ਉੱਥੇ ਹੀ ਦਫ਼ਤਰ ਆ ਜਿਹੜਾ ਉਹ ਐਂਟੀ ਗੈਂਗਸਟਰ ਜਿਹੜਾ ਇਹਨਾਂ ਨੇ ਵਿੰਗ ਬਣਾਇਆ ਉਹਦਾ ਗਾ। ਔਰ ਉੱਥੇ ਜਿਹੜਾ ਇਹ ਧਮਾਕਾ ਹੋਇਆ ਗਾ ਉਹਦੇ 2-3 ਪਹਿਲੂ ਦੇਖੇ ਜਾ ਰਹੇ ਨੇ। ਇੱਕ ਤਾਂ ਇਹ ਹੈ ਕਿ ਇਹ TNT ਦੇ ਰਾਹੀਂ ਹੋ ਸਕਦਾ, ਜਾਣੀ ਕਿ ਟਰਾਈ ਨਾਈਟ੍ਰੋਟੀਨ ਹੁੰਦਾ, ਜਿਹਦੇ 'ਚ ਹਲਕਾ ਪੀਲਾ ਰਸਾਇਣ ਨਾਈਟ੍ਰੋਜਨ ਦਾ ਔਰ ਆਕਸੀਜਨ ਹੈ ਜਿਹੜੀ ਉਹ ਵਰਤੀ ਜਾਂਦੀ ਹੈ। 82 ਡਿਗਰੀ ਤੇ ਪਿਘਲਦਾ ਹੈ, 240 ਡਿਗਰੀ ਸੈਲਸੀਅਸ ਤੋਂ ਪਹਿਲਾਂ ਬਲਾਸਟ ਨਹੀਂ ਹੁੰਦਾ। ਉਹ ਹੋ ਸਕਦਾ, ਜਾਂ ਕਹਿੰਦੇ RPG ਹੋ ਸਕਦਾ। RPG ਮੋਸਟਲੀ ਜਿਹੜਾ ਉਹ ਫੌਜ ਇਸਤੇਮਾਲ ਕਰਦੀ ਹੈ, ਜਾਂ ਇਹ ਆਮ ਤੌਰ ਦੇ ਉੱਤੇ ਜਿਹੜੇ ਵੱਡੇ ਗਰੁੱਪ ਨੇ ਉਹ ਇਸਤੇਮਾਲ ਕਰਦੇ ਨੇ। ਔਰ ਇਹਦੇ ਤਹਿਤ 500 ਤੋਂ ਜਿਹੜਾ 800-900 ਮੀਟਰ ਤੱਕ ਮਾਰ ਆ ਜਿਹੜੀ ਉਹ ਹੁੰਦੀ ਹੈਗੀ, ਔਰ ਇਹ ਵੀ ਹੋ ਸਕਦਾ। ਪਰ ਉੱਥੇ ਉਸ ਏਰੀਏ ਦੇ ਵਿੱਚ ਇੱਕ ਸਵਿਫਟ ਕਾਰ ਕਹਿੰਦੇ ਕੱਲ ਘੁੰਮਦੀ ਸੀ, ਉਹਦੀ ਬਹੁਤ ਬਰੀਕੀ ਦੇ ਨਾਲ ਜਾਂਚ ਕੀਤੀ ਗਈ ਹੈ। ਇਸ ਤੋਂ ਇਲਾਵਾ ਜਿਹੜੀਆਂ ਉੱਥੇ ਫੋਨ ਕਾਲ ਜੋ ਉਸ ਏਰੀਏ ਦੇ ਵਿੱਚ ਹੋਈਆਂ ਕਿ ਰੈਕੀ ਕੀਤੀ ਹੋਊ 2 ਦਿਨ ਪਹਿਲਾਂ, ਕਿਹੜੇ ਵਿਅਕਤੀ ਉੱਥੇ ਘੁੰਮੇ, ਉਹਦੀ ਬਹੁਤ ਜ਼ਿਆਦਾ ਮਤਲਬ ਪੁਣਛਾਣ ਕੀਤੀ ਗਈ ਹੈ।
ਤਾਂ ਪੁਲਿਸ ਕਈ ਪਹਿਲੂਆਂ ਦੇ ਉੱਤੇ ਵਰਕ ਕਰ ਰਹੀ ਆ। ਇਹ ਵੀ ਪਤਾ ਲੱਗਿਆ ਕਿ ਲਾਂਚਰ ਜਿਹੜਾ ਗਾ ਉਹ ਬਰਾਮਦ ਕਰ ਲਿਆ ਗਿਆ, ਬਹੁਤ ਸਾਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਹਾਲਾਂਕਿ ਇਹਨੂੰ ਲੈ ਕੇ ਦੋ ਵੱਖ-ਵੱਖ ਰਾਵਾਂ ਨੇ। ਭਗਵੰਤ ਮਾਨ ਕੁਛ ਹੋਰ ਕਹਿ ਰਹੇ ਨੇ, ਪੰਜਾਬ ਦੇ DGP ਕੁਛ ਹੋਰ ਕਹਿ ਰਹੇ ਨੇ, ਪਰ ਇੱਕ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਿਸ ਕਿਸੇ ਨੇ ਵੀ ਕੀਤਾ, ਭਾਵੇਂ ਇਹ 'ਚ ਜਾਨੀ ਨੁਕਸਾਨ ਨਹੀਂ ਹੋਇਆ, ਸ਼ਾਇਦ ਜਾਨੀ ਨੁਕਸਾਨ ਕਰਨਾ ਫਿਲਹਾਲ ਉਹਦਾ ਮੰਤਵ ਨਹੀਂ ਹੋਊਗਾ, ਪਰ ਉਹਨੇ ਇੱਕ ਤਰੀਕੇ ਦੇ ਨਾਲ ਚੈਲੰਜ ਕੀਤਾ। ਪੁਲਿਸ ਦੇ ਨੱਕ ਦੇ ਥੱਲੇ ਜਾ ਕੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ 3ਜੀ ਮੰਜ਼ਿਲ ਦੇ ਉੱਤੇ ਇਸ ਤਰ੍ਹਾਂ ਦਾ ਅਟੈਕ ਕਰਨਾ ਕਿਤੇ ਨਾ ਕਿਤੇ ਚੈਲੰਜ ਜਿਹੜਾ ਕੀਤਾ ਨਜ਼ਰ ਆ ਰਿਹਾ ਹੈਗਾ। ਸੋ ਪਿਛਲੇ ਦਿਨਾਂ 'ਚ ਗਿੱਲ ਸਾਹਿਬ ਅਸਲ 'ਚ ਇੱਕ ਨਹੀਂ, ਦੋ ਨਹੀਂ, ਕਈ ਘਟਨਾਵਾਂ ਵਾਪਰੀਆਂ ਜਿਹੜੀਆਂ ਘਟਨਾਵਾਂ ਇਸ ਪਾਸੇ ਨੂੰ ਲਿਜਾ ਰਹੀਆਂ ਕਿ ਪੰਜਾਬ ਦੀ ਇਸ ਆਬੋ ਹਵਾ ਨੂੰ ਕੋਈ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ। ਪਹਿਲਾਂ ਤਾਂ ਪਿਛਲੇ ਦਿਨਾਂ 'ਚ ਬਹੁਤ ਸਾਰੇ ਬਿਆਨ ਆਏ, ਇਹ ਸਰਹੱਦੀ ਸੂਬਾ ਜੀ, ਇਹ ਲੋਟ ਨਹੀਂ ਆਉਣਾ ਆਮ ਆਦਮੀ ਪਾਰਟੀ ਵਾਲਿਆਂ ਤੋਂ, ਇੱਥੇ ਤਾਂ ਹਾਲਾਤ ਖਰਾਬ ਹੋਣਗੇ ਜੀ। ਮਤਲਬ ਇੱਕ ਮਾਹੌਲ ਤਿਆਰ ਹੋਇਆ, ਸਾਰੇ ਪਾਸੇ ਬਿਆਨ ਆਏ, ਦੇਖੋ ਜੀ ਇਹ ਕਿੱਥੇ ਸਥਿਤੀ ਲੋਟ ਆਉਣੀ ਹੈ, ਇੱਥੇ ਤਾਂ ਸਰਹੱਦੀ ਸੂਬੇ 'ਚ ਬੜਾ ਤਜਰਬੇਕਾਰ ਬੰਦਾ ਚਾਹੀਦਾ, ਕਪਤਾਨ ਸਾਹਿਬ ਕਿਉਂ ਲੱਗੇ ਨੇ। ਔਰ ਗਿੱਲ ਸਾਹਿਬ ਜਿਹੜੀਆਂ ਪਿਛਲੇ ਦਿਨਾਂ 'ਚ ਘਟਨਾਵਾਂ ਵਾਪਰੀਆਂ, ਦੇਖੋ ਰਾਤ ਇੰਟੈਲੀਜੈਂਸ ਹੈਡਕੁਆਟਰ ਦੇ ਉੱਤੇ ਸੈਕਟਰ 77 ਦੇ ਵਿੱਚ ਹਮਲਾ ਹੁੰਦਾ ਹੈ, ਅਟੈਕ ਹੁੰਦਾ ਹੈ ਔਰ ਧਮਾਕਾ ਹੁੰਦਾ ਹੈ। 2-3 ਦਿਨ ਪਹਿਲਾਂ ਹੀ ਹਰਿਆਣਾ ਪੁਲਿਸ ਚੰਡੀਗੜ੍ਹ ਦਿੱਲੀ ਹਾਈਵੇ ਤੋਂ 4 ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕਰਦੀ ਆ। ਪੁਲਿਸ ਦਾ ਦਾਅਵਾ ਗਾ ਕਿ ਉਹ ਸਮਾਜ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਸੀ ਔਰ ਇਹ ਚਾਰੇ ਨੌਜਵਾਨ ਨੇ ਜਿਹੜੇ ਉਹਨਾਂ ਤੋਂ ਬਹੁਤ ਵੱਡੀ ਤਾਦਾਦ ਦੇ ਵਿੱਚ ਅਸਲਾ ਬਰਾਮਦ ਹੋਣ ਦੀ ਗੱਲ ਆਉਂਦੀ ਆ। 8 ਮਈ ਨੂੰ ਅਜੇ 2 ਦਿਨ ਪਹਿਲਾਂ ਪੰਜਾਬ ਪੁਲਿਸ ਤਰਨਤਾਰਨ ਜ਼ਿਲ੍ਹੇ ਦੇ ਵਿੱਚੋਂ ਭਾਰੀ ਮਾਤਰਾ ਦੇ ਵਿੱਚ ਵਿਸਫੋਟਕ ਸਮੱਗਰੀ RDX ਜਿਹੜੀ ਬਰਾਮਦ ਕਰਨ ਦੀ ਗੱਲ ਕਰਦੀ ਹੈ ਔਰ ਤਰਨਤਾਰਨ ਤੋਂ 2.5 ਕਿਲੋ ਤੋਂ ਵੱਧ ਵਜਨ ਵਾਲੇ ਜਿਹੜੇ ਕਾਲੇ ਰੰਗ ਦੇ ਧਾਤ ਦੇ ਬਕਸੇ ਦੇ ਵਿੱਚ ਕਹਿੰਦੇ RDX ਜਿਹੜੀ ਉਹ ਸੀਗੀ। ਇਸ ਤੋਂ ਇਲਾਵਾ 8 ਮਈ ਨੂੰ ਹੀ ਪੰਜਾਬ ਪੁਲਿਸ ਇੱਕ ਟਾਰਗੇਟ ਕਿਲਿੰਗ ਦੀ ਕੋਸ਼ਿਸ਼ ਨੂੰ ਕਹਿੰਦੇ ਨਾਕਾਮ ਕਰਨ ਦੀ ਗੱਲ ਕਰਦੀ ਹੈ। ਇੱਕ ਗੈਂਗਸਟਰ ਪਿਛੋਕੜ ਵਾਲਾ ਬੰਦਾ ਹੈਗਾ ਜਿਹੜਾ ਉਹਨੂੰ ਅਰੈਸਟ ਕਰਨ ਦੀ ਗੱਲ ਕਰਦੀ ਹੈ। ਉਦੋਂ ਪਹਿਲਾਂ 23 ਦਸੰਬਰ 2021 ਨੂੰ ਲੁਧਿਆਣਾ 'ਚ ਧਮਾਕਾ ਹੁੰਦਾ ਗਾ ਔਰ ਉਸ ਧਮਾਕੇ 'ਚ 1 ਜਣੇ ਦੀ ਮੌਤ ਹੁੰਦੀ ਆ, 5 ਜਣੇ ਜ਼ਖਮੀ ਹੁੰਦੇ ਨੇ। ਉਦੋਂ ਪਹਿਲਾਂ ਅਜਨਾਲਾ ਦੇ ਵਿੱਚ ਗ੍ਰਨੇਡ ਦੇ ਨਾਲ ਸੰਤ ਨਿਰੰਕਾਰੀ ਭਵਨ ਦੇ ਉੱਤੇ ਹਮਲਾ ਹੁੰਦਾ, ਉਹਦੇ 'ਚ 3 ਮੌਤਾਂ ਤੇ 19 ਜਣੇ ਜ਼ਖਮੀ ਹੁੰਦੇ ਨੇ। ਤਾਂ ਇਹ ਘਟਨਾਵਾਂ ਦੀ ਇੱਕ ਲੜੀ ਹੈ ਗਿੱਲ ਸਾਹਿਬ, ਉਹ ਲੜੀ ਨੂੰ ਸਾਨੂੰ ਦੇਖਣਾ ਪਊ ਔਰ ਉਸ ਤੋਂ ਬਾਅਦ ਸਾਨੂੰ ਕਹਾਣੀ ਸਮਝ ਆਉਣ ਦੇ ਨੇੜੇ ਤੇੜੇ ਪਹੁੰਚ ਜਾਂਗੇ ਕਿ ਕਿਤੇ ਪੰਜਾਬ ਦੀ ਇਹ ਸ਼ਾਂਤ ਹਵਾ ਦੇ ਵਿੱਚ ਕੋਈ ਪੰਜਾਬ ਦਾ ਇਹ ਮਾਹੌਲ ਆ ਜਿਹੜਾ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹ ਕੌਣ ਹੈ ਉਹ ਸਾਨੂੰ ਜ਼ਰੂਰ ਚਿੰਨ੍ਹਿਤ ਕਰਨਾ ਹੋਊਗਾ ਜੀ। ਅਲਾਮਤਾਂ ਸੀ ਜੀ ਵੋਟਾਂ ਤੋਂ ਪਹਿਲਾਂ ਕੈਪਟਨ ਵੱਲੋਂ ਮੁੜ ਕੇ ਕਹਿਣਾ ਹੈ ਸੱਦੀ ਇਲਾਕਾ ਇਹ ਖਰਾਬ ਹੋ ਜੂ ਤੇ ਜੇ ਹੋ ਜੂ ਤੇ ਉਹ ਹੋ ਜੂ, ਬਾਕੀ ਰੱਬ ਜਾਣਦਾ, ਸੁੱਖ ਸਾਂਦ ਰਹੇ, ਇਹ ਬਹੁਤ ਜ਼ਰੂਰੀ ਹੈ। ਅੱਛਾ, ਸੰਗਰੂਰ ਪੁਲਿਸ ਦੇ SP ਤੇ ਜਿਹੜਾ ਰਿਸ਼ਵਤਖੋਰੀ ਦਾ ਕੇਸ ਦਰਜ ਹੋ ਗਿਆ ਜੀ। ਜੀ ਗਿੱਲ ਸਾਹਿਬ, ਇਹ ਮਸਲਾ ਬੜਾ ਚਰਚਾ ਦਾ ਵਿਸ਼ਾ ਬਣਿਆ ਹੈਗਾ। ਦਰਅਸਲ ਹੋਇਆ ਇਹ ਕਿ ਪੁਲਿਸ ਵਾਲੇ ਆਮ ਤੌਰ ਦੇ ਉੱਤੇ ਮਸ਼ਹੂਰ ਹੁੰਦੇ ਹੀ ਨੇ ਰਿਸ਼ਵਤ ਦੇ ਮਸਲਿਆਂ ਦੇ ਵਿੱਚ, ਤੇ ਇੱਥੇ ਵੀ ਇਹੀ ਘਟਨਾਕ੍ਰਮ ਵਾਪਰਿਆ। ਗਿੱਲ ਸਾਹਿਬ, ਸੰਗਰੂਰ ਜ਼ਿਲ੍ਹੇ ਅਧੀਨ ਥਾਣਾ ਆਉਂਦਾ ਖਨੌਰੀ ਥਾਣੇ ਦੇ ਵਿੱਚ ਕੁਝ ਲੋਕਾਂ ਦੇ ਉੱਤੇ ਧਾਰਾ 307, 326, 4849 ਲੱਗੀ ਸੀਗੀ। ਇਹ 27 ਫਰਵਰੀ ਦਾ ਕੇਸ ਆ। 27 ਫਰਵਰੀ ਨੂੰ ਇਹਨਾਂ ਲੋਕਾਂ ਤੇ ਇਰਾਦਾ ਕਤਲ ਦਾ ਕੇਸ ਬਣਿਆ ਔਰ ਜਿਹੜੀ ਦੂਜੀ ਧਿਰ ਸੀ ਉਹ ਇਸ ਕੇਸ ਨੂੰ ਲੈ ਕੇ ਇਨਵੈਸਟੀਗੇਸ਼ਨ ਕਰਾਉਣ ਦੇ ਰਾਹ ਤੁਰਕੀ ਵੀ ਇਹਦੀ ਕੇਸ ਦੀ ਜਾਂਚ ਹੋ ਗਈ। ਜਾਂਚ ਪਹੁੰਚ ਗਈ ਇਸ SP ਕੋਲੇ, ਸੁਪਰਡੈਂਟ ਆਫ ਪੁਲਿਸ ਕੋਲੇ, ਔਰ SP ਦਾ ਰੀਡਰ ਕਹਿੰਦਾ ਵੀ ਜਾਂਚ ਜਿਹੜੇ ਬੰਦਿਆਂ ਨੂੰ ਕਿਹਾ ਵੀ ਤੁਹਾਡੇ ਪੱਖ 'ਚ ਕਰ ਦਿਆਂਗੇ, 3.5 ਲੱਖ ਰੁਪਈਆ ਜਿਹੜਾ ਦੇ, ਉਹ ਕਹਿੰਦੇ ਜੀ ਠੀਕ ਆ ਅਸੀਂ 3.5 ਲੱਖ ਰੁਪਈਆ ਦੇ ਦਿੰਦੇ ਆ। ਉਹਨਾਂ ਨੇ ਗਿੱਲ ਸਾਹਿਬ 3.5 ਲੱਖ ਰੁਪਈਆ SP ਦਾ ਰੀਡਰ ਹੈ ਦਵਿੰਦਰ ਸਿੰਘ ASI ਨੂੰ 3.5 ਲੱਖ ਰੁਪਈਆ ਰਿਸ਼ਵਤ ਦਾ ਫੜਾਤਾ ਉਹਨਾਂ ਨੇ ਔਰ SP ਕਰਨਵੀਰ ਸਿੰਘ ਨੂੰ ਉਹਨੇ ਮਿਲਾਇਆ। ਕਰਨਵੀਰ ਨੇ ਗੱਲ ਕੀਤੀ ਔਰ 3.5 ਲੱਖ 'ਚ ਸਮਝੌਤਾ ਹੋ ਗਿਆ ਵੀ ਠੀਕ ਆ ਤੁਹਾਨੂੰ ਇਨਕੁਆਇਰੀ 'ਚ ਕਰ ਦੂੰ। ਹੋਇਆ ਵੀ ਉਵੇਂ, ਉਹਨੇ ਇਨਕੁਆਇਰੀ 'ਚ ਉਹਨਾਂ ਨੂੰ ਕਰਤਾ। ਉਸ ਤੋਂ ਬਾਅਦ ਜਾਂਚ ਤੋਂ ਜਿਹੜੀ ਪੀੜਤ ਧਿਰ ਸੀ ਉਹ ਸੰਤੁਸ਼ਟ ਨਹੀਂ ਹੋਈ। ਉਹਨੇ ਕਿਹਾ ਜੀ ਅਸੀਂ ਨਹੀਂ ਇਸ ਇਨਵੈਸਟੀਗੇਸ਼ਨ ਤੋਂ ਸੰਤੁਸ਼ਟ, ਇੱਕ ਪਾਸੜ ਗੱਲ ਹੋਈ ਆ, ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਓ, ਉਹ ਜਾਂਚ ਕਰੇ। ਉਹਦੇ ਤੇ ਪੁਲਿਸ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਤੀ। ਜਦੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਜਾਂਚ ਦੁਬਾਰੇ ਸ਼ੁਰੂ ਕੀਤੀ ਕੇਸ ਦੀ ਔਰ ਇਹਨਾਂ ਨੂੰ ਸੱਦਿਆ ਜਿਨ੍ਹਾਂ ਤੇ 307 ਲੱਗੀ ਹੋਈ ਸੀ, ਉਹ ਜਾਣਸਾਰ ਕਹਿੰਦੇ ਵੀ ਸਾਡਾ ਤਾਂ ਨਿਬੜ ਗਿਆ ਜੀ। ਕਹਿੰਦੇ ਕਿਵੇਂ ਨਿਬੜ ਗਿਆ? ਕਹਿੰਦੇ 3.5 ਲੱਖ ਦਿੱਤਾ ਸੀ, ਸਾਨੂੰ ਜਾਂਚ ਚੋਂ ਬਾਹਰ ਕਰਤਾ, ਹੁਣ ਤੁਸੀਂ ਦੁਬਾਰੇ ਆ ਕੇ ਹੁਣ ਤੱਕ ਆ ਗੱਲ ਬਣਨੀ ਨਹੀਂ, ਹੁਣ ਤਾਂ ਜੀ ਅਸੀਂ ਦੇ ਚੁੱਕੇ 3.5। ਹੋ ਸਕਦਾ ਗਿੱਲ ਸਾਹਿਬ ਦੁਬਾਰੇ ਉਹਨਾਂ ਨੂੰ
ਵਿਚਾਰਿਆਂ ਨੂੰ ਠੋਰਦੇ ਹੋਣ, ਤਾਂ ਉਹਦੇ ਚੋਂ ਕਹਾਣੀ ਫਿਰ ਇਹ ਹੋਈ ਵੀ ਉਹਨਾਂ ਨੇ ਕੇਸ ਦਰਜ ਕੀਤਾ SP ਦੇ ਖਿਲਾਫ, ASI ਦੇ ਖਿਲਾਫ। ਹੁਣ ASI ਤਾਂ ਫੜ ਲਿਆ, ਛੋਟਾ ਅਫਸਰ ਤਾਂ ਆਮ ਹੀ ਫੜ ਲਿਆ ਜਾਂਦਾ, ਰੀਡਰ ਤਾਂ ਉਹਦਾ ਫੜ ਲਿਆ ਜਿਹੜਾ ASI ਹੈ। SP ਅਜੇ ਫਰਾਰ ਆ। ਖੈਰ ਗੱਲ ਚੰਗੀ ਹੈ ਇਹ, ਜੇ ਰਾਹ ਤੁਰੀ ਹੈ, ਔਰ ਭਗਵੰਤ ਮਾਨ ਹੋਰਾਂ ਦੀ ਸਰਕਾਰ ਤੋਂ ਆਸ ਕਰਾਂਗੇ ਕਿ ਬਾਕੀ ਜਿਹੜੇ ਪੁਲਿਸ ਵਾਲੇ ਕਰਪਸ਼ਨ ਕਰਦੇ ਨੇ ਉਹਨਾਂ ਨੂੰ ਵੀ ਫੜਨਾ ਚਾਹੀਦਾ। ਇਸ ਤੋਂ ਇਲਾਵਾ 2 ਹੋਰ ਜਿਹੜੀਆਂ ਕਾਰਵਾਈਆਂ ਨੇ ਅੱਜ ਉਹ ਸਾਹਮਣੇ ਆਈਆਂ ਕਿ ਜੀਰਕਪੁਰ ਦਾ ਨਾਇਬ ਤਹਿਸੀਲਦਾਰ ਆ ਜਿਹੜਾ, ਉਹਨੂੰ ਸਸਪੈਂਡ ਕਰਤਾ। ਉੱਥੇ ਵੀ ਰਜਿਸਟ੍ਰੇਸ਼ਨ ਦੇ ਕੰਮਾਂ 'ਚ ਬੇਨਿਯਮੀਆਂ ਸਾਹਮਣੇ ਆਈਆਂ ਸੀ ਔਰ ਜੀਰਕਪੁਰ ਦਾ ਨਾਇਬ ਤਹਿਸੀਲਦਾਰ ਸਸਪੈਂਡ ਕੀਤਾ ਹੈ। ਇਹ ਵੀ ਵੱਡੀ ਕਾਰਵਾਈ ਆ। ਪਿਛਲੇ ਦਿਨਾਂ 'ਚ ਪਟਵਾਰੀ ਦੀ ਗ੍ਰਿਫਤਾਰੀ ਹੋਈ ਸੀ, ਉਸ ਤੋਂ ਬਾਅਦ ਪਟਵਾਰੀ ਕਾਨੂੰਗੋ ਹੜਤਾਲ ਤੇ ਚਲੇ ਗਏ ਸੀ, ਨਾਇਬ ਤਹਿਸੀਲਦਾਰ ਉਹਨਾਂ ਦੀ ਮਦਦ ਦੇ ਉੱਤੇ ਆ ਗਏ ਸੀ। ਉਸ ਤੋਂ ਬਾਅਦ ਅਜੇ ਕੱਲ੍ਹ ਹੀ ਹੜਤਾਲ ਮੁੱਕੀ ਹੈ ਤੇ ਹੁਣ ਨਾਇਬ ਤਹਿਸੀਲਦਾਰ ਨੂੰ ਸਸਪੈਂਡ ਕਰਨਾ, ਇਹ ਵੀ ਇੱਕ ਵੱਡੀ ਕਾਰਵਾਈ ਕਹੀ ਜਾ ਸਕਦੀ ਹੈ। ਇਸ ਤੋਂ ਇਲਾਵਾ ਫਲੌਰ ਵਿਖੇ 2 ਪੁਲਿਸ ਮੁਲਾਜ਼ਮਾਂ ਦੇ ਖਿਲਾਫ NDPS ਐਕਟ ਲੱਗਿਆ, ਨਸ਼ਿਆਂ ਦਾ ਮਸਲਾ ਉੱਥੇ ਵੀ ਸਾਹਮਣੇ ਆਇਆ। ਜੀ ਗੱਲ ਸਾਹਿਬ, ਸਰ ਨਵਕਿਰਨ ਸਿੰਘ ਪੱਤੀ ਪੰਜਾਬ ਤੋਂ ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚੋਂ ਗੱਲਬਾਤ ਕਰ ਰਹੇ ਨੇ। ਬਿਕਰਮਜੀਤ ਸਿੰਘ ਮਜੀਠੀਏ ਦੇ ਕੇਸ ਦੇ ਬਾਰੇ ਕੀ ਲੇਟੈਸਟ ਹੈ ਜੀ? ਗਿੱਲ ਸਾਹਿਬ, ਬਿਕਰਮਜੀਤ ਮਜੀਠੀਆ ਹੋਰਾਂ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ। ਸੁਪਰੀਮ ਕੋਰਟ ਨੇ ਉਹਨਾਂ ਨੂੰ ਸੁਣਵਾਈ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੂੰ ਵੱਡਾ ਝਟਕਾ ਗਾ ਜਿਹੜਾ ਉਹ ਲੱਗਿਆ ਨਜ਼ਰ ਆਇਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਦਾ ਜਿਹੜਾ ਮਸਲਾ ਗਾ ਡਰੱਗਸ ਦੇ ਨਾਲ ਜੁੜਿਆ ਹੋਇਆ, ਨਸ਼ਾ ਤਸਕਰੀ ਦੇ ਨਾਲ ਜੁੜੇ ਹੋਏ ਕੇਸ ਦੇ ਵਿੱਚ ਉਹ ਇਸ ਵਕਤ ਪਟਿਆਲਾ ਦੀ ਜੇਲ੍ਹ ਦੇ ਵਿੱਚ ਬੰਦ ਨੇ ਔਰ ਮਜੀਠੀਆ ਨੇ ਪਟੀਸ਼ਨ ਪਾਈ ਸੀ ਔਰ ਉਹਦੇ ਤੇ ਸੁਪਰੀਮ ਕੋਰਟ ਨੇ ਸੁਣਵਾਈ ਤੋਂ ਇਨਕਾਰ ਕਰਤਾ, ਜਿਹਦੇ 'ਚ ਨਾਰਕੋਟਿਕ ਡਰੱਗਸ ਐਂਡ ਸਾਈਕੋਟ੍ਰੋਪਿਕ ਜਿਹੜਾ ਐਕਟ ਹੈ 1985 ਉਹਦੇ ਤਹਿਤ ਪੰਜਾਬ ਪੁਲਿਸ ਵੱਲੋਂ ਦਰਜ ਕੀਤੇ ਗਏ ਕੇਸਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਔਰ ਸੁਣਵਾਈ ਦੌਰਾਨ ਜਸਟਿਸ DY ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਮਜੀਠੀਆ ਦੀ ਨੁਮਾਇੰਦਗੀ ਕਰਨ ਵਾਲੇ ਜਿਹੜੇ ਵਕੀਲ ਨੇ ਉਹਨਾਂ ਨੂੰ ਪੁੱਛਿਆ ਵੀ ਧਾਰਾ 32 ਦੇ ਤਹਿਤ ਰਿਟ ਪਟੀਸ਼ਨ ਕਿਉਂ ਪਾਈ ਹੈ, ਤੁਹਾਡੇ ਕੋਲ ਹੋਰ ਵੀ ਰਾਹ ਨੇ, ਤੁਸੀਂ ਹਾਈ ਕੋਰਟ ਕਿਉਂ ਨਹੀਂ ਗਏ? ਔਰ ਸਿਖਰਲੀ ਅਦਾਲਤ ਨੇ ਗਿੱਲ ਸਾਹਿਬ ਮਜੀਠੀਆ ਹੋਰਾਂ ਨੂੰ ਬਹੁਤ ਵੱਡਾ ਝਟਕਾ ਜਿਹੜਾ ਦਿੱਤਾ। ਲੇਕਿਨ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਲੱਗਦੀ ਹੈ ਉਹ ਇਹ ਹੈ ਵੀ ਇਹਨਾਂ ਦਾ ਵਕੀਲ ਪਤਾ ਕੌਣ ਹੈ? ਇਹਦਾ ਵਕੀਲ ਕਪਲ ਸਿੱਬਲ ਹੈ, ਕਾਂਗਰਸ ਦਾ ਵੱਡਾ ਲੀਡਰ। ਔਰ ਬਿਕਰਮਜੀਤ ਮਜੀਠੀਆ ਫੜ ਕੇ ਉਹਨਾਂ ਦਿਨਾਂ ਦੇ ਵਿੱਚ ਕੇਸ ਪਾਇਆ ਜਦੋਂ ਕਾਂਗਰਸ ਦੀ ਸਰਕਾਰ ਸੀ ਪੰਜਾਬ ਦੇ ਵਿੱਚ, ਔਰ ਕਾਂਗਰਸ ਦੀ ਸਰਕਾਰ ਦੇ ਦੌਰਾਨ ਕੇਸ ਇਹ ਦੱਸਦਾ ਵੀ ਹਾਈ ਕਮਾਂਡ ਦੇ ਕਹਿਣ ਤੇ ਪਾਇਆ। ਤੇ ਹੁਣ ਕਪਲ ਸਿੱਬਲ ਬਾਹਰ ਨਹੀਂ ਹੈਗਾ ਹਾਈ ਕਮਾਂਡ ਤੋਂ। ਕਪਲ ਸਿੱਬਲ ਜਦੋਂ ਇਹਦਾ ਵਕੀਲ ਬਣਿਆ ਹੋਇਆ, ਹਾਲਾਂਕਿ ਉਹ ਕਹਿ ਸਕਦਾ ਕਿ ਦੇਖੋ ਜੀ ਉਹ ਮੈਂ ਕਾਂਗਰਸ ਦਾ ਲੀਡਰ ਹਾਂ, ਮੇਰਾ ਨਿੱਜੀ ਕੰਮ ਆ, ਇਹ ਤਾਂ ਮੇਰਾ ਮਤਲਬ ਮੇਰੀ ਇੱਕ ਜੌਬ ਆ, ਮੈਂ ਕੰਮ ਕਰ ਦਾਂਗਾ। ਪਰ ਸਵਾਲ ਹੈ ਇਕੱਲੀ ਜੌਬ ਦਾ ਥੋੜ੍ਹੀ ਹੁੰਦਾ, ਸਵਾਲ ਤਾਂ ਤੁਹਾਡੀ ਪਾਰਟੀ ਦਾ ਵੀ ਹੁੰਦਾ, ਤੁਹਾਡੀ ਨੈਤਿਕਤਾ ਦਾ ਵੀ ਹੁੰਦਾ ਵੀ ਜਿਸ ਪਾਰਟੀ ਦੀ ਤੁਸੀਂ ਨੁਮਾਇੰਦਗੀ ਕਰਦੇ ਹੋ, ਤੁਹਾਡੀ ਪਾਰਟੀ ਨੇ ਕੇਸ ਦਰਜ ਕੀਤਾ, ਤੁਹਾਡੀ ਪਾਰਟੀ ਨੇ ਉਸ ਬੰਦੇ ਨੂੰ ਜੇਲ੍ਹ 'ਚ ਪਹੁੰਚਾਇਆ ਔਰ ਅੱਜ ਉਸੇ ਪਾਰਟੀ ਦਾ ਵੱਡਾ ਲੀਡਰ ਕਪਲ ਸਿੱਬਲ ਆ ਜਿਹੜਾ ਉਹ ਮਜੀਠੀਆ ਦਾ ਕੇਸ ਲੜ ਰਿਹਾ। ਸੋ ਇਹਦੇ ਤੋਂ ਇਹ ਵੀ ਸਮਝ ਆਉਂਦਾ ਗਿੱਲ ਸਾਹਿਬ ਵੀ ਆਪਣੇ ਪਿੰਡਾਂ ਵਾਲੇ ਲੋਕ ਤਾਂ ਵੀ ਤੂੰ ਅਕਾਲੀ, ਤੂੰ ਮੈਂ ਕਾਂਗਰਸੀ, ਤੂੰ ਝਾੜੂ ਵਾਲਾ ਇੱਕ ਦੂਜੇ ਤੇ ਨਾ ਬੋਲਣੋਂ ਵੀ ਹਟ ਜਾਂਦੇ ਨੇ, ਇੱਕ ਦੂਜੇ ਦੇ ਵਿਆਹ ਸ਼ਾਦੀਆਂ 'ਚ ਵੀ ਜਾਣੋਂ ਹਟ ਜਾਂਦੇ ਨੇ, ਪਰ ਇਹ ਇੱਕ ਦੂਜੇ ਦੇ ਕੇਸ ਵੀ ਲੜਦੇ ਨੇ। ਸੋ ਇਹ ਵੀ ਕਹਾਣੀ ਸਮਝਣ ਵਾਲੀ ਹੈ ਇਸ ਕੇਸ ਦੇ ਵਿੱਚ। ਕੀ ਗੱਲ ਸਾਹਿਬ, ਅਬੋਹਰ ਦੇ ਵਿੱਚ ਨਸ਼ੇ ਦੀ ਓਵਰਡੋਜ਼ ਦਾ ਜਿਹੜਾ ਤੇ ਤਰਨਤਾਰਨ ਦੇ ਵਿੱਚ ਨਸ਼ਾ ਛਡਾਊ ਕੇਂਦਰ ਦੇ ਸਾਹਮਣੇ ਇੱਕ ਮੁੰਡੇ ਨੇ ਫਾਹਾ ਲੈ ਲਿਆ, ਕੀ ਗੱਲਬਾਤ ਹੈ ਜੀ? ਇਹ ਪੰਜਾਬ ਨਸ਼ਿਆਂ ਦੇ ਵਿੱਚ ਗਰਕਦਾ ਜਾ ਰਿਹਾ ਜੀ। ਪੰਜਾਬ ਦੀ ਜਵਾਨੀ ਅੱਜ ਨਸ਼ਿਆਂ ਨੇ ਖਾ ਲਈ ਹੈ ਔਰ 2 ਘਟਨਾਵਾਂ ਜਿਹੜੀਆਂ ਇਹ ਅੱਜ ਵਾਪਰੀਆਂ ਤਾਜ਼ੀਆਂ, ਇਹਨਾਂ ਨੇ ਗਿੱਲ ਸਾਹਿਬ ਹਿਲਾ ਕੇ ਰੱਖਤਾ ਇੱਕ ਹਿਸਾਬ ਦੇ ਨਾਲ ਪੰਜਾਬ। ਅਬੋਹਰ ਦੇ ਵਿੱਚ 26 ਸਾਲਾਂ ਦਾ ਮੁੰਡਾ ਖੇਤੀਬਾੜੀ ਕਰਦਾ ਸੀ, ਵਿਆਹਿਆ ਵਰਿਆ ਸੀ ਔਰ ਨਸ਼ੇ ਦੀ ਓਵਰਡੋਜ਼ ਨਾਲ, ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਔਰ ਉਹਦੀ ਡੈੱਡ ਬੋਡੀ ਦੇ ਕੋਲੇ ਉਹਦੀ ਧਾਹਾਂ ਮਾਰ ਰਹੀ ਪਤਨੀ ਕਹਿੰਦੀ ਹੈ ਵੀ ਮੇਰਾ ਘਰ ਤਾਂ ਉੱਜੜ ਗਿਆ, ਮੇਰਾ ਸੁਹਾਗ ਤਾਂ ਉੱਜੜ ਗਿਆ, ਪਰ ਪੁਲਿਸ ਨੂੰ ਮੈਂ ਕਹਿਣੀ ਆ ਵੀ ਫੜੋ ਨਸ਼ਿਆਂ ਵਾਲੇ, ਫਲਾਨੇ ਦੀ ਕਰੋ ਜਾਂਚ। ਔਰ ਉਹਦਾ ਮੁੰਡੇ ਦਾ ਬਾਪ ਕਹਿੰਦਾ ਵੀ ਸਾਡਾ ਘਰ ਤਾਂ ਉੱਜੜ ਗਿਆ ਪਰ ਅਸੀਂ ਠੋਕ ਕੇ ਕਹਿੰਦੇ ਆ ਕਿ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਆ ਔਰ ਪੁਲਿਸ ਫੜ ਨਹੀਂ ਰਹੀ। ਉਹ ਕਹਿੰਦੇ ਸਾਡਾ ਏਰੀਆ ਗਾ ਜਿਹੜਾ ਇਹ ਅਬੋਹਰ ਦਾ, ਇਸ ਏਰੀਏ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਨਸ਼ੇ ਨੇ ਜਿਹੜੇ ਉਹ ਵਰਤ ਰਹੇ ਨੇ। ਉੱਧਰੋਂ ਤਰਨਤਾਰਨ ਦੇ ਵਿੱਚ ਸਿਵਲ ਹਸਪਤਾਲ ਤਰਨਤਾਰਨ 'ਚ ਇੱਕ ਨਸ਼ਾ ਛਡਾਊ ਕੇਂਦਰ ਆ, ਉੱਥੇ ਨਸ਼ੇ ਵਾਲੀਆਂ ਗੋਲੀਆਂ ਲੈਣ ਗਿਆ ਸੀ ਨੌਜਵਾਨ ਔਰ ਉੱਥੇ ਨਿੰਮ ਦੇ ਦਰਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਹ ਵੀ ਗਿੱਲ ਸਾਹਿਬ ਪਤਾ ਲੱਗਿਆ ਵਿਆਹਿਆ ਹੋਇਆ ਸੀ, ਨੌਜਵਾਨ ਮੁੰਡਾ, 2 ਬੱਚਿਆਂ ਦਾ ਬਾਪ ਔਰ ਪਤਨੀ ਤੇ ਬੱਚੇ ਇਸ ਕਰਕੇ ਉਹਨੂੰ ਛੱਡ ਕੇ ਤੁਰ ਗਏ
ਵੀ ਨਸ਼ੇ ਦੇ ਕਰਕੇ ਘਰ 'ਚ ਉਹਨੇ ਕੋਈ ਚੀਜ਼ ਨਹੀਂ ਛੱਡੀ, ਸਾਰਾ ਸਮਾਨ ਚੱਕ ਕੇ ਵੇਚਤਾ ਉਹਦੇ ਨਸ਼ੇ ਦੇ ਕਰਕੇ। ਔਰ ਉਸ ਤੋਂ ਬਾਅਦ ਹਜੇ ਵੀ ਉਹ ਨਸ਼ੇ ਦਾ ਖਹਿੜਾ ਨਹੀਂ ਸੀ ਛੱਡ ਰਿਹਾ, ਤੇ ਪਤਨੀ ਬੱਚੇ ਪੇਕੀ ਜਾਵੜੇ ਵਿਚਾਰੇ। ਔਰ ਅੱਜ ਉਹਨੇ ਵੀ ਖੁਦਕੁਸ਼ੀ ਹੈ ਜਿਹੜੀ ਕੀਤੀ ਆ। ਸੋ ਪੰਜਾਬ ਉੱਜੜ ਰਿਹਾ। ਪੁਲਿਸ ਦਾ ਕੰਮ ਇਹ ਹੁੰਦਾ ਗਾ ਗਿੱਲ ਸਾਹਿਬ, ਇਹੋ ਜਿਹੇ ਕੇਸਾਂ 'ਚ ਜਿੰਨਾ ਮੈਂ ਦੇਖਿਆ ਨੇੜਿਓਂ, ਵੀ ਉਹ ਕਹਿਣਗੇ ਵੀ ਨਹੀਂ ਜੀ ਇਹ ਨਸ਼ੇ ਦਾ ਮਸਲਾ ਨਹੀਂ, ਕਿਉਂਕਿ ਪੁਲਿਸ ਨੂੰ ਫਿਰ ਉਹ ਤੋਂ ਬਾਅਦ ਤਸਕਰ ਫੜਨੇ ਪੈਂਦੇ ਨੇ, ਫਿਰ ਉਹ ਤੋਂ ਬਾਅਦ ਉਹ ਕੇਸ ਨੂੰ ਗਾਂਹ ਲਿਜਾਣਾ ਪੈਂਦਾ ਵੀ ਸਾਡੇ ਥਾਣੇ 'ਚ ਨਸ਼ੇ ਕਰਕੇ ਬੰਦੇ ਦੀ ਮੌਤ ਹੋ ਗਈ, ਬਦਨਾਮੀ ਹੋਊ। ਉਹਨੂੰ ਕਿਸੇ ਨੂੰ ਹਾਰਟ ਅਟੈਕ ਕਹਿ ਦਿੰਦੇ ਨੇ, ਕਿਸੇ ਨੂੰ ਕਹਿੰਦੇ ਬਿਮਾਰ ਹੋ ਕੇ ਮਰ ਗਿਆ, ਕਿਸੇ ਨੂੰ ਕਹਿੰਦੇ ਪੋਸਟਮਾਰਟਮ ਰਿਪੋਰਟ ਆਈ ਤੋਂ ਪਤਾ ਲੱਗੂ। ਸੋ ਇਸ ਕਰਕੇ ਪੰਜਾਬ ਅੱਜ ਨਸ਼ਿਆਂ ਦੀ ਦਲਦਲ 'ਚ ਧਸਿਆ ਹੋਇਆ, ਔਰ ਪੰਜਾਬ ਦੀ ਜਿਹੜੀ ਸਰਕਾਰ ਆ ਇਸ ਪਾਸੇ ਧਿਆਨ ਘੱਟ ਦੇ ਰਹੀ ਆ। ਉਹਨਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਜੀ। ਜਦ ਅੱਜ ਭਗਵੰਤ ਮਾਨ ਹੋਣੀ ਲੁਧਿਆਣੇ ਆਏ, ਬੈਂਸ ਦੀ ਜਿਹੜੀ ਬਲਾਤਕਾਰ ਜਿਹੜਾ ਦੋਸ਼ ਲਾਉਂਦੀ ਆ ਪੀੜਤਾ, ਉਹ ਮਿਲਣਾ ਚਾਹੁੰਦੀ ਸੀ, ਮਿਲ ਨਹੀਂ ਦਿੱਤੀ ਜੀ ਸਿਕਿਉਰਿਟੀ ਨੇ? ਨਹੀਂ ਮਿਲ ਦਿੱਤੀ ਜੀ। ਪਿਛਲੇ ਦਿਨ ਵੀ ਉਹ ਆਈ ਸੀ ਜਦੋਂ ਲੁਧਿਆਣੇ ਆਇਆ ਸੀਗਾ ਭਗਵੰਤ ਮਾਨ। ਅੱਜ ਵੀ ਭਗਵੰਤ ਮਾਨ ਨੇ ਲੁਧਿਆਣੇ ਦੇ ਵਿੱਚ ਪ੍ਰਿੰਸੀਪਲਾਂ ਦੇ ਨਾਲ, ਹੈਡ ਮਾਸਟਰਾਂ ਦੇ ਨਾਲ, ਜਿੰਨੇ ਸਕੂਲ ਮੁਖੀ ਨੇ, ਇੰਚਾਰਜ ਨੇ, ਉਹਨਾਂ ਸਾਰਿਆਂ ਨੂੰ ਸੱਦਿਆ ਸੀ। ਸੱਦ ਕੇ ਉੱਥੇ ਉਹਨਾਂ ਨਾਲ ਇੱਕ ਵੱਡੀ ਮੀਟਿੰਗ ਕੀਤੀ, ਔਰ ਉੱਥੇ ਕਿਹਾ ਕਿ ਸਵਿਟਜ਼ਰਲੈਂਡ ਭੇਜਾਂਗੇ ਤੁਹਾਨੂੰ, ਫਿਨਲੈਂਡ ਭੇਜਾਂਗੇ ਆਉਣ ਵਾਲੇ ਦਿਨਾਂ 'ਚ ਟ੍ਰੇਨਿੰਗ ਲੈਣ ਲਈ, ਜਿਵੇਂ ਦਿੱਲੀ ਸਰਕਾਰ ਭੇਜਦੀ ਆ। ਹਾਲਾਂਕਿ ਮਤਲਬ ਜਿਹੜੇ ਪ੍ਰਿੰਸੀਪਲ ਨੇ, ਹੈਡ ਮਾਸਟਰ, ਉਹਨਾਂ 'ਚ ਕੁਝ ਸੁਝਾਅ ਦੇਣਾ ਚਾਹੁੰਦੇ ਸੀ ਵੀ ਸਵਿਟਜ਼ਰਲੈਂਡ, ਫਿਨਲੈਂਡ ਬਾਅਦ 'ਚ ਭੇਜੋ, ਪਹਿਲਾਂ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਉਹਨਾਂ ਨੂੰ ਸਕੂਲਾਂ 'ਚ ਭੇਜ ਦਿਓ, ਤਾਂ ਕਿ ਸਕੂਲਾਂ 'ਚ ਅਧਿਆਪਕ ਪੂਰੇ ਹੋ ਸਕਣ ਤੇ ਪੜ੍ਹਾਈ ਹੋ ਸਕੇ। ਖੈਰ ਉੱਥੇ ਜਿਹੜੀ ਗਿੱਲ ਸਾਹਿਬ ਤੁਸੀਂ ਜ਼ਿਕਰ ਕੀਤਾ, ਸਿਮਰਜੀਤ ਬੈਂਸ ਹੋਰਾਂ ਦੇ ਉੱਤੇ ਜਿਹੜੀ ਔਰਤ ਨੇ ਬਲਾਤਕਾਰ ਦੇ ਇਲਜ਼ਾਮ ਲਾਏ ਨੇ, ਉਹ ਔਰਤ ਪਹੁੰਚ ਗਈ, ਲੇਕਿਨ ਪੁਲਿਸ ਵਾਲੇ ਨੇ ਉਹਨੂੰ ਅੰਦਰ ਨਹੀਂ ਵੜਨ ਦਿੱਤਾ, ਉਹਨੂੰ ਬਾਹਰੋਂ ਹੀ ਗੱਡੀ 'ਚ ਬਿਠਾ ਕੇ ਲੈ ਗਏ। ਉਹ ਕਹਿ ਰਹੀ ਸੀ ਕਿ ਸਿਮਰਜੀਤ ਬੈਂਸ, ਮੈਂ ਦੱਸਦੀ ਹਾਂ ਕਿੱਥੇ ਆ ਤੁਹਾਨੂੰ, ਤੁਸੀਂ ਉਹਨੂੰ ਫੜ ਨਹੀਂ ਰਹੇ। ਪੁਲਿਸ ਨੂੰ ਕਹਿ ਰਹੀ ਸੀ ਕਿ ਭਗੌੜਾ ਉਹ ਲਾਨਿਆ ਹੋਇਆ, ਪੀਓ ਲਾਨਿਆ ਹੋਇਆ, ਅਦਾਲਤ ਨੇ ਭਗੌੜਾ ਲਾਣਤਾ। ਲੁਧਿਆਣੇ ਸ਼ਹਿਰ ਦੇ ਵਿੱਚ ਪੋਸਟਰ ਲੱਗੇ ਹੋਇਆ ਉਹ ਬੰਦੇ ਦੇ, ਉਹ ਫੇਸਬੁੱਕ ਚਲਾ ਰਿਹਾ, ਉਹ ਸੋਸ਼ਲ ਮੀਡੀਆ ਤੇ ਸਰਗਰਮ ਆ। ਉਹ ਕਹਿੰਦੀ ਮੈਂ ਦੱਸਦੀ ਹਾਂ ਕਿੱਥੇ ਆ ਉਹ, ਤੁਸੀਂ ਮੈਥੋਂ ਪੁੱਛੋ ਤਾਂ ਸਹੀ, ਮੈਨੂੰ ਭਗਵੰਤ ਮਾਨ ਨੂੰ ਮਿਲਾਓ। ਉਹ ਕਹਿੰਦਾ ਭਗਵੰਤ ਮਾਨ ਕਿ ਆਮ ਆਦਮੀ ਦੀ ਸਰਕਾਰ ਆ, ਮੈਂ ਆਮ ਔਰਤ ਹਾਂ, ਔਰ ਮੇਰੇ ਨਾਲ ਧੱਕਾ ਹੋਇਆਗਾ ਤੇ ਮੇਰੀ ਗੱਲ ਨਹੀਂ ਸੁਣ ਰਹੇ ਜੀ। ਗਿੱਲ ਸਾਹਿਬ, ਬਟਾਲੇ 'ਚ ਪਤੀ ਪਤਨੀ ਨੇ ਖੁਦਕੁਸ਼ੀ ਕੀਤੀ ਆ ਜੀ? ਜੀ ਗਿੱਲ ਸਾਹਿਬ, ਇਹ ਦੋਨੇ ਪਤੀ ਪਤਨੀ ਇਕੱਲੇ ਰਹਿੰਦੇ ਸੀਗੇ, ਔਰ ਦੋਨਾਂ ਦੇ ਵੱਲੋਂ ਇਕੱਲੇ ਰਹਿੰਦੇ ਅੱਜ ਖੁਦਕੁਸ਼ੀ ਹੈ ਜਿਹੜੀ ਕੀਤੀ ਗਈ ਹੈ। ਪਤੀ ਦੀ ਉਮਰ 32 ਸਾਲਾਂ ਦੀ ਹੈ, ਰਾਜੂ ਮਸੀਹ ਨਾਂ ਗਾ। ਪਤਨੀ ਦਾ ਨਾਂ ਸ਼ਬਨਮ ਆ, ਉਹਦੀ ਉਮਰ 30 ਸਾਲ ਦੀ ਹੈ। ਆਪਸੀ ਘਰੇਲੂ ਕਲੇਸ਼ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਨਜ਼ਰ ਆ ਰਹੀ ਹੈ ਪਹਿਲੀ ਨਜ਼ਰੇ। ਬਾਕੀ ਪੁਲਿਸ ਮਸਲੇ ਦੀ ਪੜਤਾਲ ਕਰ ਰਹੀ ਆ, ਹੋਰ ਵੀ ਕਈ ਪਹਿਲੂ ਹੋ ਸਕਦੇ ਆ, ਕਿਉਂਕਿ ਇਹਨਾਂ ਦੇ ਕੋਈ ਔਲਾਦ ਵੀ ਨਹੀਂ ਸੀ, ਰਹਿੰਦੇ ਵੀ ਦੋਨੇ ਇਕੱਲੇ ਹੀ ਸੀਗੇ। ਤਾਂ ਦੋਨਾਂ ਵੱਲੋਂ ਇਸ ਤਰੀਕੇ ਦੇ ਨਾਲ ਚੁੱਪ ਚਪੀਤੇ ਖੁਦਕੁਸ਼ੀ ਕਰ ਜਾਣ ਨੂੰ ਪੁਲਿਸ ਕਈ ਪਹਿਲੂਆਂ ਦੇ ਨਾਲ ਜਿਹੜਾ ਜੋੜ ਕੇ ਦੇਖ ਰਹੀ ਆ ਜੀ। ਧੰਨਵਾਦ ਜੀ, ਤੇ ਕੱਲ ਫੇਰ ਸਵੇਰੇ 9:15 ਵਜੇ ਗੱਲਬਾਤ ਹੋਏਗੀ। ਧੰਨਵਾਦ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ। ਰਿੱਝ ਦਾ ਜਿਹੜਾ ਮੁੱਦਾ ਬਹੁਤ ਵੱਡਾ ਹੈ, ਉਹ ਹੈ ਜਦ ਗੈਸ ਭਰਨ ਲਈ ਗੱਡੀ ਨੂੰ ਪੁੱਲ ਕਰਦੇ ਹੋ ਤਾਂ ਕੱਲ੍ਹ $2.25 ਦੇ ਕਰੀਬ ਗੈਸ ਦੀ ਕੀਮਤ ਸੀ ਲੀਟਰ ਦੀ ਸਰੀ ਦੇ ਵਿੱਚ। ਬਹੁਤ ਇਸ 'ਤੇ ਵਿਚਾਰਾਂ ਹੁੰਦੀਆਂ ਨੇ। ਤੁਹਾਨੂੰ ਪਤਾ ਇੱਕ ਵਾਰ ਮੈਨੂੰ ਢਿੱਲੋਂ ਨੇ ਆ ਕੇ ਦੱਸਿਆ ਸੀ ਵੀ ਕਿਸ ਤਰ੍ਹਾਂ ਉਹ ਆਪਣੇ ਗੈਸ ਸਟੇਸ਼ਨ ਦੇ ਲਈ ਆਪਣੇ ਟਰੱਕਾਂ ਦੇ ਰਾਹੀਂ ਗੈਸ ਅਲਬਰਟਾ ਤੋਂ ਲਿਆਉਂਦੇ ਸੀ। BC ਸਰਕਾਰ ਨੇ ਮਨ੍ਹਾ ਕੀਤੀ। ਸਨਕੌਰ ਨੇ ਜਿਹੜੀ ਸਨਕੌਰ ਐਨਰਜੀ ਹੈ, ਉਸ ਦਾ ਪ੍ਰੋਫਿਟ ਇੱਕ ਤਿਮਾਹੀ ਦਾ $3 ਅਰਬ ਦੇ ਕਰੀਬ ਫਸਟ ਕੁਆਟਰ 'ਚ, ਪਿਛਲੇ ਸਾਲ 820 ਬਿਲੀਅਨ ਸੀ ਅਤੇ ਇਸ ਵਾਰ 2.95 ਬਿਲੀਅਨ ਹੈ। ਅਤੇ ਲੋਕ ਤਰਾਹ ਕਰ ਰਹੇ ਨੇ। ਸਰਕਾਰਾਂ ਦੇ 2 ਕਾਰਬਨ ਟੈਕਸ ਨੇ ਲੱਗੇ ਹੋਏ। ਗੈਸ ਸਟੇਸ਼ਨ ਦੇ ਮਾਲਕਾਂ ਨੇ ਡਿਸਪੈਂਸਰ ਦੇ ਉੱਪਰ ਲਿਖ ਕੇ ਲਾਇਆ ਹੈ ਇਸ ਕੀਮਤ ਦੇ ਵਿੱਚ ਕਿਹਦੇ ਕਿੰਨੇ ਜਾਂਦੇ ਨੇ, ਕਿੰਨੀ ਕਹਾਣੀ ਇਹਦੇ 'ਤੇ, ਕਿੰਨੀ ਮਿਹਨਤ ਜਿਹੜੀ ਅਸੀਂ ਕਰਦੇ ਹਾਂ, ਕਿੰਨੇ ਦਾ ਕਰੂਡ ਆਇਲ, ਕਿੰਨੇ ਦਾ ਡਿਸਪੈਂਸ ਹੁੰਦਾ, ਕਿਉਂਕਿ ਬਹੁਤ ਕੁਝ ਹੈ। ਕਰੂਡ ਆਇਲ ਤੋਂ ਲੈ ਕੇ ਰਿਫਾਈਨਰੀ ਤੱਕ ਆਉਣ ਦਾ ਖਰਚਾ, ਪਾਈਪਾਂ ਦਾ ਖਰਚਾ, ਰਿਫਾਈਨਰੀ ਦਾ ਖਰਚਾ। ਇੱਕ ਵਾਰ ਤੁਹਾਨੂੰ ਬ੍ਰੇਕ ਕਰਕੇ ਦੱਸਿਆ ਸੀ ਕਾਸਟ ਕਿਵੇਂ ਬਣਦੀ ਹੈ। ਪਰ ਹੁਣ ਜਿਹੜਾ ਸਰਕਾਰਾਂ ਦੇ ਕੋਲ ਹੈ, ਘੱਟੋ ਘੱਟ ਕਾਰਬਨ ਟੈਕਸ 'ਤੇ ਕੁਝ ਸਮੇਂ ਲਈ ਘਟਾ ਸਕਦੀਆਂ। ਕਾਰਬਨ ਟੈਕਸ ਦਾ $ਬਿਲੀਅਨਸ ਦਾ ਜਿਹੜੀ
ਸਰਕਾਰ ਨੂੰ ਫਾਇਦਾ ਹੁੰਦਾ ਹੈ, ਉਹਦੇ ਲਈ ਸੌਖਾ ਕਿਵੇਂ ਕਰ ਸਕਦੇ? 20, 50, 100 ਡਾਲਰਾਂ ਦੇ ਨਾਲ ਕੀ ਫਰਕ ਪਊਗਾ? ਲੋਕ ਬਹੁਤ ਔਖੇ ਨੇ। ਤੇ ਇਸ ਜਿਹੜੀ ਵੱਧ ਰਹੀ ਗੈਸ ਦੀ ਕੀਮਤ ਹੈ, ਇਸ ਨੇ ਇਕੱਲਾ ਗੈਸ ਪਵਾਉਣ ਵਾਲਿਆਂ ਤੋਂ ਗਾਂਹ ਸਾਰੀ ਟੂਰਿਜ਼ਮ ਇੰਡਸਟਰੀ ਇਸ ਨੇ ਜਿਹੜੀ ਹੈ ਉਹ ਖਰਾਬ ਕਰ ਦੇਣੀ ਹੈ। ਲੋਕ ਟਰੈਵਲ ਨਹੀਂ ਕਰਨਗੇ, ਲੋਕ ਜਾਣਗੇ ਨਹੀਂ, ਕਿਉਂਕਿ ਮਹਿੰਗਾ ਬਹੁਤ ਹੈ, ਗੈਸ ਮਹਿੰਗੀ ਬਹੁਤ ਹੈ। ਅਤੇ ਇਸ ਨੇ ਲੋਕ ਜਿਹੜੇ ਹੋਟਲ ਮੋਟਲ ਵਾਲੇ, ਬਾਹਰ ਵੱਡੇ ਰੈਸਟੋਰੈਂਟਾਂ ਵਾਲੇ, ਉਹ ਉਡੀਕ ਰਹੇ ਨੇ। ਕਿਸੇ ਨੇ ਟਰੈਵਲ ਨਹੀਂ ਕਰਨਾ। ਕੌਣ ਟਰੈਵਲ ਕਰੂ $2.25 ਦੀ ਗੈਸ ਪਾ ਕੇ? ਮਾਈਲੇਜ ਵੱਧ ਤੋਂ ਵੱਧ 7-8 ਕਿਲੋਮੀਟਰ ਦੀ ਹੈ। ਜੇ 400 ਕਿਲੋਮੀਟਰ ਦਾ ਤੁਸੀਂ ਟ੍ਰਿਪ ਲਾਉਣਾ ਹੈ ਤਾਂ ਘੱਟੋ ਘੱਟ ਤੁਹਾਡੇ ਕੋਲ $150 ਦੀ ਤੁਹਾਡੀ ਗੈਸ ਹੈ। ਇਸ 'ਤੇ ਕੋਈ ਵੀ ਜਿਹੜਾ ਨਿਗਾਹ ਨਹੀਂ ਕਰ ਰਿਹਾ, ਕੋਈ ਇਸ ਵੱਲ ਝਾਕ ਨਹੀਂ ਰਿਹਾ। ਇਸ ਨੂੰ ਕੋਈ ਫਿਕਸ ਕਰਨ ਦੀ ਇਹੀ ਸਟੇਟਸਮੈਨਸ਼ਿਪ ਆ। ਮੇਰੀ ਗੱਲ ਮੰਨਿਓ, ਜਿਹੜੀ ਲੀਡਰਸ਼ਿਪ ਆ ਨਾ ਕਿਸੇ ਵੀ ਰਾਜਨੀਤਿਕ ਬੰਦੇ ਦੀ, ਇਹ ਨਹੀਂ ਹੈ ਕਿ ਕਿਸੇ ਲਾਅ 'ਤੇ ਵੋਟਾਂ ਪਾਤੀਆਂ, ਲਾਅ ਬਣਾਤਾ। ਨਹੀਂ, ਇਹ ਸਟੇਟਸਮੈਨਸ਼ਿਪ ਉੱਥੇ ਆਉਂਦੀ ਆ ਬਣੇ ਹੋਏ ਲਾਅ ਦੀਆਂ ਤਰਮੀਮਾਂ ਕਰਨੀਆਂ। ਬਈ ਇਹ ਗਲਤ ਹੈ। ਵਗਦੇ ਪਾਣੀਆਂ ਤੋਂ ਉਲਟ ਤੈਰਨਾ ਅਸਲ ਸਟੇਟਸਮੈਨਸ਼ਿਪ ਉਹ ਹੈ। ਮੈਂ ਸੈਕੂਲਰ ਲਾਅ ਦੇ ਬਾਰੇ ਬਹੁਤ ਵਾਰ ਗੱਲ ਕਰ ਚੁੱਕਿਆ ਕਿ ਸੈਕੂਲਰ ਲਾਅ ਜਿਹੜਾ ਕੁਬੈਕ ਦਾ ਸਾਨੂੰ ਘੱਟ ਗਿਣਤੀਆਂ ਵਾਲਿਆਂ ਨੂੰ ਵੱਢ ਰਿਹਾ ਵੀ ਅਸੀਂ ਦਸਤਾਰ ਬਣ ਕੇ ਸਰਕਾਰ ਦੇ ਵਿੱਚ ਨਹੀਂ ਬਹਿ ਸਕਦੇ, ਹਿਜਾਬ ਪਾ ਕੇ ਨਹੀਂ ਬਹਿ ਸਕਦੇ, ਗਲ 'ਚ ਕ੍ਰਾਸ ਪਾ ਕੇ ਨਹੀਂ ਬਹਿ ਸਕਦੇ, ਸਿਰ 'ਤੇ ਟੋਪੀ ਲੈ ਕੇ ਨਹੀਂ ਬਹਿ ਸਕਦੇ। ਉਹਦੇ 'ਤੇ ਕੋਈ ਨਹੀਂ ਬੋਲਿਆ, ਕੋਈ ਵੀ ਨਹੀਂ ਬੋਲਿਆ। ਸਟੇਟਮੈਨਸ਼ਿਪ ਕਿਸੇ ਨੇ ਨਹੀਂ ਦਿਖਾਈ। ਟਰੂਡੋ, ਜਗਮੀਤ ਸਿੰਘ, ਜਿਹਦੇ 'ਤੇ ਬਹੁਤ ਆਸਾਂ ਸੀ ਲੋਕਾਂ ਨੂੰ, ਜਗਮੀਤ ਸਿੰਘ ਇਸ ਗੱਲ 'ਤੇ ਆ ਕੇ ਖੜ ਗਿਆ, ਦੇਖੋ ਜੀ ਵਿਚਾਰ ਅਧੀਨ ਹੈ ਮਸਲਾ ਅਦਾਲਤ 'ਚ, ਅਤੇ ਮੈਂ ਅਦਾਲਤ ਦੀ ਰਿਸਪੈਕਟ ਕਰਦਾ। ਅਤੇ ਜਿਸ ਦਿਨ ਵਿਕਟਮ ਕਾਰਡ ਖੇਲਣਾ ਹੈ ਉਸ ਦਿਨ ਆਪਾਂ ਆਪਣੇ ਪਰਿਵਾਰ ਦੀਆਂ ਗੱਲਾਂ, ਆਪਣੇ ਐਕਸਪਲੋਇਟੇਸ਼ਨ ਦੀਆਂ ਗੱਲਾਂ ਤੱਕ ਕਹਿ ਦੇਣੀਆਂ ਨੇ ਜਿੱਦਣ ਵਿਕਟਮ ਕਾਰਡ ਖੇਲਣਾ। ਅਤੇ ਜਿੱਦਣ ਕੌਮ ਨੂੰ ਬਚਾਉਣ ਦੀ ਗੱਲ ਹੈ ਉਦੋਂ ਸਟੇਟਮੈਨਸ਼ਿਪ ਕਿੱਥੇ ਹੈ? ਘੱਟ ਗਿਣਤੀ ਦੇ ਵਿੱਚੋਂ ਬਿਲੋਂਗ ਕਰਦਾ ਬੰਦਾ, ਜੇ ਘੱਟ ਗਿਣਤੀ 'ਚ ਰਹਿੰਦਾ ਬੰਦਾ ਸਟੇਟਮੈਨਸ਼ਿਪ ਨਹੀਂ ਦਿਖਾ ਸਕਦਾ ਤਾਂ ਕੌਣ ਦਿਖਾਊਗਾ ਫਿਰ? ਲੀਡਰਸ਼ਿਪ ਕੀ ਹੈ? ਭੱਤਿਆਂ ਦਾ ਸਵਾਦ ਲੈਣਾ? ਲੀਡਰਸ਼ਿਪ ਇਹ ਆ ਬਿੱਬ ਕੇ ਮੂਹਰੇ ਆਉਣਾ, ਬਈ ਆ ਮੈਂ ਕਰਦਾ, ਇੱਥੇ ਖੜ ਕੇ ਕਰਦਾ, ਮੈਨੂੰ ਪੋਲੀਟੀਕਲੀ ਇਹਦਾ ਫਾਇਦਾ ਹੋ ਜਾਵੇ, ਨੁਕਸਾਨ ਹੋ ਜਾਵੇ, ਮੈਂ ਇੱਥੇ ਖੜਾ। ਪਰ ਨਹੀਂ, ਲੋਕ ਚੁੱਪ ਕਰ ਜਾਂਦੇ ਨੇ। ਚੁਣਨ ਤੱਕ ਗੱਲਾਂ ਹੋਰ ਨੇ। ਇਹੀ ਵਿਸ਼ਾ ਮੇਰਾ ਅਗਲਾ ਅੱਜ। ਸੱਚ ਤੇ ਝੂਠ ਤੇ ਰਾਜਨੀਤਿਕ ਲੋਕਾਂ ਦਾ ਵੱਡੇ ਬਲੰਡਰ ਜਦ ਬਾਹਰ ਨਿਕਲਦੇ ਨੇ, ਦਰਦ ਤਾਂ ਹੁੰਦਾ ਬਾਹਰ, ਪਰ ਉਹ ਵੱਡੇ ਘਪਲਿਆਂ ਦੇ ਪਿੱਛੇ ਕੋਈ ਕਾਰਨ ਹੈ। ਕੁਆਇਨ ਆਪਰੇਟਡ ਜਿਹੜਾ ਇੱਕ ਟਰਮ ਹੈ, ਉਹ ਕੁਆਇਨ ਆਪਰੇਟਡ ਅਮਰੀਕਾ ਦੇ ਵਿੱਚ ਬਹੁਤ ਜਿਹੜੀ ਹੈ ਉਹ ਮਸ਼ਹੂਰ ਹੈ। ਕੁਆਇਨ ਆਪਰੇਟਡ ਮਤਲਬ ਦਾ ਟੈਲੀਫੋਨ ਜਿਨ੍ਹਾਂ 'ਚ 25 ਪਾ ਕੇ ਆਪਾਂ ਫੋਨ ਕਰਦੇ ਸੈੱਲ ਫੋਨ ਤੋਂ ਪਹਿਲਾਂ 25 ਮੁੱਕ ਗਏ, ਉਹ ਕਹਿੰਦਾ 25 ਹੋਰ ਪਾ। ਕੱਪੜੇ ਸੁੱਕੇ ਨਹੀਂ ਲਾਉਂਡਰੀ 'ਚ, ਕਹਿੰਦਾ ਸਿੱਟ ਕੁਆਇਨ ਹੋਰ। ਕੁਆਇਨ ਆਪਰੇਟਡ। ਆਪਣੇ ਵੱਲ ਇਹ ਚੀਜ਼ਾਂ ਨਹੀਂ, ਉੱਧਰ ਚੀਜ਼ਾਂ ਨੇ। ਲੌਬੀਇਸਟ ਕਿਵੇਂ ਕੰਮ ਕਰਦੇ ਆ, ਕੀ ਕਹਾਣੀ ਹੈ ਇਹਦੇ ਪਿੱਛੇ, ਕਿਸ ਤਰ੍ਹਾਂ ਕੁਆਇਨ ਆਪਰੇਟਡ ਮਸ਼ੀਨਾਂ ਜਿਹੜੀਆਂ ਬੋਲਣੋਂ ਬੰਦ ਹੋ ਜਾਂਦੀਆਂ ਜਦ ਕੁਆਇਨ ਨਹੀਂ ਪੈਂਦਾ। ਸੋ ਇਸ 'ਤੇ ਮੈਂ ਹੁਣ ਇਸ ਸਮੇਂ ਜਿਹੜੀ ਲੀਡਰਸ਼ਿਪ ਦਿਖਾਉਣ ਦਾ BC ਸਰਕਾਰ ਨੂੰ, ਦੇਸ਼ ਦੀ ਸਰਕਾਰ ਨੂੰ, ਲੋਕ ਤਰਾਹ ਕਰ ਰਹੇ ਨੇ। $2.25 ਨੂੰ ਗੈਸ ਹੋ ਗਈ, $70-80 ਜੀ ਦੇਤੇ ਜੀ ਸਾਨੂੰ, ਇਹ ਕਰਤਾ। ਇਹਨਾਂ ਨਾਲ ਕੀ ਹੋਊ? ਕਾਰਬਨ ਟੈਕਸ ਆ ਜਿਹੜਾ ਹੈ, ਕੁਛ ਸਮੇਂ ਲਈ ਉਹਨੂੰ ਬੰਦ ਕਰ ਦਿਓ, ਘੱਟ ਕਰ ਦਿਓ, ਕਿਸੇ ਨੂੰ ਸਾਹ ਤਾਂ ਆ ਜਾਏ। ਜਿਹੜਾ BC ਦੇ ਟਰੱਕ ਜਾ ਕੇ ਗੈਸ ਲੈ ਕੇ ਆਉਂਦੇ ਸੀ, ਭਰ ਕੇ ਸਿੱਧੇ ਟ੍ਰੇਲਰ ਜਾ ਕੇ ਟੈਂਕਰ ਭਰ ਕੇ ਲਿਆਉਂਦੇ ਸੀ ਐਡਮਿੰਟਨ ਤੋਂ, ਕੈਲਗਰੀ, ਐਡਮਿੰਟਨ ਵਗੈਰਾ ਤੋਂ, ਉਹਨੂੰ ਅਲਾਉ ਕਰ ਦਿਓ। ਉਹ ਕਿਉਂ ਬੰਦ ਕਰਤੇ? ਇਹ $2.25 ਦੀ ਗੈਸ ਜਿਹੜੀ ਹੈ ਬੰਦਾ ਕਰੂ ਕੀ? ਹਾਈਬ੍ਰਿਡ ਕਾਰਾਂ ਨਹੀਂ ਮਿਲਦੀਆਂ, ਵੇਟਿੰਗ ਆ 7-7 ਮਹੀਨੇ ਦੀ। ਇਲੈਕਟ੍ਰਿਕ ਕਾਰਾਂ ਜਿਹੜੀਆਂ ਨੇ ਉਹਨੂੰ ਖੜੇ ਪੈਰ $50,000 $40,000 ਕਿਹੜਾ ਲਾਵੇ? ਜਿਹਦੇ ਕੋਲ ਪਿਛਲੇ 40 ਸਾਲ ਦੇ ਵਿੱਚ 10 ਸਾਲ ਦੀ ਪੁਰਾਣੀ 40,000 ਦੀ ਕਾਰ ਉਹਦਾ ਕੰਮ ਸਾਰ ਰਹੀ ਹੈ, ਕਿੱਥੋਂ $50,000 ਲਿਆਊਗਾ ਖੜੇ ਪੈਰ? ਉਹ ਪੁਰਾਣੀ ਹੈ, ਨਵੀਂ ਹੈ। ਇਹ ਮੈਂ ਆਮ ਬੰਦੇ ਦੀ ਗੱਲ ਕਰਦਾ, ਜਿਨ੍ਹਾਂ ਨੇ 2-2 3-3 ਜਿਹੜੀ ਕਿਲੋਮੀਟਰ ਗੈਸ ਮਾਈਲੇਜ ਦਿੰਦੇ ਨੇ, 12-12 ਸਿਲੰਡਰ ਦੀਆਂ ਗੱਡੀਆਂ ਨੇ। ਮੈਂ ਉਹਨਾਂ ਦੀ ਗੱਲ ਨਹੀਂ ਕਰਦਾ, ਉਹਨਾਂ ਨੂੰ ਕੋਈ ਪਰਵਾਹ ਨਹੀਂ। 5-7 ਲੱਖ ਦੀ ਗੱਲ ਜਿਹਦੇ ਕੋਲ ਗੱਡੀ ਹੈ ਉਹ ਗੈਸ ਵੀ ਪਵਾ ਲਓ, ਉਹਨਾਂ ਨੂੰ ਮੁਬਾਰਕਾਂ। ਜਿਹਦੇ ਕੋਲ ਹੈਗੇ ਨੇ ਖਰਚੇ ਉਹ,
ਪਰ ਆਮ ਬੰਦਾ ਜਿਹੜਾ $20 $22 ਦੀ ਡਿਊਟੀ ਕਰਦਾ, ਨੌਕਰੀ ਕਰਦਾ, ਉਹ ਕਿਵੇਂ ਪੈਸੇ ਜਿਹੜਾ ਕਿਵੇਂ ਗੈਸ ਪਾਊਗਾ, ਕਿਵੇਂ ਟੱਬਰ ਉਹ ਜਿਹੜਾ ਤੁਰੂਗਾ ਉਹਦਾ। ਇਸ ਸਮੇਂ ਲੀਡਰਸ਼ਿਪ ਦਿਖਾਉਣ ਦੀ ਲੋੜ ਹੈ। ਸਭ ਚੁੱਪ ਬੈਠੇ ਨੇ, ਕੋਈ ਨਹੀਂ ਬੋਲ ਰਿਹਾ, ਮਤਲਬ ਜਮਾ ਹੀ ਮੂੰਹ ਹੀ ਮੀਚ ਲੈਂਦੇ ਆ, ਜਮਾ ਹੀ ਜਿਵੇਂ ਮੂੰਹ 'ਚ ਜਿਵੇਂ ਥਰਮਾਮੀਟਰ ਪਾਇਆ ਹੁੰਦਾ ਨਾ, ਡਿੱਗ ਜੂਗਾ, ਇਸ ਤਰ੍ਹਾਂ। ਵੋਟਾਂ ਵੇਲੇ ਸੁਣ ਲਿਓ ਫਿਰ ਨਾਅਰੇ, ਫੇਰ ਉਹ ਜੀ ਮੈਂ ਇਉਂ ਹੋ ਗਿਆ, ਮੈਂ ਪੱਟਿਆ ਗਿਆ ਜੀ, ਮੇਰੀ ਐਕਸਪਲੋਇਟੇਸ਼ਨ ਹੋ ਗਈ ਜੀ, ਮੇਰਾ ਟੱਬਰ ਆਹ ਕਰਦਾ ਸੀ, ਮੇਰਾ ਉਹ ਕਰਦਾ ਸੀ। ਇਹ ਗੱਲਾਂ, ਇਹ ਵਿਕਟਮ ਕਾਰਡ ਹੈ। ਲੀਡਰਸ਼ਿਪ ਆ ਬਿੱਬ ਕੇ ਸਾਹਮਣੇ ਆਉਣਾ ਵੀ ਆਹ ਗੱਲ ਹੈ, ਮੈਂ ਇਹਦੀ ਵਿਰੋਧਤਾ ਕਰਦਾ ਅਤੇ ਮੈਂ ਆਹ ਇਸ ਚੀਜ਼ ਦਾ ਬਦਲਾਅ ਕਰਨਾ ਚਾਹੁੰਦਾ। ਆਪਣਾ ਆਪਣਾ ਸ਼ੌਕ ਹੈ ਜੀ। ਦੁਨੀਆ ਦੇ ਵਿੱਚ ਘਟਨਾਵਾਂ ਕਿਤੇ ਵੀ ਹੋਣ, ਇਨਸਾਨੀ ਕਦਰਾਂ ਕੀਮਤਾਂ ਅਤੇ ਆਪਣੇ ਕਰੈਕਟਰ ਦੇ ਆਲੇ ਦੁਆਲੇ ਉਹ ਘੁੰਮਦੀਆਂ। ਲੋਕਲ ਵਿਸ਼ੇ ਅਕਸਰ ਖਬਰਾਂ ਦੇ ਨਾਲ ਸੰਬੰਧਿਤ ਵਿਸ਼ੇ ਵਿਚਾਰਦੇ ਰਹਿੰਦੇ ਹਾਂ ਅਸੀਂ। ਅਲੱਗ-ਅਲੱਗ ਜਿੰਨੇ ਵੀ ਮੇਜ਼ਬਾਨ ਆ, ਆਪਣਾ ਆਪਣਾ ਟੇਸਟ ਹੈ ਹਰ ਇੱਕ ਦਾ, ਆਪਣੇ ਤਰੀਕੇ ਨਾਲ ਉਹ ਕੰਮ ਕਰਦੇ ਆ। ਅੱਜ ਸੁਨੇਹਾ ਉੱਠਦੇ ਜਦ ਰੈਡੀ ਮੈਂ ਪ੍ਰੋਗਰਾਮ ਕਰਨ ਲੱਗਿਆ, ਇੱਕ ਵੈਬਸਾਈਟ ਦ ਬਾਰਨਿੰਗ, ਉਹਦੇ ਤੋਂ ਇੱਕ ਨਾਮ ਪੜ੍ਹਿਆ ਮੈਂ, ਸਟੀਵ ਸ਼ਮਿਟ ਕੌਣ ਹੈ? ਉਹਨੇ ਇਸ ਸਿਰਲੇਖ ਦੇ ਥੱਲੇ ਵੀ ਨਾ ਕਿਤਾਬ ਨਾ ਪੈਸੇ, ਸਿਰਫ ਸੱਚ, ਨੋ ਬੁੱਕਸ ਨੋ ਮਨੀ, ਜਸਟ ਦ ਟਰੁੱਥ। ਇਵੈਂਚੁਅਲੀ ਕੀ ਹੁੰਦਾ, ਲੌਬੀਇਸਟ ਅਤੇ ਜਾਂ ਜਿਹੜੇ ਵੱਡਿਆਂ ਅਹੁਦਿਆਂ 'ਤੇ ਰਹੇ ਲੋਕ ਨੇ, ਉਹ ਅਖੀਰ ਦੇ ਵਿੱਚ ਜ਼ਿੰਦਗੀ ਦੇ ਵਿੱਚ ਕਿਤਾਬਾਂ ਲਿਖ ਕੇ ਕਮਾਈ ਕਰ ਲੈਂਦੇ ਆ। ਇਸ ਸਟੀਵ ਦੇ ਬਾਰੇ ਜਦ ਇਸ ਨੂੰ ਲੱਭਣ ਲੱਗੇ ਤਾਂ ਮਕੇਨ, ਸੈਨੇਟਰ ਜੌਨ ਮਕੇਨ, ਐਰੀਜ਼ੋਨਾ ਵਾਲਾ, ਜਿਹੜਾ ਜਿਸ ਦਾ ਵੱਡਾ ਨਾਂ ਸੀ, ਵੀਅਤਨਾਮ 'ਚ ਲੜਨ ਗਿਆ, ਫੜਿਆ ਗਿਆ, ਲੱਤਾਂ ਬਾਹਾਂ ਤੋੜਤੀਆਂ, ਦੇਸ਼ ਨਾਲ ਸਮਝੌਤਾ ਨਹੀਂ, ਦੇਸ਼ ਦੀ ਵਫਾਦਾਰੀ, ਦੇਸ਼ ਦੇ ਨਾਲ ਇਮਾਨਦਾਰੀ ਦੇ ਨਾਲ ਉਹਨੇ ਸਮਝੌਤਾ ਨਾ ਕੀਤਾ। ਵੀਡੀਓ ਬਣਾਉਣ ਲਈ ਵੀਅਤਨਾਮੀ ਕਹਿੰਦੇ ਰਹੇ, ਪਰ ਉਹ ਨਹੀਂ ਮੰਨਿਆ। ਅਖੀਰ 'ਚ ਦੂਜਾ ਵਿਆਹ ਕਰਾ ਕੇ 1980 ਦੇ ਵਿੱਚ ਐਰੀਜ਼ੋਨਾ 'ਚ ਟਿਕ ਗਿਆ। ਐਰੀਜ਼ੋਨਾ ਦੇ ਵਿੱਚ ਜਦ ਆਪਣੀ ਦੂਸਰੀ ਘਰਵਾਲੀ ਸਿੰਡੀ ਮਕੇਨ ਦੇ ਨਾਲ ਰਹਿਣ ਲੱਗਿਆ ਤਾਂ ਉੱਥੇ ਪੋਪੂਲਰ ਹੋ ਗਿਆ। ਪੋਪੂਲਰ ਹੋ ਕੇ ਇਲੈਕਸ਼ਨ ਲੜਨ ਲੱਗ ਗਿਆ। 1986 ਦੇ ਵਿੱਚ ਉਹ ਸੈਨੇਟਰ ਬਣ ਗਿਆ। ਉਸ ਸਮੇਂ ਵੀ ਜਦੋਂ ਆਇਆ ਉੱਥੇ ਤਾਂ ਉੱਥੇ ਲੋਕਲ ਬੰਦਾ, ਇਹਨੂੰ ਤੁਸੀਂ ਫਰੇਮ ਕਰਕੇ ਵੇਖਿਓ, ਰਾਜਨੀਤਿਕ ਬੰਦਿਆਂ ਦੀ ਪਿੱਠ 'ਤੇ ਆਏ ਅਮੀਰ ਬੰਦੇ ਰਾਜਨੀਤਿਕ ਬੰਦਿਆਂ ਨੂੰ ਕਿਵੇਂ ਵਰਤਦੇ ਆ, ਰਾਜਨੀਤਿਕ ਬੰਦਿਆਂ ਦੇ ਨਾਲ ਨੇੜੇ ਰਹੇ ਬੰਦਿਆਂ ਦੇ ਰਾਜਨੀਤਿਕ ਕਿਵੇਂ ਫਾਇਦਾ ਕਰਦੇ ਆ ਅਤੇ ਫਿਰ ਉਹਨਾਂ ਕਰਕੇ ਕਿਵੇਂ ਮੁਸ਼ਕਿਲ 'ਚ ਆਉਂਦੇ ਆ, ਜਾਂ ਆਪਣੇ ਲੌਬੀਇਸਟ ਜਾਂ ਨੇੜੇ ਰਹੇ ਕਿਸੇ ਸਟਾਫ ਦੇ ਨਾਲ ਜਾਂ ਕਿਸੇ ਹੋਰ ਲੌਬੀਇਸਟ ਦੇ ਨਾਲ ਸੰਬੰਧ ਜਾਂ ਨਿੱਜੀ ਤੌਰ 'ਤੇ ਉਹਨਾਂ ਦੇ ਹੋ ਜਾਂਦੇ ਨੇ। ਉਹਨਾਂ ਨੂੰ ਕਿੰਨੀ ਤੰਗੀ ਹੁੰਦੀ ਹੈ, ਕਿੰਨੀਆਂ ਮੁਸ਼ਕਿਲਾਂ, ਕਿਉਂਕਿ ਸੱਚ ਬੜਾ ਇਹ ਔਖਾ। ਇਹ ਕੁਆਇਨ ਆਪਰੇਟਡ, ਜਿਹੜੇ ਪੈਸਾ ਫੈਂਕੋ ਤਮਾਸ਼ਾ ਵੇਖੋ, 25 ਸੈਂਟ ਪਾਓ ਅਤੇ ਬੁਲਾ ਲਓ, ਪੁਰਾਣੇ ਫੋਨ ਦੀ ਜਿਹੜੀ ਗੱਲ, ਉਹਦੇ 'ਤੇ ਗੱਲ ਕਰ ਲਓ। ਇਹ ਬੜੀ ਮਸ਼ਹੂਰ ਟਰਮ ਹੈ ਅਮਰੀਕਾ ਦੇ ਵਿੱਚ, ਕੁਆਇਨ ਆਪਰੇਟਡ। ਜਿਹੜੀ ਅੱਜ ਮੈਂ ਤੁਹਾਨੂੰ ਇਹ ਕਹਾਣੀ ਸੁਣਾਉਣ ਲੱਗਿਆ, ਕਿ ਜਦ ਇਹ 1986 ਦੇ ਵਿੱਚ ਪਹਿਲੀ ਵਾਰ ਸੈਨੇਟਰ ਬਣਦਾ ਮਕੇਨ, ਤੁਸੀਂ ਉਹਨੂੰ ਵੇਖਿਆ 2002 ਦੇ ਵਿੱਚ ਅਤੇ 2008 ਦੇ ਵਿੱਚ ਉਹਨੇ ਰਾਸ਼ਟਰਪਤੀ ਦੀ ਚੋਣ ਲੜੀ। 2000 ਦੇ ਵਿੱਚ ਉਹ ਹਾਰ ਗਿਆ ਪ੍ਰੀਲਿਮਿਨਰੀ ਦੇ ਵਿੱਚ ਬੁਸ਼ ਤੋਂ। 2008 ਦੇ ਵਿੱਚ ਉਹ ਪ੍ਰੀਲਿਮਿਨਰੀ ਜਿੱਤ ਗਿਆ ਪਰ ਓਬਾਮਾ ਤੋਂ ਹਾਰ ਗਿਆ। ਇਹਦੇ ਵਿੱਚ ਜਦ ਉਹ ਆਉਂਦਾ ਹੈ ਤਾਂ ਉੱਥੇ ਉਸ ਦੀ ਚਾਰਲਸ ਕੀਟਿੰਗ ਨਾਂ ਦਾ ਇੱਕ ਬੰਦਾ, ਜਿਹੜਾ ਲੋਕਲ ਅਮੀਰ ਆ, ਪੈਸੇ ਧੇਲੇ ਵਾਲਾ, ਉਹਦੇ ਨਾਲ ਯਾਰੀ ਪੈਂਦੀ ਹੈ ਐਰੀਜ਼ੋਨਾ 'ਚ। ਉਹ ਪੈਸਾ ਧੇਲਾ ਖਰਚਣ ਲੱਗਦਾ, ਇਨਵੈਸਟ ਕਰਨ ਲੱਗਦਾ ਮਕੇਨ 'ਤੇ। ਮਕੇਨ ਉਹਦੇ ਪ੍ਰਾਈਵੇਟ ਜੈਟਸ ਦੇ ਉੱਪਰ ਬਹਾਮਸ ਕਦੇ ਕਿਤੇ ਜਾਂਦਾ ਅਤੇ ਕਿਤੇ ਜਾਂਦਾ। ਜਦ ਉਹ ਸੈਨੇਟਰ ਬਣ ਜਾਂਦਾ, ਉਹਦੀ ਘਰਵਾਲੀ ਸਿੰਡੀ ਮਕੇਨ ਇਸ ਕੀਟਿੰਗ ਦੇ ਨਾਲ ਰਲ ਜਾਂਦੀ ਹੈ
ਇਵੈਂਚੁਅਲੀ ਉਹ ਲਿੰਕਨ ਸੇਵਿੰਗ ਤੇ ਲੋਨ ਐਸੋਸੀਏਸ਼ਨ ਦੇ ਵਿੱਚ ਉੱਪਰੋਂ ਸਰਕਾਰ ਤੋਂ ਜਿਹੜੀਆਂ ਕਮੇਟੀਆਂ ਨੇ ਜਿੱਥੇ ਲੋਨ ਤੇ ਫਾਈਨੈਂਸਰਸ ਦੀਆਂ ਕੁਝ ਚੇਂਜਸ ਨੇ ਉਹਦੀਆਂ ਮਦਦ ਕਰਕੇ ਸਿੰਡੀ ਉਹਦੇ ਨਾਲ ਪਾਰਟਨਰ ਹੋ ਜਾਂਦੀ ਆ। ਅਖੀਰ ਬੈਂਕ ਦਿਵਾਲੀਆ, ਬੈਂਕਰਪਸੀ ਇਹ ਕੰਪਨੀ ਕਰ ਜਾਂਦੀ ਅਤੇ $4.5 ਅਰਬ ਅਮਰੀਕਨ ਟੈਕਸ ਪੇਅਰਸ ਇਸ ਨੂੰ ਦਿੰਦੇ ਨੇ। ਚਾਰਲਸ ਕੀਟਿੰਗ ਨੂੰ ਜੇਲ੍ਹ ਹੁੰਦੀ ਆ। 5 ਸੈਨੇਟਰਸ ਨੂੰ ਨਾਲ ਮਕੇਨ ਲੈ ਆਉਂਦਾ ਇਸ ਬੰਦੇ ਦੀ ਮਦਦ ਕਰਨ। ਇਹਦੇ 'ਚੋਂ ਮਕੇਨ ਨਿਕਲ ਜਾਂਦਾ ਹੈ ਅਤੇ ਉਹਦੇ ਵਿੱਚ ਦੂਜੇ ਜਿਹੜੇ ਨੇ ਇਹ ਇਕੱਲਾ ਹੀ 5 ਦੇ ਵਿੱਚੋਂ ਸੈਨੇਟ 'ਤੇ ਰਹਿੰਦਾ, ਬਾਕੀ 4 ਖਤਮ ਹੋ ਜਾਂਦੇ ਨੇ, ਇਸ ਨੂੰ ਇਹ 'ਚੋਂ ਬਰੀਕ ਕਰ ਦਿੰਦੇ ਨੇ। ਸੋ ਇਹਦੀ ਜਿਹੜੀ ਹੁਣ ਦੀ ਕਹਾਣੀ ਹੈ ਉਹਦੇ ਨਾਲ 14 ਸਾਲ ਕੰਮ ਕਰਨ ਵਾਲੇ ਬੰਦੇ ਸਟੀਵ ਸ਼ਮਿਟ ਨੇ ਜਿਹੜੀ ਛਾਪੀ ਹੈ, ਉਹਨੇ ਉਹਨੂੰ ਵਜ਼ਨ ਦੇ ਦਿੱਤਾ ਹੈ ਉਸ ਦੇ ਝੂਠ ਬੋਲਣ ਨੇ। ਉਹ ਕਹਿੰਦਾ ਵੀ ਪਬਲਿਕ ਲਾਇੰਗ ਹੈ ਇਹ, ਜਿਹੜੀ ਮੈਂ ਲੋਕਾਂ ਕੋਲ ਝੂਠ ਬੋਲਿਆ ਸੈਨੇਟਰ ਜੌਨ ਮਕੇਨ ਨੂੰ ਬਚਾਉਣ ਲਈ। ਸੈਨੇਟਰ ਮਕੇਨ ਦੀ ਹੁਣ ਮਰ ਗਿਆ, ਚਲੇ ਗਿਆ, ਉਸ ਦਾ ਝੂਠ ਹੈ ਅਤੇ ਉਹਨੇ ਜਿਹੜਾ ਡੈਮੇਜ ਲੋਕਾਂ ਲਈ ਕੀਤਾ, ਜਿਹਨੂੰ ਮੈਂ ਵੀ ਹਾਂ, ਅਤੇ ਉਹ ਹੁਣ ਉਹਦੇ ਲਈ ਕੰਮ ਕਰਦਾ। ਕਹਿੰਦਾ ਮਕੇਨ ਦੀ ਝੂਠ ਮੇਰੀ ਝੂਠ ਹੈ। ਉਹਨੇ ਫਿਰ ਉਹਨੂੰ ਦੱਸਿਆ ਵੀ 14 ਸਾਲ ਦੇ ਸਮੇਂ 'ਚ ਜਦੋਂ ਵਲੰਟੀਅਰ ਤੌਰ 'ਤੇ ਕੰਮ ਕੀਤਾ ਉਹਨੇ, ਵਲੰਟੀਅਰ ਤੌਰ 'ਤੇ ਕੁਛ ਨਹੀਂ ਲਿਆ ਉਹਨੇ, ਅਤੇ 14 ਸਾਲ ਹੀ ਉਹਦੀ ਧੀ ਮੇਗਨ ਮਕੇਨ ਉਸ ਨੂੰ ਕਿਵੇਂ ਬੁਲੀ ਕਰਦੀ ਰਹੀ। ਅਖੀਰ ਕੜ ਪਾਟ ਗਿਆ ਅਤੇ ਉਹਦਾ ਸੱਚ ਬਾਹਰ ਆ ਗਿਆ। ਉਹ ਕਹਿੰਦਾ ਸਭ ਤੋਂ ਵੱਡੀ ਗੱਲ ਇਹ ਹੋਈ ਜਦ ਇਹਦੇ ਟੌਪ ਐਡਵਾਈਜ਼ਰ ਜਿਹੜੇ ਰਿਕ ਡੇਵਿਸ, ਤੁਸੀਂ ਆਹ ਨਾਂ ਜਿਹੜੇ ਸੁਣੋਗੇ, ਪੌਲ ਮੈਨਾਫੋਰਟ, ਰਿਕ ਡੇਵਿਸ ਅਤੇ ਹੋਰ ਜਿਹੜੇ 4-5 ਬੰਦੇ, ਇਹ ਅੱਜ ਦੇ ਨਹੀਂ ਤੁਰੇ ਆਉਂਦੇ। ਇਹ ਜਿਹੜੇ ਇਹ ਕੁਆਇਨ ਫਲਿੱਪਰ ਨੇ ਬੰਦੇ। ਇਹ ਕਦੇ ਮਕੇਨ ਨਾਲ ਸੀ, ਫਿਰ ਇਹ ਟਰੰਪ ਨਾਲ ਹੋ ਗਏ। ਟਰੰਪ ਦਾ ਹੁਣ ਬੇੜਾ ਇਹਨਾਂ ਨੇ ਬਿਠਾ ਕੇ ਪੌਲ ਮੈਨਾਫੋਰਟ ਨੂੰ ਤਾਂ ਜੇਲ੍ਹ ਹੈ, ਅਤੇ ਬਾਕੀ 4-5 ਵੱਡੇ ਨਾਂ ਜਿਹੜੇ ਇਹਦੇ 'ਚ ਆਏ ਨੇ, ਇਹੀ ਬੰਦੇ ਜਿਹੜੇ ਆਲੇ ਦੁਆਲੇ ਹੁਣ ਸਰਪੰਚ ਦੇ ਸਨ। ਆਪਾਂ ਸੋਚਦੇ ਸੀ ਇਹ ਰੋਜਰ ਸਟੋਨ ਵਗੈਰਾ, ਪੌਲ ਡੇਵਿਸ, ਰਿਕ ਡੇਵਿਸ, ਪੌਲ ਮੈਨਾਫੋਰਟ, ਇਹ ਹੁਣ ਨਹੀਂ, ਇਹ ਬੰਦੇ ਬਹੁਤ ਚਿਰਾਂ ਦੇ ਜਿਹੜੇ ਨੇ ਹਿੱਲ 'ਤੇ ਉੱਥੇ ਰਹਿੰਦੇ ਨੇ। ਜਿਹੜਾ ਵੀ ਨਵਾਂ ਬੰਦਾ ਆਉਂਦਾ, ਨਵੇਂ ਬੰਦੇ ਦੇ ਏਡ ਦੇ ਤੌਰ 'ਤੇ ਤੁਰ ਜਾਂਦੇ ਨੇ। ਨਵਾਂ ਬੰਦਾ ਚਾਹੁੰਦਾ ਵੀ ਹੁੰਦਾ ਪੁਰਾਣੇ ਬੰਦੇ ਤਜਰਬੇ, ਜਦ ਉਹਨਾਂ ਦਾ ਰੈਜ਼ਮੇ ਆਉਂਦਾ, ਦੇਖੋ ਜੀ ਇਹ ਤਾਂ ਪੁਰਾਣੇ ਤੋਂ ਰੇਗਨ ਦੇ ਉਹਨੇ, ਇਹਦੇ 'ਚ ਰੋਜਰ ਸਟੋਨ, ਰਿਕ ਗੇਟਸ, ਪੌਲ ਮੈਨਾਫੋਰਟ, ਰਿਕ ਡੇਵਿਸ ਅਤੇ ਕੇ ਸਟਰੀਟ, ਬਹੁਤ ਇਹ ਕੇ ਸਟਰੀਟ ਸੀਵਰ ਫਰਮ ਤੋਂ ਉੱਥੋਂ ਸ਼ੁਰੂ ਹੋਏ ਬੰਦੇ ਨੇ। ਸੋ ਐਨੀਵੇਜ਼ ਮੈਂ ਦੁਬਾਰਾ ਫੇਰ ਆਇਆ ਮਕੇਨ ਦੀ ਝੂਠ ਦੀ ਕਹਾਣੀ। ਉਹ ਕਹਿੰਦਾ ਵੀ ਜਦ ਸਭ ਤੋਂ ਵੱਡੀ ਗੱਲ ਜਦ ਰਿਕ ਡੇਵਿਸ ਨੇ ਮਿਲੀਅਨਸ ਆਫ ਡਾਲਰ ਬਣਾਉਣੇ ਸ਼ੁਰੂ ਕੀਤੇ, ਇਹਨੂੰ ਯੂਕਰੇਨ ਦੀ ਜੰਗ ਦੇ ਨਾਲ ਅੱਜ ਦੇ ਦਿਨਾਂ ਦੇ ਨਾਲ ਉਹ ਕਿਵੇਂ ਜੋੜ ਰਿਹਾ, ਵੀ ਕਿਵੇਂ ਕਰਪਸ਼ਨ ਹੈ ਨਾਲ ਪੌਲ ਮੈਨਾਫੋਰਟ 'ਤੇ ਓਬਵੀਅਸਲੀ ਚਾਰਜਸ ਇਹ ਲੱਗੇ ਵੀ ਉਹ ਰਸ਼ੀਅਨਸ ਇੰਟਰਸਟ ਦੀ ਗੱਲ ਕਰਦਾ, ਵਲਾਦੀਮੀਰ ਪੁਤਨ ਲਈ ਕੰਮ ਕਰਦਾ ਹੈ, ਅਤੇ ਕਿਉਂਕਿ ਪੁਤਨ ਦਾ ਪਪਟ ਜਿਹੜਾ ਯੂਕਰੇਨ ਦਾ ਰਾਸ਼ਟਰਪਤੀ ਜਿਹਦਾ ਧੱਕੇ ਨਾਲੋਂ ਲਾਇਆ, ਜਿਹੜਾ ਹੁਣ ਰਸ਼ੀਆ 'ਚ ਰੂਸ 'ਚ ਰਹਿੰਦਾ, ਵਿਕਟਰ ਯਨੂਕੋਵਿਚ, ਉਹਦੇ ਲਈ ਅਤੇ ਨਾਲ ਰਸ਼ੀਅਨ ਓਲੀਗਾਰਕ ਉਹਨੂੰ ਕਹਿੰਦੇ ਨੇ, ਰਸ਼ੀਆ ਦੇ ਵਿੱਚ ਅਮੀਰ ਹੋਏ ਬੰਦੇ, ਜਿਹੜਾ ਕਮਿਊਨਿਜ਼ਮ ਖਤਮ ਹੋਇਆ ਉਸ ਸਮੇਂ ਸਰਕਾਰੀ ਸਰਪ੍ਰਸਤੀ 'ਚ ਅਮੀਰ ਹੋਏ ਬੰਦੇ ਨੂੰ ਓਲੀਗਾਰਕ ਕਹਿੰਦੇ ਨੇ। ਆਮ ਬਿਲੀਅਨਰ ਹੋਰ ਆ, ਰਸ਼ੀਅਨ ਇਹਨਾਂ ਨੂੰ ਓਲੀਗਾਰਕ ਕਹਿੰਦੇ, ਜਿਨ੍ਹਾਂ ਦੀਆਂ ਵੱਡੀਆਂ ਕਿਸ਼ਤੀਆਂ ਹੁਣ 300 ਮਿਲੀਅਨ 400 ਮਿਲੀਅਨ ਦੀਆਂ ਅਮਰੀਕਾ ਫੜ ਰਿਹਾ। ਉਹ ਕਹਿੰਦਾ ਵੀ ਪਤਾ ਸੀ ਜੌਨ ਮਕੇਨ ਨੂੰ ਵੀ ਰਿਕ ਡੇਵਿਸ ਅਤੇ ਪੌਲ ਮੈਨਾਫੋਰਟ ਰਸ਼ੀਅਨ ਫੈਡਰੇਸ਼ਨ ਦੇ ਯੂਕਰੇਨ ਅਤੇ ਈਸਟਰਨ ਯੂਰਪ ਦੇ ਵਿੱਚ ਇੰਟਰਸਟ ਲਈ ਕੰਮ ਕਰ ਰਹੇ ਨੇ। ਵਲਾਦੀਮੀਰ ਪੁਤਨ ਦਾ ਖਾਸਮ ਖਾਸ ਯੂਕਰੇਨ ਦਾ ਉਸ ਸਮੇਂ ਦਾ ਰਾਸ਼ਟਰਪਤੀ, ਪੁਤਨ ਦਾ ਪਪਟ ਜਿਹੜਾ ਯਨੂਕੋਵਿਚ ਹੈ, ਅਤੇ ਨਾਲ ਰਸ਼ੀਅਨ ਓਲੀਗਾਰਕ ਓਲੇਗ ਡੈਰੀਪੈਸਕਾ, ਉਹਦੀ ਕਹਿੰਦਾ ਯਾਟ 'ਤੇ 70ਵਾਂ ਜਨਮ ਦਿਨ ਜਿਹੜਾ ਜਾ ਕੇ ਮਕੇਨ ਨੇ ਮਨਾਇਆ, ਅਤੇ ਮੌਂਟੀਨੀਗਰੋ ਦੇ ਵਿੱਚ। ਅੱਛਾ, ਉਹ ਕਹਿੰਦਾ ਮੈਨੂੰ ਵੀ ਇਸ ਦਾ ਪਤਾ ਸੀ ਅਤੇ ਨਾਲ ਦੇ ਟੌਪ ਐਡਵਾਈਜ਼ਰ ਨੂੰ ਵੀ ਪਤਾ ਸੀ। ਇੱਕ ਬੰਨੇ ਤੁਸੀਂ ਰਾਸ਼ਟਰਪਤੀ ਦੀ ਰੇਸ ਦੇ ਵਿੱਚ। ਨਿਊਯਾਰਕ ਟਾਈਮਜ਼ ਨੇ 2008 ਫਰਵਰੀ 21 ਨੂੰ ਬਹੁਤ ਉਹਨਾਂ ਦੇ 73 ਜਿਹੜੇ ਜਰਨਲਿਸਟ ਨੇ, ਵੱਡਾ ਉਹ 'ਚ ਨਾਂ ਜਿਮ ਰਟਨਬਰਗ ਆ, ਮੈਰਲਿਨ ਡਬਲਿਊ ਥੌਮਸਨ ਆ, ਡੇਵਿਡ
ਕਿਰਕਪੈਟਰਿਕ ਹੈ, ਸਟੀਫਨ ਲੈਵਰਟਨ ਹੈ, ਉਹਨਾਂ ਨੇ ਵੱਡਾ ਜਿਹੜਾ ਇੱਕ ਉੱਧਰੋਂ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਸੀ 2008 ਦੀ, ਉਹਨਾਂ ਨੇ ਵੱਡਾ ਲੇਖ ਛਪਤਾ ਅਤੇ ਉਹਦੇ ਬਾਅਦ ਕਹਿੰਦਾ ਵੀ ਮੈਂ ਉਸ ਸਮੇਂ ਆ ਕੇ ਮਕੇਨ ਨੂੰ ਡਿਫੈਂਡ ਕੀਤਾ ਔਰ ਮੈਨੂੰ ਪਤਾ ਸੀ ਇਹ ਝੂਠ ਹੈ। ਕਹਿੰਦਾ ਮੈਂ ਪਰਸਨਲੀ ਇਹਨਾਂ ਚਾਰਾਂ ਤੋਂ, ਅੱਜ ਵੀ ਉਸ ਬੰਦੇ ਨੇ ਪਰਸਨਲੀ ਚਾਰਾਂ ਬੰਦਿਆਂ ਤੋਂ ਇਹਨਾਂ ਤੋਂ ਮਾਫੀ ਮੰਗੀ ਹੈ ਲਿਖ ਕੇ, ਬਈ ਆਮ ਸੌਰੀ। ਪਰਸਨਲੀ ਵੀ ਉਹਨਾਂ ਨੇ ਮੰਗੀ ਹੈ, ਕਹਿੰਦਾ ਮੈਂ ਪਰਸਨਲੀ ਮਿਲ ਕੇ ਵੀ ਮਾਫੀ ਮੰਗੀ ਹੈ ਵੀ ਯਾਰ ਮੈਂ ਤੁਹਾਡੀ ਕੰਮ ਕੀਤੇ ਨੂੰ ਮੈਂ ਟਾਰਨਿਸ਼ ਕੀਤਾ, ਤੁਸੀਂ ਸੱਚੇ ਸੀ। ਨਿਊਯਾਰਕ ਟਾਈਮ ਦੇ 2008 ਦੇ 'ਚ ਜਿਹੜਾ ਮਕੇਨ ਦੇ ਬਾਰੇ ਜਿਹੜਾ ਉਹਦਾ ਵੱਡੀ ਮਹਿੰਗੀ ਯਾਰਡ ਦੇ ਉੱਪਰ ਜਨਮ ਦਿਨ ਮਨਾਉਣਾ 70ਵਾਂ। ਅੱਛਾ, ਉਹਦੇ ਵਿੱਚ ਹੁਣ ਵੱਡਾ ਜਿਹੜਾ ਕੰਮ ਇਹ ਸੀ, ਇੱਕ ਲੌਬੀਇਸਟ ਬਣ ਕੇ ਆਈ ਜਿਹੜੀ 40 ਵਰ੍ਹਿਆਂ ਦੀ ਸੀ ਅਤੇ ਆਪ 71 ਵਰ੍ਹਿਆਂ ਦਾ ਸੀ, ਵਿਕੀ ਆਈਮੈਨ ਜਿਹੜੀ ਹੈ ਉਹ ਪੈਨਸਿਲਵੇਨੀਆ ਦੀ ਰਹਿਣ ਵਾਲੀ ਹੈ ਅਤੇ ਉਹ ਲੌਬੀਇਸਟ ਬਣ ਕੇ ਆਈ, ਮਕੇਨ ਦੇ ਨੇੜੇ ਹੋ ਗਈ। ਮਕੇਨ ਉਹਦੇ ਨਾਲ ਕਹਿੰਦਾ ਇਨਵੋਲਵ ਹੋ ਗਿਆ, ਰਿਲੇਸ਼ਨਸ਼ਿਪ ਹੋ ਗਿਆ ਦੋਨਾਂ ਦਾ। ਅਤੇ ਉਸ 'ਤੇ ਜਿਹੜੀ ਨਿਊਯਾਰਕ ਟਾਈਮਜ਼ ਨੇ ਖਬਰ ਬਣਾਤੀ, ਕਹਿੰਦਾ ਮੈਨੂੰ ਪਤਾ ਸੀ ਇਹ ਗਲਤ ਹੈ ਅਤੇ ਮੈਂ ਉਹਨੂੰ ਡਿਫੈਂਡ ਕੀਤਾ ਵੀ ਨਹੀਂ। ਦੋਨਾਂ ਮੀਆਂ ਬੀਬੀ ਨਾਲ ਕਹਿੰਦਾ ਸਿੰਡੀ ਮਕੇਨ ਖੜੀ, ਕਹਿੰਦਾ ਸਿੰਡੀ ਨੂੰ ਵੀ ਪਤਾ ਸੀ ਵੀ ਮੇਰੇ ਘਰ ਵਾਲਾ ਇਹਦੇ ਨਾਲ ਜਾਂਦਾ। ਕਹਿੰਦਾ ਇੰਨਾ ਝੂਠ, ਘਰ ਵਾਲੀ ਵੀ ਘਰ ਵਾਲੇ ਦੇ ਨਾਲ ਖੜ ਗਈ ਪਬਲਿਕ ਦੇ ਵਿੱਚ ਵੀ ਨੋ 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 ਇਹ ਗਲਤ ਨੇ ਨਿਊਯਾਰਕ ਟਾਈਮਜ਼ ਵਾਲੇ, ਇਸ ਤਰ੍ਹਾਂ ਨਹੀਂ ਹੋ ਸਕਦੀ। ਕਹਿੰਦਾ ਮੈਂ 36 ਸਾਲ ਦਾ ਸੀ ਜਦ ਮੈਨੂੰ ਕਹਿੰਦਾ ਮਕੇਨ ਨੇ ਇਮਾਨਦਾਰੀ ਅਤੇ ਵਿਸ਼ਵਾਸ ਪਾਤਰਤਾ ਕੀ ਹੁੰਦੀ ਹੈ ਉਹ ਸਮਝਾਈ। ਕਹਿੰਦਾ ਬਹੁਤ ਯੰਗ ਸੀ ਕਹਿੰਦਾ ਮੈਂ, ਅਤੇ ਹੁਣ ਇਹ 2008 ਦੀ ਗੱਲ ਹੈ ਅਤੇ ਹੁਣ ਉਹ 14-50 ਸਾਲ ਦਾ ਬੰਦਾ। ਕਹਿੰਦਾ ਹਾਰਡ ਲੈਸਨ ਦੋਨਾਂ ਦੇ ਵਿਚਾਰੇ ਕੀ ਆ ਵੀ ਇੰਟੈਗਰਿਟੀ ਨਹੀਂ ਕੋਈ ਗੱਲ ਹੈ, ਇਮਾਨਦਾਰੀ ਨਹੀਂ ਹੈ, ਵਿਸ਼ਵਾਸ ਪਾਤਰ ਆ, ਇਮਾਨਦਾਰੀ ਨੂੰ ਖੂਹ 'ਚ ਸਿੱਟ। ਕਹਿੰਦਾ ਜਦ ਹੁਣ ਸਿਰੇ 'ਤੇ ਕੈਂਪੇਨ ਚਲੇ ਗਈ ਅਤੇ ਉੱਧਰੋਂ ਉਹ ਰਿਲੇਸ਼ਨਸ਼ਿਪ ਦੀ ਗੱਲ ਹੋ ਗਈ ਅਤੇ ਇਹ ਬਾਹਰ ਆ ਕੇ ਮੁੱਕਰ ਗਿਆ। ਉਹ ਕੁੜੀ ਜਿਹੜੀ ਸੀ ਉਹਦਾ ਦਿਲ ਟੁੱਟ ਗਿਆ। ਉਹਨੇ ਕਹਿੰਦਾ ਜਸਟ ਫਰੈਂਡ ਕਹਿਤਾ, ਕਹਿੰਦਾ ਮੈਨੂੰ ਓਹਾਇਓ ਦੇ ਬੈਕ ਸਟੇਜ 'ਤੇ ਖੜਾ ਕੇ ਮਕੇਨ ਕਹਿੰਦਾ ਦਾ ਕੈਂਪੇਨ ਇਜ਼ ਓਵਰ ਅਤੇ ਹੁਣ ਤੇਰੇ ਹੱਥ 'ਚ ਆ ਵੀ ਤੇਰਾ ਕੰਮ ਹੈ, ਇਹਨੂੰ ਕਿਵੇਂ ਕਰਨਾ, ਖਤਮ ਹੈ, ਨਹੀਂ ਆਪਾਂ ਜਿੱਤ ਰਹੇ ਹਾਂ। ਉਹ ਇਹਦੇ ਵਿੱਚ ਸਾਰਾ ਕੀ ਦੇਣਾ ਚਾਹੁੰਦਾ ਵੀ ਇੱਕ ਦੇਸ਼ ਦਾ ਰਾਸ਼ਟਰਪਤੀ ਬਣ ਜਾ ਰਿਹਾ ਬੰਦਾ 2008 'ਚ, ਕਿਸ ਤਰ੍ਹਾਂ ਉਹਦੇ ਦੋ ਬੰਦੇ ਪੌਲ ਮੈਨਾਫੋਰਟ ਅਤੇ ਰਿਕ ਡੇਵਿਸ ਕਿਸ ਤਰ੍ਹਾਂ ਉਹਨੂੰ ਉਹਦੀ ਲੌਬੀ ਕਰਕੇ ਇੱਕ ਰਸ਼ੀਅਨ ਅਰਬਪਤੀ ਬੰਦੇ ਦੀ ਕਿਸ਼ਤੀ 'ਤੇ 1970 'ਚ ਲੈ ਕੇ ਜਾਂਦੇ ਨੇ, ਜਿਹੜੇ ਮੇਨ ਬੰਦੇ ਨੇ ਵਲਾਦੀਮੀਰ ਪੁਤਿਨ ਦੇ, ਅਤੇ ਇਹ ਬੰਦਾ ਜਾਂਦਾ ਅਤੇ ਇਹਨੂੰ ਸਭ ਪਤਾ ਹੈ। 1999 ਦੇ ਵਿੱਚ ਜਦ ਉਹ ਕਹਿੰਦਾ ਇਹ ਜਿਹੜੀ ਇਹ ਕੁੜੀ ਉਹਨੂੰ ਮਿਲਦੀ ਹੈ ਅਤੇ ਉਹਦੇ ਨਾਲ ਉਹ ਇਨਵੋਲਵ ਹੁੰਦਾ ਹੈ ਅਤੇ ਉਸ ਨੂੰ ਰੋਕਿਆ ਵੀ ਜਾਂਦਾ ਹੈ। ਕਹਿੰਦਾ ਜਾਂ ਤਾਂ ਇਹ ਸੀ ਵੀ ਮੈਨੂੰ ਉਹ ਕਹਿੰਦਾ ਬਈ ਜਦ ਮੈਨੂੰ ਕਹਿੰਦਾ ਉਹਨੇ ਰੋਕਿਆ ਅਤੇ ਮੇਰੇ ਅੱਖਾਂ 'ਚ ਅੱਖਾਂ ਪਾ ਕੇ ਕਹਿੰਦਾ ਵੀ ਇਹ ਰੇਸ ਵੀ ਜਿੱਤਣੀ ਆ ਪਰ ਮੇਰੀ ਉਹਦੇ ਨਾਲ ਲੌਂਗ ਰਿਲੇਸ਼ਨਸ਼ਿਪ ਰਹੀ ਹੈ ਬੋਏ, ਹੁਣ ਤੈਂ ਇਹਨੂੰ ਕਿਵੇਂ ਸਹੀ ਕਰਨਾ ਹੈ। ਉਹਦੇ ਬਾਅਦ ਕਹਿੰਦਾ ਘੱਟੋ ਘੱਟ 6 ਤੋਂ 7 ਮਹੀਨੇ ਕੋਈ ਵੀ ਈਵਨਿੰਗ ਨਹੀਂ ਜਿੱਦਣ ਮੈਂ 3 ਤੋਂ 4 ਘੰਟੇ ਉਹਦੇ ਨਾਲ ਫੋਨ 'ਤੇ ਗੱਲ ਨਹੀਂ ਕੀਤੀ, ਉਹਨੂੰ ਮਨਾਉਣ ਦੀ ਗੱਲ ਕੀਤੀ। ਉਹ ਮੈਨੂੰ ਗਾਲਾਂ ਕੱਢਦੀ। ਇੱਕ ਵਾਰ ਕਹਿੰਦਾ ਮੈਂ ਗੱਲ ਕਰ ਰਿਹਾ ਸੀ, ਮੇਰੇ ਜਵਾਕ ਨੇ ਪਿੱਛੋਂ ਚੰਗਿਆੜ ਮਾਰੀ, ਉਹ ਮੈਨੂੰ ਕਹਿੰਦੀ ਬਈ ਮੈਂ ਵਿਸ਼ ਕਰਦੀ ਹਾਂ ਤੇਰੇ ਇਹ ਜਵਾਕ ਮਰ ਜਾਣ, ਫਿਰ ਤੈਨੂੰ ਪੇਨ ਹੋਵੇ। ਇੱਕ ਲਵਰ ਦੇ ਨਾਲ ਰਿਲੇਸ਼ਨ 'ਚ ਰਹਿਣ ਵਾਲਾ ਬੰਦਾ ਜਿਹਦੇ ਨਾਲ ਮੈਂ ਸੁੱਤੀ, ਉਹਨੇ ਮੈਨੂੰ ਗੁੱਡ ਫਰੈਂਡ ਕਹਿ ਕੇ ਮੈਨੂੰ ਕਿਵੇਂ ਤੋੜਿਆ, ਮੇਰੀ ਰਿਲੇਸ਼ਨਸ਼ਿਪ ਨੂੰ ਕਿਵੇਂ ਜਿਹੜਾ ਤੋੜਿਆ। ਕਹਿੰਦਾ ਉਹਦਾ ਫੋਨ ਮਿਲਦਾ ਉਸੇ ਮਕੇਨ ਦਾ ਆ ਜਾਂਦਾ, ਕਹਿੰਦਾ ਮੈਂ ਝੂਠ ਬੋਲਿਆ। ਇਸੇ ਤਰ੍ਹਾਂ ਹੀ ਕਹਿੰਦਾ ਵਾਈਸ ਪ੍ਰੈਜ਼ੀਡੈਂਟ ਅਸੀਂ ਚੁਣਨੀ ਸੀ, ਸਾਡੇ ਕੋਲ ਪਹਿਲਾਂ ਅਸੀਂ ਵਾਈਸ ਪ੍ਰੈਜ਼ੀਡੈਂਟ ਦੇ ਤੌਰ 'ਤੇ ਪਹਿਲਾਂ ਜੋ ਲਿਬਰਮੈਨ ਦੀ ਕੋਸ਼ਿਸ਼ ਕਰ ਰਹੇ ਸੀ ਅਤੇ ਉਹਦੇ ਲਈ ਲਿੰਜ਼ੇ ਗ੍ਰੈਹਮ ਨੇ ਉਹਦੀ ਜਿਹੜੀ ਅਗੇਂਸਟ ਕਰਤੀ। ਸਾਡੇ ਕੋਲ 2 ਬੰਦੇ ਰਹਿ ਗਏ, ਮਿਟ ਰੋਮਨੀ ਅਤੇ ਟਿਮ ਪਾਲੈਂਟਰੀ। ਅਤੇ
ਪਰ ਕਹਿੰਦਾ ਪਤਾ ਹੀ ਨਹੀਂ ਕਿੱਥੋਂ ਜੌਨ ਮਕੇਨ ਨੇ ਸਾਰਾ ਪੈਲਨ ਨੂੰ ਚੁਣ ਲਿਆ। ਸਾਰਾ ਪੈਲਨ ਜਿਹੜੀ ਹੈ ਉਹ ਅਲਾਸਕਾ ਦੀ ਗਵਰਨਰ ਸੀ, ਟੀ ਪਾਰਟੀ ਵਾਲੀ, ਤੁਹਾਨੂੰ ਪਤਾ ਹੈ, ਫੇਮਸ ਰਾਈਟ ਵਿੰਗ ਆਈਡੀਓਲੋਜੀ। ਕਹਿੰਦਾ ਉੱਧਰ ਚੁਣਦੇ ਫਿਰਦੇ ਸੀ। ਕਹਿੰਦਾ ਉੱਧਰੋਂ ਉਹ ਲੌਬੀਇਸਟ ਜਿਹੜੀ ਕੁੜੀ ਨਾਲ ਉਹਦੇ ਸੰਬੰਧ ਸੀ, ਕਹਿੰਦਾ ਜੌਨ ਮਕੇਨ ਦੇ ਸੈਨੇਟ ਚੀਫ ਆਫ ਸਟਾਫ ਨੂੰ ਉਹਨੇ ਫੋਨ ਕੀਤਾ ਬਈ ਮੈਂ ਗਰਾਜ ਆਪਣਾ ਬੰਦ ਕਰ ਲਿਆ, ਗੱਡੀ ਮੇਰੀ ਆਨ ਹੈ ਅਤੇ ਮੈਂ ਸੁਈਸਾਈਡ ਕਰ ਰਹੀ ਹਾਂ, ਮੈਂ ਟੁੱਟ ਗਈ। ਉਹ ਝੂਠ ਬੋਲ ਰਿਹਾ ਬੰਦਾ, ਮੇਰੇ ਨਾਲ ਉਹਦੇ ਰਿਲੇਸ਼ਨ ਸੀ, ਉਹ ਮੈਨੂੰ ਗੁੱਡ ਫਰੈਂਡ ਕਹਿ ਰਿਹਾ। ਕਹਿੰਦਾ ਮੈਨੂੰ ਉਸੇ ਸਮੇਂ ਚੀਫ ਨੇ ਫੋਨ ਕੀਤਾ, ਕਹਿੰਦਾ ਮੈਂ ਉਹਨੂੰ ਕਿਹਾ ਵੀ ਛੇਤੀ 911 ਕਰਕੇ ਇਹਨੂੰ ਬਚਾ। ਉਹਦੇ ਬਾਅਦ ਸਾਰਾ ਪੈਲਨ ਕਹਿੰਦਾ ਚੁਣ ਲਈ। ਉਹਦੇ ਬਾਅਦ ਆਪ ਮਕੇਨ ਨੇ ਚੁਣੀ, 3 ਘੰਟਾ ਉਹਨਾਂ ਨਾਲ ਬੰਦ ਕਮਰਾ ਕਹਿੰਦਾ ਮੀਟਿੰਗ ਕੀਤੀ, ਸਾਨੂੰ ਆ ਕੇ ਦੱਸਤਾ। ਉਸ ਤੋਂ ਬਾਅਦ ਕਹਿੰਦਾ ਹਾਰਨ ਤੋਂ ਬਾਅਦ ਕਹਿੰਦਾ ਸਾਰਾ ਪੈਲਨ, ਮੈਂ ਉਹਦੀ ਵਿਰੋਧਤਾ ਕੀਤੀ, ਕਹਿੰਦਾ ਉਹਨੇ ਸਿੱਧਾ ਮੇਰੇ 'ਤੇ ਹਮਲਾ ਕਰਤਾ ਵੀ ਇਹ ਮਾਰਕ ਸਾਲਟਰ ਅਤੇ ਜਿਹੜਾ ਸਟੀਵ ਸ਼ਮਿਟ ਆ, ਇਹ ਜਿਹੜਾ ਸਾਡੀਆਂ ਲੀਕ ਕਰਦੇ ਰਹੇ ਗੱਲਾਂ ਬਾਤਾਂ, ਅਤੇ ਇਹਦੇ ਕਰਕੇ ਅਸੀਂ ਚੋਣ ਹਾਰਿਆ। ਕਹਿੰਦੀ ਮੈਨੂੰ ਹਰ ਰੋਜ਼ ਉਹ ਕਹਿੰਦਾ ਹਰ ਰੋਜ਼ ਮੈਨੂੰ ਉਹ ਬਦਨਾਮ ਕਰੇ। ਕਹਿੰਦਾ ਮੈਂ ਆਪਣੇ ਬੌਸ ਨੂੰ ਕਿਹਾ ਮਕੇਨ ਇਹਨੂੰ ਬਚਾਓ, ਕਹਿੰਦਾ ਜੇ ਤੈਨੂੰ ਮੈਂ ਬਚਾ ਲਿਆ ਉਹਨੇ ਮੇਰੇ ਵੱਲ ਨੂੰ ਹੋ ਜਾਣਾ। ਕਹਿੰਦਾ ਫਿਰ ਮੇਰਾ ਤੀਜੇ ਵਾਰ ਦਿਲ ਟੁੱਟਿਆ ਬਈ ਇਹ ਕਹਾਣੀ ਕੀ ਹੈ। ਕਹਿੰਦਾ ਐਡਾ ਬਰੇਵ ਬੰਦਾ ਜਿਹੜਾ ਦੇਸ਼ ਲਈ ਲੜਿਆ ਅਤੇ ਦੇਸ਼ ਲਈ ਸ਼ਹੀਦ ਹੋਣ ਤੱਕ ਗਿਆ, ਲੱਤਾਂ ਬਾਹਾਂ ਤੋੜਤੀਆਂ, ਸਾਲਾਂ ਬੱਧੇ ਵੀਅਤਨਾਮੀਆਂ ਨੇ ਟੌਰਚਰ ਕੀਤਾ, ਰਾਜਨੀਤਿਕ ਬਣ ਕੇ ਕਿੱਧਰ ਜਾ ਵੜਿਆ। ਸਾਰਾ ਕੁਝ ਸਾਨੂੰ ਕਹਿੰਦਾ ਪਤਾ ਹੈ ਬਈ ਪਾਲ ਮੈਨਾਫੋਰਟ ਅਤੇ ਰਿਕ ਡੇਵਿਸ ਕੀ ਕਰ ਰਹੇ ਨੇ। ਆਈਮੈਨ ਜਿਹੜੀ ਕਿਹੜੀ ਹੈ, ਮੇਰੇ ਸਾਹਮਣੇ ਕਹਿੰਦਾ 14 ਤੋਂ 15 ਵਾਰ ਆ ਜਦ ਮੇਰੇ ਸਾਹਮਣੇ ਉਹਨੇ ਫੇਵਰ ਕੀਤੀ ਹੈ। ਅਤੇ ਕਿਵੇਂ ਉਹਦੇ ਪ੍ਰਾਈਵੇਟ ਜੈੱਟ ਦੇ ਵਿੱਚ ਜਿਹਦੇ ਲਈ ਉਹ ਕੰਮ ਕਰਦੀ ਸੀ, ਉਹ ਇੱਕ ਟੈਲੀਵਿਜ਼ਨ ਕੰਪਨੀ, ਇੱਕ ਕਮਿਊਨੀਕੇਸ਼ਨ ਕੰਪਨੀ ਦੇ ਲਈ ਪੈਕਸਨ ਜਿਹੜੀ ਕਮਿਊਨੀਕੇਸ਼ਨ ਸੀ, ਉਸ ਸਮੇਂ ਸੈਨੇਟਰ ਤੋਂ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਜਿਹੜਾ FCC ਆ ਉਹਨੂੰ ਚਿੱਠੀਆਂ ਲਿਖਾ ਕੇ ਉਹਦੇ ਕੇਬਲ TV ਤੋਂ ਉਹਨੂੰ ਨੈਸ਼ਨਲ TV ਜਿਹੜਾ ਪਿਟਸਬਰਗ ਦੇ ਵਿੱਚ ਉਹਨੂੰ ਬਣਾਉਣ ਦੀ ਉਹ ਕੋਸ਼ਿਸ਼ ਕਰ ਰਹੀ ਸੀ। ਅਤੇ ਉਹਦੇ ਸਮੇਂ ਕਹਿੰਦਾ ਮੇਰੇ ਸਾਹਮਣੇ ਪਤਾ ਹੀ ਨਹੀਂ ਕਿੰਨੀ ਵਾਰ ਮਕੇਨ ਨੇ ਫੋਨ ਕੀਤੇ, ਚਿੱਠੀਆਂ ਲਿਖੀਆਂ ਉਹਦੇ ਲਈ। ਅਤੇ ਉਹ ਅਕਸਰ ਇਹ ਪੈਕਸਨ ਉਹਨਾਂ ਦੇ ਕਹਿੰਦਾ ਜੈੱਟ ਦੇ ਵਿੱਚ ਉਹਨਾਂ ਨਾਲ ਸਫ਼ਰ ਕਰਦਾ। ਲੋਕਾਂ ਨੂੰ ਉਹ ਕਹਿੰਦਾ ਵਾਸ਼ਿੰਗਟਨ ਤੋਂ ਐਰੀਜ਼ੋਨਾ ਫੀਨਿਕਸ ਮੈਂ ਡਾਇਰੈਕਟ ਫਲਾਈਟ 'ਚ ਨਹੀਂ ਆਉਣਾ, ਮਹਿੰਗੀ ਪੈਂਦੀ ਹੈ, ਮੈਂ ਘੁੰਮ ਕੇ ਆਉਣਾ। ਅਤੇ ਫਿਰ ਨਾਲ ਹੀ ਸੇਮ ਟਾਈਮ 'ਤੇ ਅਮੀਰ ਬੰਦਿਆਂ ਦੇ ਜੈਟਾਂ ਦੇ ਵਿੱਚ ਮਕੇਨ ਤੁਰਿਆ ਫਿਰਦਾ। ਕਹਿੰਦਾ ਉਹਦੇ ਬਾਅਦ ਕਹਿੰਦਾ ਜਦ ਵੀ ਮੈਂ ਆਪਣੇ ਆਪ ਨੂੰ ਡਿਫੈਂਡ ਕੀਤਾ, ਇੱਕ ਇਹਨੇ ਕਿਤਾਬ ਲਿਖਿਆ ਗੇਮ ਚੇਂਜ, ਕਹਿੰਦਾ 60 ਮਿੰਟ 'ਤੇ, ਹਾਲਾਂਕਿ ਮੈਂ ਉਹਦੀ ਗੱਲ ਨਹੀਂ ਕੀਤੀ। ਕਹਿੰਦਾ ਇਹ ਬੰਦਿਆਂ ਦੇ ਲਈ ਜਿਹੜੇ ਅਸੀਂ ਕੰਮ ਕਰਦੇ ਹਾਂ, ਇਹਨਾਂ ਨੂੰ ਇਹ ਜਿੰਨੇ ਵੀ ਰਾਜਨੀਤਿਕ ਬੰਦੇ ਨੇ ਉਹ ਕੁਆਇਨ ਆਪਰੇਟਡ ਸਮਝਦੇ ਨੇ, ਅਤੇ ਹੈ ਵੀ। ਕਹਿੰਦਾ ਕੰਮ ਲੈਂਦੇ ਨੇ। ਆ ਜਿਹੜੇ ਬੰਦਿਆਂ ਨੇ ਨਾਂ ਦੱਸੇ ਨੇ, ਇਹੀ ਨਾਂ ਹੁਣ ਸਰਪੰਚ ਦੇ ਆਲੇ ਦੁਆਲੇ ਸੀ। ਮਕੇਨ ਦੇ ਨਾਲ ਪਾਲ ਮੈਨਾਫੋਰਟ ਵਰਗੇ ਕਿੱਥੇ ਪੈਟਰੀਓਟਿਜ਼ਮ ਦੀ ਗੱਲ, ਅਮਰੀਕਨ ਦੀ ਗੱਲ, ਇੱਕ ਬੰਦਾ ਦੇਸ਼ ਲਈ ਲੜਿਆ, ਕਿੱਥੇ ਲਿਜਾ ਕੇ ਉਹਨਾਂ ਨੂੰ ਓਲੀਗਾਰਕਾਂ ਦੀਆਂ ਯਾਟਸ ਦੇ ਵਿੱਚ ਚੜ੍ਹਾ ਦਿੱਤਾ ਲਿਜਾ ਕੇ। ਵਿਕਟਰ ਵਰਗੇ ਜਿਹੜੇ ਵਿਵਾਦਗ੍ਰਸਤ ਪਪਟ ਜਿਹੜਾ ਪੁਤਨ ਦਾ ਬੰਦਾ, ਉਹਦੇ ਲਈ ਉਹ ਕਿਵੇਂ ਇਹ ਕੰਮ ਕਰਦਾ ਗਿਆ। ਅਤੇ ਬੇਸਿਕਲੀ ਇਹਦੇ ਵਿੱਚ ਜਿਹੜਾ ਇਸ 15 ਸਾਲ ਦੀ ਉਹਨੇ ਕੈਂਪੇਨ ਕਹਿੰਦਾ ਮੈਂ ਜਿਹੜੀ ਮੈਂ ਲੜੀ, ਉਹਦੇ ਵਿੱਚ ਸੱਚ ਅਤੇ ਝੂਠ ਨੇ ਮੇਰੇ ਸਾਹਮਣੇ। ਉਹਨੇ ਕਹਿੰਦਾ ਚਿਹਰਾ ਜਿਹੜਾ ਮੈਂ ਵੇਖਿਆ ਹੈ ਰਾਜਨੀਤਿਕ ਬੰਦਿਆਂ ਦਾ, ਉਹਨਾਂ ਨੇ ਮੈਨੂੰ ਇੰਨਾ ਤੋੜ ਦਿੱਤਾ। ਕਹਿੰਦਾ ਮੈਨੂੰ ਸੇਮ ਟੋਕਨ 'ਤੇ ਉਸ ਲੇਡੀ ਜਿਹੜੀ ਉਸ ਸਮੇਂ ਇਹ ਤੋਂ 30 ਸਾਲ ਛੋਟੀ ਸੀ, ਉਹਦੇ ਨਾਲ ਇਹਦੇ ਕਿਵੇਂ ਸੰਬੰਧ ਹੋਏ, ਕਿਵੇਂ ਉਹ ਇਹਦੇ ਲਈ ਲੌਬੀਇਸਟ ਦੇ ਤੌਰ 'ਤੇ ਕੰਮ ਕਰਾਉਂਦੀ ਰਹੀ, ਕਿਵੇਂ ਉਸ ਕਮਿਊਨੀਕੇਸ਼ਨ ਪੈਕਸ ਕਮਿਊਨੀਕੇਸ਼ਨ ਦੇ ਜੈਟਾਂ ਦੇ ਵਿੱਚ ਝੂਟੇ ਲੈਂਦਾ ਰਿਹਾ। ਕਹਿੰਦਾ ਕਿਵੇਂ ਇਹਦੀ ਘਰ ਵਾਲੀ ਨੂੰ ਸਭ ਪਤਾ ਸੀ, ਸਿੰਡੀ ਮਕੇਨ ਨੂੰ, ਵੀ ਇਹ ਕੀ ਹੈ, ਪਰ ਉਹ ਕਹਿੰਦਾ ਜਾਣ ਕੇ ਉਹ ਅੱਖਾਂ ਫੇਰ ਲੈਂਦੀ। ਕਿਸ ਤਰ੍ਹਾਂ ਕੀਟਿੰਗ ਨੇ ਐਰੀਜ਼ੋਨਾ ਦੇ ਵਿੱਚ ਫੀਨਿਕਸ ਦੇ ਵਿੱਚ $3.5 ਅਰਬ ਦਾ ਸਕੈਮ ਕੀਤਾ, ਜਿਹਦੇ 'ਚ ਇਹਦੀ ਘਰ ਵਾਲੀ ਇਨਵੋਲਵ ਸੀ। ਹੁਣ ਇਹ ਬੰਦਾ ਇਹ ਵੇਖਦਾ ਰਿਹਾ। ਮੇਰਾ ਜਿਹੜਾ ਤੁਹਾਡੇ ਨਾਲ ਗੱਲ ਕਰਨ ਦਾ ਢੰਗ ਹੈ, ਰਾਜਨੀਤਿਕ ਬੰਦਿਆਂ ਦੇ ਸੱਚ ਅਤੇ ਝੂਠ ਜਿਹੜੇ ਨੇ, ਉਹਨਾਂ ਦੇ ਪਰਦੇ ਜਿਹੜੇ ਪਾਉਂਦੇ ਨੇ, ਏਡ ਹੋ ਗਏ, ਮੀਡੀਆ ਹੋ ਗਿਆ ਜਾਂ ਲਾ ਲਓ, ਪਰ
ਵੱਡਾ ਜਿਹੜਾ ਇਸ਼ੂ ਹੈ ਜਿਹੜਾ ਇਸ ਨੇ ਲਿਖਿਆ ਬੰਦੇ ਨੇ, ਉਹ ਕਹਿੰਦਾ ਵੀ ਮੇਰੇ ਤੇ ਇੰਨਾ ਵਜ਼ਨ ਸੀ, ਮੈਂ ਉਸ ਪੇਨ ਦੇ ਵਿੱਚੋਂ ਲੰਘ ਰਿਹਾ ਸੀ ਵੀ ਮੈਨੂੰ ਸਭ ਕੁਝ ਪਤਾ ਹੁੰਦਾ, ਕਹਿੰਦਾ ਮੈਂ ਪਬਲਿਕ ਕੀਤਾ। ਸੱਚ ਤੇ ਝੂਠ ਦੀ ਜਿਹੜੀ ਇੱਕ ਪਿਰਤ ਹੈ, ਝੂਠ ਤੁਹਾਡੀ ਜ਼ਿੰਦਗੀ ਦੇ ਵਿੱਚ ਦਰਦ ਦਿੰਦਾ ਹੈ, ਤੇ ਉਹ ਝੂਠ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਤੁਹਾਨੂੰ ਕੀ ਕਰਨਾ ਪੈਣਾ। ਇਹਨੇ ਅੱਜ ਸਨਸਨੀ ਫੈਲਾਈ ਪਈ ਆ ਅਮਰੀਕਾ ਦੀ ਰਾਜਨੀਤੀ ਦੇ ਵਿੱਚ। ਜਦ ਸਟੀਵ ਸ਼ਮਿਟ ਨੇ ਬਾਹਰ ਨਿਕਲ ਕੇ ਦੇਖਿਆ, ਬਹੁਤ ਵੋਕਲ ਹੈ ਬੰਦਾ, ਜਾਂ ਉਹਨੇ ਦੱਸਿਆ ਕਿ ਕੀ ਕਹਾਣੀ ਹੈ, ਕੀ ਮੇਰੇ ਸਾਹਮਣੇ ਹੁੰਦਾ ਰਿਹਾ, ਕਿਵੇਂ ਉਸ ਲੇਡੀ ਜਿਹਦੇ ਨਾਲ ਮਕੇਨ ਸੌਂਦਾ ਰਿਹਾ, ਜਾਂ ਉਹਨੂੰ ਜਸਟ ਫਰੈਂਡ ਕਿਹਾ, ਤੇ ਘਰ ਵਾਲੀ ਨਾਲ ਖੜੀ ਹੈ, ਤੇ ਘਰ ਵਾਲੀ ਨੂੰ ਪਤਾ ਹੈ ਵੀ ਮੇਰੇ ਘਰ ਵਾਲਾ ਉਹਦੇ ਨਾਲ ਜਾਂਦਾ ਹੈ। ਦੋਨਾਂ ਨੇ ਇੱਕ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਆਪਣੇ ਆਪ ਨੂੰ ਬਚਾਉਣ ਦੇ ਲਈ, ਕਿਉਂਕਿ ਪ੍ਰੀਲਿਮਿਨਰੀ 2 ਸਾਲ ਦਾ ਸਮਾਂ ਸੀ, ਅਖੀਰ ਦੇ ਵਿੱਚ ਕਹਿੰਦਾ ਰਿਪਿਊਟਡ ਜਰਨਲਿਸਟਾਂ 4 ਨੇ ਜਾਂ ਸੱਚ ਬੋਲਣ ਦੀ ਕੋਸ਼ਿਸ਼ ਕੀਤੀ, ਉਹਨੂੰ ਕਹਿੰਦਾ ਕਿਵੇਂ ਅਸੀਂ ਸਨੱਬ ਕੀਤਾ ਤੇ ਉਹਨੂੰ ਝੂਠ ਮੈਂ ਕਿਵੇਂ ਬਣਾਇਆ, ਤੇ ਸਭ ਕੁਝ ਮੈਨੂੰ ਵੀ ਪਤਾ ਸੀ। ਉਹ ਤੇ ਘਰ ਵਾਲੀ ਨੂੰ ਵੀ ਕਹਿੰਦਾ, ਮੈਂ ਤਾਂ ਚੱਲ ਏਡ ਸੀ, ਉਹਦਾ ਨਾਲ ਕੰਮ ਕਰਦਾ ਸੀ, ਘਰ ਵਾਲੀ ਨੂੰ ਪਤਾ ਸੀ ਵੀ ਮੇਰੇ ਘਰ ਵਾਲੇ ਦੀ ਕੀ ਸੰਬੰਧ ਨੇ। ਉਹਦੇ ਨਾਲ ਉਹ ਵੀ ਟੁੱਟ ਗਈ, ਜਿਹਨੂੰ ਉਹਨੇ ਜਸਟ ਫਰੈਂਡ ਕਿਹਾ। ਉਹ ਕਹਿੰਦਾ ਮੈਨੂੰ 5 ਮਹੀਨੇ ਲੱਗੇ ਉਹਨੂੰ ਮਨਾਉਣ ਲਈ। ਉਹ ਕਹਿੰਦੀ ਮੈਂ ਪਬਲਿਕ ਆਉਣਾ, ਕਹਿੰਦਾ ਮੈਂ ਉਹਨੂੰ ਮਿੰਨਤਾਂ 5 ਮਹੀਨੇ ਕਰਦਾ ਅਖੀਰ ਉਹ ਮੰਨ ਗਈ। ਪਰ ਵੋਟਾਂ 'ਚ ਓਬਾਮਾ ਤੋਂ ਜਿਹੜਾ ਮਕੇਨ ਹਾਰ ਗਿਆ, ਸੈਨੇਟਰ ਮਕੇਨ। ਵਪਾਰਕ ਸੰਦੇਸ਼ਾਂ ਤੋਂ ਬਾਅਦ ਇਸ ਦੇ ਬਾਰੇ ਤੁਸੀਂ ਵੀ ਗੱਲਬਾਤ ਕਰਿਓ ਕਿ ਸਾਰੀ ਗੱਲਬਾਤ ਦੇ ਵਿੱਚੋਂ ਤੁਸੀਂ ਕੀ ਮਹਿਸੂਸ ਕਰਦੇ ਹੋ। ਰਾਜਨੀਤਿਕ ਬੰਦਿਆਂ ਦਾ ਚਿਹਰੇ ਮੋਹਰੇ, ਉਹਨਾਂ ਦੇ ਪਿੱਛੇ ਲੁਕੀ ਉਹਨਾਂ ਦੀ ਸ਼ਖਸੀਅਤ, ਸੱਚ ਤੇ ਝੂਠ ਦਾ ਜਿਹੜਾ ਕੰਮ ਵਣਜ ਕਰਦੇ ਲੋਕਾਂ ਦੇ ਲਈ ਕੀ ਸੁਨੇਹਾ। 604 204 0600 ਬਹੁਤ ਵੱਡਾ ਇੱਕ ਐਡੀਟੋਰੀਅਲ ਇਹਨਾਂ 4 ਬੰਦਿਆਂ ਨੇ ਮਕੇਨ ਦੇ ਲਈ 2008 ਜਦੋਂ ਸਿਰੇ 'ਤੇ ਸੀ ਕੈਂਪੇਨ ਲਈ, ਫਾਰ ਮਕੇਨ ਸੈਲਫ ਕੌਨਫੀਡੈਂਸ ਔਨ ਐਥਿਕਸ ਪੋਜਸ ਇਟਸ ਓਨ ਰਿਸਕ, ਇਹਦੇ ਥੱਲੇ ਛਾਪਿਆ ਸੀ। ਕਿਉਂਕਿ ਉਹਨਾਂ ਨੂੰ ਸਭ ਪਤਾ ਲੱਗਿਆ ਸੀ ਵੀ ਵਿੱਕੀ ਆਈਸਮੈਨ ਜਿਹੜੀ ਉਹਦੇ ਨਾਲ ਕੀ ਰਿਲੇਸ਼ਨ ਨੇ, ਕਿਸ ਤਰ੍ਹਾਂ ਕੀ ਹੋਇਆ। ਪਰ ਘਰ ਵਾਲੀ ਨਾਲ ਖੜ ਗਈ, ਏਡ ਦੇ ਤੌਰ 'ਤੇ ਸਟੀਵ ਸ਼ਮਿਟ ਹੋਣੀ ਨਾਲ ਖੜ ਗਏ, ਪਰ ਅਖੀਰ ਝੂਠ ਨੇ ਵਜ਼ਨ ਇੰਨਾ ਦਿੱਤਾ। ਅਤੇ ਅੱਜ ਉਸ ਬੰਦੇ ਨੇ ਦੁਨੀਆ ਦੇ ਸਾਹਮਣੇ ਦੱਸਿਆ ਵੀ ਐਗਜ਼ੈਕਟਲੀ ਹੋਇਆ ਕੀ ਹੈ। ਇਦੋਂ ਪਹਿਲਾਂ ਠੀਕ ਹੈ ਉਹ ਸੰਬੰਧਾਂ ਦੇ ਬਾਰੇ ਤਾਂ ਦੱਸ ਦਿੱਤਾ ਸੀ ਨਿਊਯਾਰਕ ਪੋਸਟ ਨੇ, ਅਤੇ ਪਰ ਅਸਲ ਕਹਾਣੀ ਕੀ ਹੋਈ ਜਿਹੜੀ ਉਹਦੇ ਸਾਹਮਣੇ ਹੋਈ। ਇਹ ਸੱਚ ਤੇ ਝੂਠ ਦਾ ਜਿਹੜਾ ਵਰਤਾਰਾ ਦੁਨੀਆ 'ਚ ਚੱਲਦਾ ਹੈ, ਇਹਦੇ ਤੋਂ ਕਿਵੇਂ ਤੁਸੀਂ ਬਾਹਰ ਨਿਕਲ ਸਕਦੇ। ਕੁਆਇਨ ਫਲਿੱਪਰ ਜਿਹੜੇ ਕੁਆਇਨ ਆਪਰੇਟਰ ਨੇ ਜਿਹੜੇ ਪੈਸੇ ਦੇ ਲਾਲਚ ਨਾਲ ਤੁਹਾਡੇ ਆਲੇ ਦੁਆਲੇ ਤੁਰੇ ਫਿਰਦੇ ਬੰਦੇ ਕਦ ਤੁਹਾਨੂੰ ਵੱਢ ਖਾ ਸਕਦੇ ਨੇ, ਉਹਨਾਂ ਦੀ ਗੱਲ 4 ਬੰਦਿਆਂ ਦੀ, ਜਿਹੜੇ ਉਹੀ ਬੰਦੇ ਸਰਪੰਚ ਦੇ ਨਾਲ, ਟਰੰਪ ਦੇ ਨਾਲ ਵੀ ਉਹਨਾਂ ਦੇ, ਪੌਲ ਮੈਨਾਫੋਰਟ ਉਹਨਾਂ ਦੇ ਨਾਂ, ਰਿਕ ਡੇਵਿਸ ਦੇ ਨਾਂ, ਰੋਜਰ ਸਟੋਨ ਦੇ ਨਾਂ, ਉਹੀ ਬੰਦੇ ਨੇ ਜਿਹੜੇ ਮਕੇਨ ਦੇ ਨਾਲ 2008 ਦੇ ਵਿੱਚ ਸੀ। ਇਹ ਬੰਦੇ ਉੱਥੇ ਹੀ ਰਹਿੰਦੇ ਆ। ਜਦ ਨਵਾਂ ਬੰਦਾ ਆ ਗਿਆ ਤਾਂ ਨਵੇਂ ਲੀਡਰ ਨੂੰ ਜਦੇ ਚਿੰਬੜ ਜਾਣਾ। ਅਤੇ ਪੌਲ ਮੈਨਾਫੋਰਟ ਵਰਗੇ ਇੱਕ ਦੇਸ਼ 'ਚ ਰਹਿੰਦੇ ਹੋਏ ਕਿਵੇਂ ਸੰਬੰਧ ਬਣਾਉਂਦੇ ਫਿਰਦੇ ਨੇ, ਕਿਵੇਂ ਵਿਕਟਰ ਦੇ ਨੇੜੇ ਨੇ, ਉਹਦੇ ਕਰਕੇ ਉਹਨੂੰ ਸਜ਼ਾ ਵੀ ਹੋਈ। ਰੋਜਰ ਸਟੋਨ, ਰਿਕ ਗੇਟਸ, ਪੌਲ ਮੈਨਾਫੋਰਟ, ਜਿਵੇਂ ਮੈਂ ਪਹਿਲਾਂ ਦੱਸਿਆ। ਪ੍ਰਭਜੋਤਪਾਲ ਸਿੰਘ ਜੀ, ਇਹ ਰਾਜਨੀਤਿਕ ਬੰਦਿਆਂ ਦੇ ਜਾਂ ਸੱਚ ਤੇ ਝੂਠ ਦੇ ਬਾਰੇ ਤੁਸੀਂ ਕੀ ਸੋਚਦੇ ਹੋ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ। ਹਾਂਜੀ ਭਾਈ ਸਾਹਿਬ, ਦੇਖੋ ਅੱਜ ਜਿਹੜਾ ਹੁਣ ਜਦੋਂ ਕਿਸੇ ਨੇ ਗੱਲ ਵੀ ਕਰਨੀ ਹੈ, ਇਹੋ ਹੀ ਕਹਿਣਾ ਆ ਵੀ ਆ ਜੋ ਕੁਛ ਹੈਗਾ ਆ, ਜਿਹਨਾਂ ਨੂੰ ਬਹੁਤ ਸੱਚੇ ਸੁੱਚੇ ਸਮਝਿਆ ਜਾਂਦਾ ਸੀ, ਵਧੀਆ ਜਿਹੜੇ ਸਾਡੇ ਉਮੀਦਵਾਰ ਸੀ, ਜਿਨ੍ਹਾਂ ਨੇ ਫੌਜ 'ਚ ਵੀ ਸਰਵ ਕੀਤਾ, ਦੇਸ਼ ਲਈ ਸੇਵਾ ਕੀਤੀ, ਉਹ ਵੀ ਇਹੋ ਜਿਹੇ ਬੰਦੇ ਆ ਤੇ ਰਾਜਨੀਤੀ ਇਹੋ ਜਿਹੀ ਹੁੰਦੀ ਆ। ਅੱਜ ਗੱਲ ਨੂੰ ਇੱਥੇ ਲਿਆ ਕੇ ਅਸੀਂ ਖੜਾ ਕਰ ਦਿੱਤਾ, ਜਿਹੜਾ ਪੈਸੇ ਧੇਲੇ ਨਾਲ ਹੀ ਗੱਲ ਚੱਲਦੀ ਹੈਗੀ ਆ, ਜਿੱਦਾਂ ਇਹਦੇ ਵਿੱਚ ਵੀ ਸਾਰੀ ਪੈਸੇ ਦੇ ਦੁਆਲੇ ਜਿਹੜੀ ਗੱਲ ਆ ਜਾਂ ਬੇਈਮਾਨੀ ਤੇ ਸਾਰਾ ਹੈਗਾ। ਸੋ ਜਿਹੜੀ ਗੱਲ, ਜਦੋਂ ਜਿਹੜਾ ਬੇਈਮਾਨ ਆਦਮੀ ਆ ਨਾ, ਉਹ ਇਸ ਗੱਲ ਤੋਂ ਬਲ ਲੈਂਦਾ ਆ ਵੀ ਗੱਲ ਇਹ ਹੁੰਦੀ ਏਦਾਂ ਆ, ਹੋਣੀ ਏਦਾਂ ਚਾਹੀਦੀ ਆ, ਜਿਹੜਾ ਆ ਦੂਏ ਪਾਸੇ ਨੂੰ ਚੱਲਦਾ। ਇਹਦੇ ਵਿੱਚੋਂ ਜਿਹੜਾ ਅਸਲ ਜਿਹੜਾ ਮਤਲਬ ਨਿਕਲਦਾ ਉਹ ਇਹੋ ਆ ਵੀ ਜੇ ਕਿਤੇ ਉਹਨੇ ਇੱਕ ਥਾਂ ਵੀ ਆਪਣੀ ਜ਼ਿੰਮੇਵਾਰੀ ਨਿਭਾਈ ਹੁੰਦੀ, ਜਿਹੜਾ ਹਰ ਬੰਦਾ ਸੋਚਣ ਲੱਗ ਪਵੇ ਵੀ ਇੱਥੇ ਮੇਰੀ ਜ਼ਿੰਮੇਵਾਰੀ ਆ, ਮੈਂ ਆਹ ਕੰਮ ਨਹੀਂ ਹੋਣ ਦੇਣਾ, ਇਹ ਗਲਤ ਆ, ਗਲਤ ਜੇ ਇਹ ਅੱਜ ਅਸੀਂ ਇੰਨਾ ਕੁ ਹੋਣ ਦਿੱਤਾ, ਕੱਲ ਨੂੰ ਇਹ ਹੋਰ ਵਧੂਗਾ।
ਤੇ ਗੱਲ ਚੰਗੇ ਪਾਸੇ ਨੂੰ ਤੁਰ ਸਕਦੀ ਆ। ਘਾਟ ਉਹਨਾਂ ਬੰਦਿਆਂ ਦੀ ਆ ਜਿਹੜਾ ਚੰਗੇ ਪਾਸੇ ਨੂੰ ਨਹੀਂ ਤੁਰਦੇ, ਇਹੋ ਜਿਹੇ ਮਾੜੀਆਂ ਗੱਲਾਂ ਦਾ ਸਹਾਰਾ ਲੈ ਕੇ ਫੇਰ ਕਹਿੰਦੇ ਰਾਜਨੀਤੀ ਹੁੰਦੀ ਇਹੋ ਆ। ਸੋ ਉਹ ਇਹ ਸੋਚ ਬਦਲਣ ਦੀ ਲੋੜ ਆ। ਇਹ ਜਿਹੜਾ ਤੁਸੀਂ ਦੱਸਿਆ ਸਾਰਾ, ਜਿੱਦਾਂ ਤੁਸੀਂ ਪਹਿਲਾਂ ਵੀ ਗੱਲ ਕਰਦੇ ਸੀ, ਸਾਡੇ ਜਿਹੜੇ MP MLA ਹੈਗੇ ਆ ਅੱਜ ਗੱਲ ਨਹੀਂ ਕਰਦੇ ਵੀ ਉਹ ਤੇਲ ਦੀ ਕੀਮਤ ਵੱਧ ਰਹੀ ਆ, ਲੋਕਾਂ ਤੇ ਮਹਿੰਗਾਈ ਦਾ ਭਾਰ ਪੈ ਰਿਹਾ ਆ, ਉਹਨਾਂ ਨੂੰ ਸੰਭਾਲੀਏ ਆਪਾਂ ਤੇ ਇਲੈਕਟ੍ਰਿਕ ਕਾਰਾਂ ਜਿਹੜੀਆਂ ਵੇਚਣ ਵੱਲ ਨੂੰ ਤੁਰਿਓ। ਕਿਉਂ? ਉਹ ਜਿਹੜੇ ਲੌਬੀਇਸਟ ਆ ਉਹ ਇਹਨਾਂ ਨੂੰ ਪੈਸੇ ਦਿੰਦੇ ਹੋਣੇ ਆ, ਇਹਨਾਂ ਦੀ ਜਿਹੜੀ ਆ ਸਪੋਰਟ ਕਰਨੀ ਆ ਉਹਨੇ ਇਲੈਕਸ਼ਨਾਂ 'ਚ ਆ ਕੇ, ਇਹਨਾਂ ਦੀ ਕੈਂਪੇਨ ਕਰਨੀ ਹੈ ਜੇ ਪੈਸੇ ਨਾ ਵੀ ਦਿੱਤੇ। ਸੋ ਉਸੇ ਲਈ ਇਹ ਚੁੱਪ ਬੈਠੇ ਆ ਵੀ ਜੇ ਅਸੀਂ ਅੱਜ ਇਹੋ ਗੱਲ ਕੀਤੀ ਤਾਂ ਸਾਡੇ ਕਿਤੇ ਨਾ ਕਿਤੇ ਖਿਲਾਫ ਹੋ ਜੂ, ਲੋਕਾਂ ਦਾ ਸਾਹ ਘੁੱਟ ਜਾਵੇ। ਅਸੀਂ ਨਹੀਂ ਇਲੈਕਸ਼ਨ ਹਾਰਨਾ ਚਾਹੀਦਾ। ਇਸੇ ਤਰ੍ਹਾਂ ਹੀ ਜਦੋਂ ਆਪਣੇ ਇੱਥੇ ਊਬਰ ਆਈ ਹੈਗੀ ਆ, ਉਸ ਵੇਲੇ ਵੀ ਇਹੋ ਹੀ ਸੋਚ ਲਿਆ ਵੀ ਚੱਲ ਉਹਨੇ ਇੱਕ ਬੰਦੇ ਹੈਗੇ, ਉਹਨਾਂ ਨਾਲ ਹੁੰਦਾ ਤਾਂ ਕੀ ਆ, ਉਹ ਲੁੱਟੇ ਗਏ, ਲੁੱਟ ਹੋ ਲੈਂਦੇ ਉਹ ਟੈਕਸੀ ਵਾਲੇ। ਸੋ ਅਸੀਂ ਆਪਣੀ ਜਦੋਂ ਵਕਤ ਤੇ ਜਿਹੜਾ ਲੋਕਾਂ ਨਾਲ ਧੱਕਾ ਹੋ ਰਿਹਾ ਉਹਦੇ ਹੱਕ 'ਚ ਨਹੀਂ ਖੜਦੇ, ਤੇ ਇੱਕ ਟਾਈਮ ਆਉਣਾ ਜਦੋਂ ਸਾਡੇ ਨਾਲ ਵੀ ਧੱਕਾ ਹੋਣਾ, ਕਿਸੇ ਨੇ ਖੜਨਾ ਨਹੀਂ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। 2008 ਦੇ ਵਿੱਚ ਉਹਨਾਂ ਦਿਨਾਂ 'ਚ ਕੈਂਪੇਨ ਦੇ ਸਮੇਂ, ਕਿਉਂਕਿ ਉਹਨੂੰ ਜਦ ਮਨਾ ਰਹੇ ਸੀ ਤਾਂ ਉਸਨੇ ਆਈਸਮੈਨ ਨੇ $27 ਮਿਲੀਅਨ ਦਾ ਨਿਊਯਾਰਕ ਟਾਈਮਸ ਤੇ ਦਾਅਵਾ ਠੋਕਿਆ ਮਾਣ ਤੇ ਹਾਨੀ ਦਾ। ਨਿਊਯਾਰਕ ਟਾਈਮਸ ਵਾਲੇ ਕਹਿੰਦੇ ਆ ਜਾ, ਕੋਈ ਗੱਲ ਨਹੀਂ, ਸਾਡੇ ਕੋਲ ਸਬੂਤ ਨੇ, ਤੇਰੇ ਸੰਬੰਧ ਰਹੇ ਨੇ, ਰਿਲੇਸ਼ਨਸ਼ਿਪ ਰਹੇ ਨੇ। ਅਖੀਰ 2009 ਮਹੀਨੇ 3 ਨਹੀਂ ਕੱਟੇ, ਉਹਨੇ ਆਪਣਾ ਵਾਪਸ ਲੈ ਲਿਆ ਬਈ, ਬਿਲਕੁਲ, ਕਿਉਂਕਿ ਮੁੱਕ ਗਿਆ, ਉਹ ਹੈ ਹੀ ਸੱਚ ਸੀ ਉਹ। ਪਰ ਇਹਦੇ ਵਿੱਚ ਇਹ ਦੇਖੋ ਵੀ ਜਿਨ੍ਹਾਂ ਦੇ ਸਿਰ 'ਤੇ ਅਸੀਂ ਆਪਣੇ ਦੇਸ਼ ਨੂੰ ਸੁਧਾਰਨ ਦਾ ਜ਼ਿੰਮਾ ਦਿੱਤਾ ਹੋਇਆ, ਉਹ ਬੰਦਿਆਂ ਦਾ ਜ਼ਿੰਦਗੀ ਦਾ ਕਾਲਾ ਸੱਚ ਕੀ ਹੈ। ਸੈਨੇਟਰ ਮਕੇਨ ਦੀ ਇੱਕ ਜ਼ਿੰਦਗੀ ਦਾ ਆਹ ਜਿਹੜਾ ਕੁਛ ਉਹਨੇ ਦੱਸਿਆ, ਇਹਦੇ ਬਾਰੇ ਕਿਸੇ ਨੂੰ ਨਹੀਂ ਪਤਾ। ਪਰ ਉਹਦਾ ਏਡ ਨੇ ਆ ਕੇ ਉਹ ਕਹਿੰਦਾ ਵੀ ਬਹੁਤ ਵਜ਼ਨ ਸੀ, ਵੀ ਲੋਕਾਂ ਨੂੰ ਅਪੋਲੋਜੀ ਮੇਰੀ ਚਾਹੀਦੀ ਆ, ਮਕੇਨ ਝੂਠ ਬੋਲਿਆ, ਮੈਂ ਬੋਲਿਆ। ਕੀ ਹੋਏ, ਲੌਬੀਇਸਟ ਨੇ ਜਿਹੜੇ ਇਹ ਘਰਾਂ 'ਚ ਵੜ ਜਾਂਦੇ ਨੇ ਇਹਨਾਂ ਰਾਜਨੀਤਿਕ ਬੰਦਿਆਂ ਦੇ, ਉਹਨਾਂ ਦੇ ਰਾਹੀਂ ਹੁਣ ਜਿਹੜਾ ਚਾਰਲਸ ਕੀਟਿੰਗ ਸੀ, ਜਦ ਇਹ ਪਹਿਲੀ ਵਾਰ 1980 ਦੇ ਵਿੱਚ ਮੂਵ ਹੁੰਦਾ, ਦੂਜਾ ਵਿਆਹ ਕਰਾ ਕੇ ਅੱਜ ਤੋਂ 40-42 ਵਰ੍ਹੇ ਪਹਿਲਾਂ, ਤੇ ਸਾਰਾ ਪੈਸਾ ਤੇ ਲਈ ਕੀਟਿੰਗ ਕੋਲ ਸੀ, ਕਿਉਂਕਿ ਇਹਦੇ ਕੋਲ ਤਾਂ ਕੱਖ ਨਹੀਂ ਸੀ। ਵਿਆਹ ਜਿਹੜਾ ਸਿੰਡੀ ਨਾਲ ਕਰਾਇਆ ਉਹ ਥੋੜ੍ਹਾ ਜਿਹਾ ਪਰਿਵਾਰ ਅਮੀਰ ਸੀ, ਆਪ ਜੌਨ ਮਕੇਨ ਦੇ ਕੋਲ ਕੁਛ ਨਹੀਂ ਸੀ, ਇਹ ਰਜਵਾੜਿਆਂ 'ਚੋਂ ਨਹੀਂ ਸੀ ਆਇਆ, ਕੈਨੇਡੀ ਤੇ ਬੁਸ਼ ਪਰਿਵਾਰਾਂ ਦੇ ਵਿੱਚੋਂ ਇਸ ਤਰ੍ਹਾਂ ਨਹੀਂ ਸੀ। ਚਾਰਲਸ ਕੀਟਿੰਗ ਨੇ ਸਾਰਾ ਕੁਝ ਕੀਤਾ, ਮੁੜ ਕੇ $3.5 ਅਰਬ ਅਮਰੀਕਾ ਨੂੰ ਦੇਣਾ ਪਿਆ, ਕਿਉਂਕਿ ਉਹਦੇ ਹੱਕ 'ਚ 4 ਹੋਰ ਸੈਨੇਟਰਸ ਨੂੰ ਲੈ ਕੇ ਇਹਨੇ ਉਹ ਜਿਹੇ ਲਾਅ ਪਾਸ ਕਰਾ ਦਿੱਤੇ ਜਿਹਦੇ ਕਰਕੇ ਉਹਨੇ ਧੋਖਾ ਕੀਤਾ। ਲਿੰਕਨ ਸੇਵਿੰਗ ਤੇ ਲੋਨ ਐਸੋਸੀਏਸ਼ਨ ਉਹਦਾ ਨਾਂ ਸੀ, ਉਹਦੇ 'ਚ ਸਿੰਡੀ ਦਾ ਇੰਟਰਸਟ ਸੀ, ਇਹਦੀ ਘਰਵਾਲੀ ਦਾ। ਸੋ ਇਹ ਆਮ ਵਰਤਾਰਾ ਜਿਹੜਾ ਪਬਲਿਕ 'ਚ ਆਪਣੇ ਚੱਲਦਾ, ਫਲਾਣਾ ਆਹ ਕਰਦਾ, ਫਲਾਣੇ ਨੇ ਆਹ ਕਰਤਾ, ਫਲਾਣੇ ਸ਼ਹਿਰ 'ਚ ਆਹ ਹੋ ਗਿਆ, ਜਿੱਥੇ ਇਹਦਾ ਮਤਲਬ ਸੀ ਸੱਚ ਝੂਠ ਦਾ ਨਿਤਾਰਾ ਕਰਨ ਦੇ ਜਗ੍ਹਾ ਤੇ ਖੜਿਆ, ਪਰ ਅਸੀਂ ਚੱਲ ਹੂ ਤੇ ਆ ਕੇ ਖੜਦੇ। ਪਰ ਸਟੀਵ ਸ਼ਮਿਟ ਵਰਗੇ ਨੇ ਜਿਹੜੇ ਉਹ ਕਹਿੰਦੇ ਨਾ, ਮੈਂ ਵਜ਼ਨ ਲੈ ਕੇ ਨਹੀਂ ਜਿਉ ਸਕਦਾ। ਹਾਲਾਂਕਿ ਉਹ ਬੰਦਾ ਜੌਨ ਮਕੇਨ ਮਰ ਗਿਆ, ਪਰ ਉਸਨੇ ਜਿਹੜੀ ਅਸਲ ਕਹਾਣੀ ਦੱਸੀ, ਕਾਲੀ ਜ਼ਿੰਦਗੀ ਇਹਨਾਂ ਰਾਜਨੀਤਿਕਾਂ ਦੀ, ਉਹ ਉਹਨੇ ਦੱਸੀ, ਉਹ ਬਹੁਤ ਵੱਡੀ ਗੱਲ ਹੈ। ਗੁਰਮਨ ਸਹੋਤਾ ਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਜੀ ਸਤਿ ਸ਼੍ਰੀ ਅਕਾਲ। ਆਪਾਂ ਜਦੋਂ ਵੀ ਕੋਈ ਵੱਡਾ ਅੰਪਾਇਰ ਹੁੰਦਾ ਉਹਦੀ ਗੱਲ ਕਰਦੇ ਹਾਂ, ਜਿਵੇਂ ਰੋਮਨ ਅੰਪਾਇਰ ਸੀ ਤਾਂ ਉਹ ਉਸ ਟਾਈਮ ਉਹਦੀ ਰਾਜਧਾਨੀ ਰੋਮ ਸੀ। ਇਸ ਟਾਈਮ ਅਮਰੀਕਾ ਦਾ ਅੰਪਾਇਰ ਆ। ਸੈਕੰਡ ਵਰਲਡ ਵਾਰ ਤੋਂ ਬਾਅਦ 'ਚ ਕੋਈ ਹੋਰ ਪਾਵਰ ਇਹਨਾਂ ਦੇ ਮੁਕਾਬਲੇ ਦੀ ਹੈ ਨਹੀਂ। ਸੋਵੀਅਤ ਯੂਨੀਅਨ ਕਹਿਣ ਦੀ ਗੱਲ ਸੀ, ਪਰ ਇਹਨਾਂ ਦੇ ਮੁਕਾਬਲੇ ਉਹ ਕਿਤੇ ਨਹੀਂ ਸੀ ਖੜਦੇ ਜੀ। ਤੇ ਇਹਨਾਂ ਦੀ ਪਾਵਰ ਵਾਸ਼ਿੰਗਟਨ DC 'ਚ ਕੇਂਦਰਿਤ ਜੇ ਆਪਾਂ ਮੰਨੀਏ ਤਾਂ 600 ਕਾਂਗਰਸਮੈਨ ਐਵਰੇਜ ਹੈਗਾ ਵੀ ਅਮਰੀਕਾ ਦਾ, ਤੇ 12,000 ਲੌਬੀਇਸਟ ਰਜਿਸਟਰਡ ਆ। ਯੈਸ, ਇੱਕ ਦੇ ਪਿੱਛੇ 20 ਆਉਂਦੇ ਨੇ, ਤੇ ਉਹ ਇੱਕ ਕੁਆਟਰ ਦਾ $950 ਮਿਲੀਅਨ ਖਰਚਦੇ ਨੇ ਇਹਨਾਂ ਨੂੰ ਲੌਬੀ ਕਰਨ ਦੇ ਲਈ। ਮਤਲਬ ਸਾਲ ਦਾ ਹੋ ਗਿਆ ਤਕਰੀਬਨ 4 ਬਿਲੀਅਨ। ਤੇ ਉਹ ਡਾਲਰ ਤੁਸੀਂ ਆਪਾਂ ਲੋਕਾਂ ਨੂੰ ਇਹ ਲੈਫਟ ਰਾਈਟ ਦੇ ਵਿੱਚ ਪਾਈ ਰੱਖਦੇ ਨੇ ਆ ਮੁੱਦੇ, ਜਿਹੜੇ ਥੋੜੇ ਗਰਮ ਉਹਦੇ ਵਾਲੇ ਮੁੱਦੇ ਹੁੰਦੇ ਨੇ, ਗਰਮੀ ਵਾਲੇ, ਉਹਨਾਂ ਨੂੰ ਕਦੇ ਅਬੋਰਸ਼ਨ ਵਾਲਾ ਖੜਾ ਕਰ ਲਿਆ, ਕਦੇ ਕੁਛ ਹੋ ਗਿਆ, ਵੀ ਇਹ ਲੱਗੇ ਰਹਿਣ। ਇਹਦੇ ਵਿੱਚ ਅਸਲੀ ਮਸਲਾ, ਅਸਲੀ ਪਾਵਰ ਉਹ ਲੌਬੀਜ਼ ਦੇ ਹੱਥ ਦੇ ਵਿੱਚ ਆ, ਜਿਹੜੇ ਪੌਲ ਮੈਨਾਫੋਰਟ ਵਰਗੇ ਜਿਹੜੇ 40 ਸਾਲ ਹੋ ਗਏ ਇਹਨਾਂ ਗਲਿਆਰਿਆਂ 'ਚ ਫਿਰਦਿਆਂ ਨੂੰ, ਉਹਨਾਂ ਦਾ ਹਾਲੇ ਤੱਕ ਕੋਈ ਓਫੀਸ਼ੀਅਲ ਅਹੁਦਾ ਹੀ ਹੈ ਨਹੀਂ।
ਪਾਵਰ ਇੰਨੀ ਉਹਨਾਂ ਦੇ ਕੋਲ ਵੀ ਦੁਨੀਆ ਦੇ ਵਿੱਚ ਸਾਰਾ ਕੁਝ ਚਲਾ ਸਕਣ ਦੀ ਕਿਸੇ ਟਾਈਮ, ਪਰ ਉਹਨਾਂ ਦਾ ਅਫੀਸ਼ੀਅਲ ਅਹੁਦਾ ਨਹੀਂ, ਕੋਈ ਐਡਰੈਸ ਉਹਨੂੰ ਦੱਸ ਨਹੀਂ ਸਕਦਾ ਵੀ ਇਹ ਕੌਣ ਆ। ਸਲਾਹਕਾਰ ਕਹਿ ਕੇ ਆਪਾਂ ਸਾਰ ਦਿੰਦੇ ਆ। ਤੇ ਉਹ ਪਾਵਰ ਮਤਲਬ ਉਹ ਪਾਵਰ ਕਿਹਨਾਂ ਦੀ ਆ? ਉਹ ਮਿਲਟਰੀ ਇੰਡਸਟਰੀਅਲ ਕੰਪਲੈਕਸ ਦੀ ਆ, ਦਵਾਈਆਂ ਬਣਾਉਣ ਵਾਲਿਆਂ ਦੀ ਆ, ਹਥਿਆਰ ਬਣਾਉਣ ਵਾਲਿਆਂ ਦੀ ਆ, ਫਾਈਨੈਂਸ਼ੀਅਲ ਇੰਡਸਟਰੀ ਦੀ ਆ। ਤੇ ਆਪਾਂ ਆਪਣਾ ਮੁਕਾਬਲਾ ਜਾਣੀ ਕਿ ਇਹ ਪ੍ਰੋਬਲਮਸ ਨਾਲ ਨਹੀਂ ਹੈਗਾ, ਆਪਣਾ ਮੁਕਾਬਲਾ ਦੁਨੀਆ ਦੇ ਜਿਹੜੇ ਅਮੀਰ ਤੋਂ ਅਮੀਰ ਲੋਕ ਨੇ ਉਹਨਾਂ ਦੇ ਪੈਸੇ ਦੇ ਨਾਲ ਮੁਕਾਬਲਾ। ਇਹ ਕਿਸ ਹਿਸਾਬ ਨਾਲ ਆਪਾਂ ਸੋਚ ਸਕਦੇ ਹਾਂ ਵੀ ਇਹ ਜਿੱਤ ਜਾਣਗੇ ਜਾਂ ਮਤਲਬ ਪਾਲਿਸੀ ਜਿਹੜਾ ਸ਼ਾਂਤੀ ਬਣਾਈ ਰੱਖਣ ਦੇ ਲਈ ਇਹਨਾਂ ਕੋਲ ਹੁੰਦੀਆਂ ਨੇ ਵੀ ਇੰਨਾ ਕੁ ਚੱਲੀ ਜਾਵੇ ਤਾਂ ਕਿ ਲੋਕ ਖੜੇ ਨਾ ਹੋ ਜਾਣ ਉੱਠ ਕੇ। ਪਰ ਇਹ ਪਾਵਰ ਹੈ ਜਿਹੜੀ ਫਿਰ ਇਹ ਕਰਪਟ ਕਰਦੀ ਆ। ਹੁਣ ਜਿਹੜੇ ਬੰਦੇ ਜਿਨ੍ਹਾਂ ਨੇ ਉਹ ਪੋਲੀਟੀਸ਼ੀਅਨ ਜਿਨ੍ਹਾਂ ਦੇ ਉੱਤੇ ਇੰਨੇ ਲੌਬੀਇਸਟ ਬੈਠੇ ਨੇ ਉਹਨਾਂ ਨੇ ਆਪਣਾ ਉਹ ਕਰਪਸ਼ਨ ਦੇ ਵਿੱਚ ਨੇ ਤਾਂ ਉਹਨਾਂ ਦਾ ਕੰਟਰੋਲ ਆ ਉਹਨਾਂ ਤੇ, ਉਹਨਾਂ ਦੇ ਉੱਪਰ ਜਾ ਹੀ ਨਹੀਂ ਸਕਦੇ। ਪਰ ਆਮ ਇੱਕ ਬੰਦਾ ਸੋਤਾ ਸਾਹਿਬ ਕਿੰਨਾ ਦੁਖੀ ਹੋਇਆ ਜਿਹਨੇ ਬਾਹਰ ਨਿਕਲ ਕੇ ਦੱਸਿਆ ਯਾਰ ਮੇਰੇ ਸਾਹਮਣੇ ਉਹਨੂੰ ਮਿਲਦਾ ਰਿਹਾ, ਮੇਰੇ ਸਾਹਮਣੇ ਕਰਦਾ ਰਿਹਾ, ਇਹਦੇ ਰਾਹੀਂ ਉਹਨੂੰ ਸਨੱਬ ਕੀਤਾ ਲੇਡੀ ਨੂੰ। ਕਹਿੰਦੀ ਜਦੋਂ ਮੈਂ 6 ਮਹੀਨੇ ਲੱਗਿਆ ਰਿਹਾ ਵੀ ਨਾ ਬੋਲੀ, ਉਹ ਕਹਿੰਦੀ ਮੈਨੂੰ ਕਿਉਂ ਗੁੱਡ ਫਰੈਂਡ ਕਿਹਾ? ਹੁਣ ਮੈਂ ਰਿਲੇਸ਼ਨਸ਼ਿਪ 'ਚ ਹਾਂ ਤੇ ਕਹਿੰਦਾ ਮੈਨੂੰ ਪਤਾ ਰਿਲੇਸ਼ਨਸ਼ਿਪ 'ਚ ਆ। ਕਹਿੰਦਾ ਮੈਨੂੰ ਮੇਰੇ ਜਵਾਕ ਪਿੱਛੋਂ ਬੋਲ ਪਿਆ, ਮੈਂ ਉਹਨਾਂ ਨਾਲ ਗੱਲ ਕਰੀ, ਮੈਨੂੰ ਉਹ ਕਹਿੰਦੇ ਵੀ ਮੈਂ ਚਾਹੁੰਦੀ ਹਾਂ ਤੇਰੇ ਜਵਾਕ ਮਰ ਜਾਣ ਫਿਰ ਤੈਨੂੰ ਪੇਨ ਲੱਗੇ ਵੀ ਵਿਸਾਖਾਤ ਕੀ ਹੁੰਦਾ। ਕਮਾਲ ਹੋ ਗਈ। ਬਿਲਕੁਲ ਜੀ, ਥੈਂਕ ਯੂ ਨਿਕ ਜੀ, ਲਾਈਨ ਨੰਬਰ 3। ਗਿੱਲ ਸਾਹਿਬ, ਇਹਦਾ ਇੱਕ ਇਹ ਨਤੀਜਾ ਨਿਕਲਦਾ ਵਾ ਜਿੰਨੇ ਵੀ ਪੋਲੀਟੀਸ਼ੀਅਨ ਨੇ ਨਾਰਥ ਅਮਰੀਕਾ 'ਚ ਵੀ ਇਨਕਲੂਡਿੰਗ ਵਰਲਡ ਵਾਈਡ, ਭਾਵੇਂ ਫੈਡਰਲ ਲੈਵਲ, ਪ੍ਰੋਵਿੰਸ਼ੀਅਲ ਲੈਵਲ, ਮਿਊਨਿਸਪਲ ਲੈਵਲ, ਕੋਈ ਵੀ ਲੈਵਲ ਹੈ ਜੀ, ਉਹਨਾਂ ਸਾਰੇ ਦਿਨ ਮੈਂ ਕਹਿ ਸਕਦਾ ਹਾਂਜੀ ਮੈਜੋਰਿਟੀ ਆਫ ਦੈਮ ਦੇ ਡੂ ਸਮਥਿੰਗ ਰੋਂਗ। ਉਦੋਂ ਪਤਾ ਲੱਗਦਾ ਵਾ ਜਦੋਂ ਫੜੇ ਜਾਂਦੇ ਆ। ਮੈਂ ਜਿਸ ਤਰ੍ਹਾਂ ਅੱਜ ਮੈਂ ਤੁਹਾਡਾ ਪ੍ਰੋਗਰਾਮ ਨਾ ਸੁਣਦਾ ਹੁੰਦਾ ਸਵੇਰੇ, ਹਾਂਜੀ ਮੈਂ 11 ਵਜੇ ਜ਼ਰੂਰ ਲਾਉਣਾ ਹੁੰਦਾ $90 ਦਾ, ਜੇ ਮੈਂ ਉੱਠਵਾਂ ਜਲਦੀ ਜਿਵੇਂ ਤੁਹਾਡਾ ਲਾਉਣਾ ਹੁੰਦਾ ਜੇ ਉੱਠਵਾ ਤੇ ਮੈਂ ਲਾਇਆ ਤੇ ਮੈਨੂੰ ਤੇ ਬੜੀ ਜਾਣਕਾਰੀ। ਮੈਂ ਤੇ ਜੌਨ ਮਕੇਨ ਦਾ ਬੜਾ ਰਿਹਾ ਪ੍ਰਸ਼ੰਸਕ ਰਿਹਾ ਸਾਰੀ ਉਮਰ। ਮੈਂ ਕਿਹਾ ਬੜਾ ਇਮਾਨਦਾਰ ਆਦਮੀ, ਫੌਜੀ ਆਦਮੀ, ਟੋਰਚਰ ਵੀ ਕਰਦਾ ਰਿਹਾ, ਉੱਲੂ ਪੱਲੂ ਕਰਦਾ ਰਿਹਾ, ਹੁਣ ਹੁੰਦਾ ਰਿਹਾ ਇਹਨੂੰ ਜੀ ਸਭ ਕੁਛ। ਫਿਰ ਇਹਦੀ ਵਾਈਫ ਨੇ ਜਿਨ੍ਹਾਂ ਨੇ ਬੰਗਲਾਦੇਸ਼ ਤੋਂ ਇੱਕ ਮੈਂਟਲੀ ਹੈਂਡੀਕੈਪ ਕੁੜੀ ਅਡਾਪਟ ਕੀਤੀ ਜਿਹਨਾਂ ਨੇ, ਹਾਂਜੀ, ਤੇ ਮੈਂ ਤੇ ਐਡਮਾਇਰਰ ਬਣ ਗਿਆ ਸੀ ਬੜਾ। ਮੈਂ ਕਿਹਾ ਕਮਾਲ ਹੀ ਆ। ਨਾਲੇ ਇੰਡੀਆ ਦੀ ਥੋੜੀ ਬਹੁਤ ਫੇਵਰ ਵੀ ਕਰਦਾ ਹੁੰਦਾ ਸੀ ਕਦੀ ਕਦਾਈ, ਹਾਂਜੀ, ਬਿੰਦੀ ਗ੍ਰਾਮ ਦੇ ਨਾਲ, ਹਾਂਜੀ। ਤੇ ਇਹ ਅੱਜ ਦੀਆਂ ਗੱਲਾਂ ਸੁਣ ਕੇ ਤੇ ਮੈਂ ਤੇ ਮੈਨੂੰ ਬੜੀ ਡਿਸਅਪੁਆਇੰਟਮੈਂਟ ਜੀ ਹੋਈ ਆ। ਮੈਂ ਕਿਹਾ ਜੀ ਹੁਣ ਬਾਕੀਆਂ ਦਾ ਸੋਚਣ ਦੇ ਆ ਚੰਗਾ ਕੈਨੇਡਾ ਦੇ ਪੋਲੀਟੀਸ਼ੀਅਨ ਜਾਂ ਅਮਰੀਕਾ ਦੇ, ਤੇ ਗਾਂ ਸਾਨੂੰ ਪਤਾ ਨਹੀਂ ਗਾਂ ਕੀ ਪਤਾ ਲੱਗਣਾ। ਸੱਚ ਜਿਹੜੀ ਗੱਲ ਹੈ ਜੀ, ਸੱਚ ਜਿਹੜੀ ਗੱਲ ਹੈ। ਥੈਂਕ ਯੂ ਬਾਈ ਜੀ, ਥੈਂਕ ਯੂ। ਇਹੀ ਗੱਲ ਮੈਂ ਕਿਹਾ ਵੀ ਖਬਰਾਂ ਮੈਂ ਲੱਭਦਾ, ਮੈਂ ਘੰਟਾ ਡੇਢ ਲੱਗਿਆ ਫਿਰ ਸਾਰਾ ਕੁਛ ਇਹਨੂੰ ਲੱਭਣ ਲਈ, ਕਿੱਥੇ ਤੱਕ ਤੁਹਾਡੇ ਜਿਹੜੇ ਨਿਊਯਾਰਕ ਟਾਈਮਜ਼ ਵਗੈਰਾ ਦੇ ਜਿਹੜੇ ਉਹਨਾਂ ਦੇ ਘੱਟੋ ਘੱਟ 40-30 ਮਿੰਟ ਲੱਗਦੇ ਨੇ। ਫਿਰ ਉਹਨਾਂ ਨੂੰ ਇਹ ਹੁੰਦਾ ਵੀ ਤੁਹਾਡੀ ਕੋਈ ਕਮੀ ਨਾ ਰਹੇ। ਪਰ ਮੈਂ ਇਹਦੇ 'ਚ ਸਿੱਟੇ 'ਚ ਇਹ ਪਹੁੰਚਿਆ ਵੀ ਇਹ ਰਾਜਨੀਤਿਕ ਬੰਦੇ ਜਿਹੜੇ ਨੇ ਇਹ ਖਿਲਵਾੜ ਕਿਵੇਂ ਕਰਦੇ। ਲੌਬੀਅਸ ਜਿਹੜੀ ਗੱਲ ਜਿਹੜੀ ਗੱਲ ਗੁਰਮਨ ਨੇ ਕੀਤੀ ਹੈ ਨਾ, ਉੱਥੋਂ ਸਾਰੀ ਇਹ ਕਰਪਸ਼ਨ ਦਾ ਰੂਟ ਉਹ ਹੈ। ਇੱਕ ਬੰਨੇ ਬੰਦਾ ਕਹਿ ਰਿਹਾ ਵੀ ਮੈਂ ਡਾਇਰੈਕਟ ਨਹੀਂ ਫਲਾਈ ਕਰਦਾ ਫੀਨਿਕਸ ਨੂੰ ਵਾਸ਼ਿੰਗਟਨ ਤੋਂ, ਮੈਂ ਇਨਡਾਇਰੈਕਟ ਫਲਾਈਟ ਲੈ ਕੇ ਜਾਣਾ ਵੀ ਸਸਤੀ ਪਵੇ। ਦੂਜੇ ਬੰਨੇ ਇਹ ਬੰਦਿਆਂ ਦੇ ਜਿਹੜੇ ਜੈਟ ਨੇ ਉਹਨਾਂ ਦੇ ਵਿੱਚ ਉਹ ਫਲਾਈ ਕਰਦਾ। ਤੇ ਖਾਸ ਤੌਰ ਤੇ 70ਵੇਂ ਜਨਮ ਦਿਨ ਤੇ ਕਿਹਨਾਂ ਦੀ ਯਾਟ ਦੇ ਵਿੱਚ ਉਹ ਗਿਆ, ਜਿਹੜੇ ਬੰਦੇ ਦੁਨੀਆ ਦੇ ਵਿੱਚ ਉਸ ਨੂੰ ਵਧਾਉਣ ਦੇ ਲਈ, ਪੁਤਿਨ ਦਾ ਇਨਫਲੂਐਂਸ ਵਧਾਉਣ ਦੇ ਲਈ ਉੱਥੇ ਜਾ ਰਹੇ ਨੇ। ਤੇ ਉੱਥੇ ਨਾਲ ਉਹ ਜਾਂਦਾ, ਫੋਟੋਆਂ ਛਪੀਆਂ ਯਾਟ 'ਚ ਵੜਦੇ ਦੀਆਂ, ਮੌਂਟੀਨੀਗਰੋ ਨੂੰ ਫਲਾਈ ਕੀਤਾ ਤੇ ਪੌਲ ਮੈਨਾਫੋਰਟ ਲੈ ਕੇ ਗਿਆ। ਤੇ ਉੱਥੇ ਜਿਹੜਾ ਉਹ ਜਨਮ ਦਿਨ ਉਹਦੇ 'ਚ ਰਿਕ ਡੇਵਿਸ ਵੀ ਆ, ਪੌਲ ਵੀ ਆ, ਵਿਕਟਰ ਵੀ ਆ, ਤੇ ਜਿਹੜਾ ਓਲੀਗਾਰਕ ਹੈ ਰਸ਼ੀਆ ਦਾ ਉਹ ਵੀ ਉੱਥੇ ਹੈ ਨਾਲ। ਉਹਨਾਂ ਦੇ ਜਿਹੜੇ ਜਨਮ ਦਿਨ ਉਹਨੇ ਮਨਾਇਆ ਮੌਂਟੀਨੀਗਰੋ ਦੇ ਵਿੱਚ, ਡੈਰੀ ਪੈਸਕ ਹੈ। ਡਾਕਟਰ ਜੰਡੀ ਜੀ, ਤੁਸੀਂ ਏਅਰ ਤੇ ਹੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ।
ਦੋ ਇਸ਼ੂ ਇਹਦੇ ਵਿੱਚ। ਇੱਕ ਤਾਂ ਹੈਗਾ ਵੀ ਆਪਾਂ ਜਿਹੜੇ ਬੰਦੇ ਇਹਨਾਂ ਨੂੰ ਬਿਆਨ ਦਾ ਇੱਕ ਕਾਮਨ ਮੈਨ ਹੈ, ਇਹਨਾਂ ਦੇ ਸਾਰੇ ਕਾਮਨ ਮੈਨ ਵਾਲੇ ਬੁਲਾ ਆ, ਉਹਨਾਂ ਦੀ ਪੋਜੀਸ਼ਨ ਡਿਫਰੈਂਟ ਚੱਲ ਜਾਂਦੇ ਹੋ, ਪਰ ਜਿਹੜੇ ਕਾਮਨ ਮੈਨ ਵਾਲੇ ਬੁਲਾ ਉਹ ਐਗਜ਼ਿਸਟ ਕਰਨੇ ਆ ਉਹ ਮੇਰੇ ਖਿਆਲ ਬਹੁਤ ਸਾਰੇ ਬੰਦਿਆਂ 'ਚ ਕਰਦੇ ਆ। ਜਿਹੜਾ ਕੋਈ ਆਪਾਂ ਵੀ ਕਈ ਵਾਰੀ ਝੂਠ ਦੇ ਸਿਰ ਤੇ ਤੁਰੇ ਫਿਰਦੇ, ਆਪਣੇ 'ਚ ਵੀ ਉਹ ਬੁਲਾ ਹੁੰਦੇ ਆ, ਐਕਸਟੈਂਡ ਕਿਸੇ 'ਚ ਘੱਟ ਹੋਣਗੇ, ਕਿਸੇ 'ਚ ਵੱਧ ਹੋਣਗੇ। ਬਾਕੀ ਨੰਬਰ 2 ਦੇ ਜਿਹੜੇ ਬੰਦੇ ਨੇ ਲਿਖੀ ਆ ਉਹਦੇ ਉੱਤੇ ਵੀ ਬੜਾ ਟਰਾਇਲ, ਉਹਨੂੰ ਵੀ ਪਿੰਚ ਆਫ ਸਾਲਟ ਨਾਲ ਲੈਣਾ ਚਾਹੀਦਾ, ਕਿਉਂਕਿ ਉਹਦੇ ਮਰਨ ਤੋਂ ਬਾਅਦ ਲਿਖਿਆ ਗਿਆ। ਠੀਕ ਹੈ, ਇਹ ਬੰਦਾ ਵੀ ਹੋ ਸਕਦਾ ਬਈ ਉਹਦੇ ਲਈ ਆਪਣੀ ਗਾਇਨ ਕੋਈ ਬੁੱਕ ਜਾਂ ਕੁਝ ਬਣਾਉਣਾ ਹੋਵੇ, ਉਹਦਾ ਆਪਣਾ ਬਿਜ਼ਨਸ ਬਣਾ ਰਿਹਾ ਹੋਵੇ, ਪਰ ਜੇ ਸੱਚ ਵੀ ਹੋਵੇ ਤਾਂ ਇਹਦੇ ਵਿੱਚ ਕੋਈ ਏਡੀ ਚੰਬੇ ਵਾਲੀ ਗੱਲ ਨਹੀਂ। ਉਹ ਵੀ ਇੱਕ ਕਾਮਨ ਬੰਦੇ ਆ, ਉਹਨਾਂ ਦੇ ਖਿਲਾਫ ਹੋਣੇ ਵੀ ਚਾਹੀਦੇ। ਜਿਹੜਾ ਕੋਈ ਰੱਬ ਸਮਝਦਾ ਉਹ ਹੁੰਦਾ ਨਹੀਂ ਕਦੀ ਵੀ। ਥੈਂਕ ਯੂ। ਨਹੀਂ, ਨੁਕਸ ਹੈ ਇਹ ਸਾਰੀਆਂ ਚੀਜ਼ਾਂ। ਉਹਨੇ ਕਿਹਾ ਮੈਂ ਕਿਤਾਬ ਨਹੀਂ ਕੋਈ ਲਿਖਣੀ, ਨੋ ਬੁੱਕਸ ਨੋ ਮਨੀ ਜਸਟ ਦਾ ਟਰੁੱਥ। ਉਹਦੇ ਪਰਿਵਾਰ ਨੂੰ ਉਹ ਕਹਿੰਦਾ ਇਹਨੂੰ ਪਤਾ ਹੈ, ਕਹਿੰਦਾ ਇਹਦੀ ਵਾਈਫ ਨੂੰ ਪਤਾ ਹੈ, ਸਭ ਨੂੰ ਪਤਾ ਹੈ। ਖੈਰ ਉਹਨੇ ਇਹਨੂੰ ਛਾਪਿਆ ਤਾਂ ਬਹੁਤ ਵਧੀਆ ਤਰੀਕੇ ਨਾਲ, ਸਿਰਫ ਉਹਨੇ ਆਪਣੇ ਆਪ ਨੂੰ ਇਸ ਭਾਰ ਤੋਂ ਮੁਕਤ ਹੋਣ ਦੇ ਲਈ ਉਹ ਕਹਿੰਦਾ ਮੈਨੂੰ ਲਿਖਣਾ ਪਿਆ। ਪੜ੍ਹਨ ਵਾਲਾ ਹੈ ਡਾਕਟਰ ਸਾਹਿਬ, ਤੁਸੀਂ ਆਪ ਖੁਦ ਪੜ੍ਹਿਓ, ਨੋ ਬੁੱਕਸ ਨੋ ਮਨੀ ਜਸਟ ਦਾ ਟਰੁੱਥ, ਸਟੀਵ ਸ਼ਮਿਟ। ਭੁਲਿੰਦਰਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ ਸਤਿ ਸ਼੍ਰੀ ਅਕਾਲ। ਮੈਂ ਨਾ ਜੀ ਜਦੋਂ ਤੁਹਾਡੀ ਆ ਖਬਰ ਸੁਣੀ ਆ ਤੇ ਵਿੱਚ ਜਿਹੜੀ ਮੈਨੂੰ ਗੱਲ ਲੱਗੀ ਬਈ, ਮੈਂ ਨਾ ਫਿਲਮਾਂ ਬਹੁਤ ਦੇਖਦਾ, ਖਾਸ ਕਰਕੇ ਪੋਲੀਟੀਕਲ ਵਾਲੀਆਂ ਜਾਂ ਪੁਰਾਣੀਆਂ, ਜਿਵੇਂ ਰੋਮਨ ਅੰਪਾਇਰ। ਕਈ ਵਾਰੀ ਮੈਂ ਅੱਧਾ ਘੰਟਾ ਨੈਟਫਲਿਕਸ ਤੇ ਫਿਲਮ ਲੱਭਣ ਦੀ ਲਾ ਦਿੰਦਾ, ਚੰਗੀ ਗੱਲ ਆ ਕਿ ਮਾੜੀ ਗੱਲ ਆ, ਪਰ ਮੇਰੇ ਲਈ ਇਹ ਬਾਹਲੀ ਕੋਈ, ਜੇ ਮੈਂ ਮੇਰੇ ਸਾਹਮਣੇ ਕੋਈ ਫਰੰਟ ਤੇ ਕੋਈ ਜਗਮੀਤ ਸਿੰਘ ਦੀ ਵੀ ਐਵੇਂ ਖਬਰ ਆ ਜਾਵੇ ਕੱਲ ਨੂੰ, ਕੇਜਰੀਵਾਲ ਦੀ ਆ ਜਾਵੇ, ਭਗਵੰਤ ਮਾਨ ਦੀ ਆ ਜਾਵੇ, ਕਿਸੇ ਵੀ ਲੌਬੀਇਸਟ, ਕਿਸੇ ਵੀ ਪੋਲੀਟੀਕਲ ਬੰਦੇ ਦੀ ਆ ਜਾਵੇ, ਮੈਨੂੰ ਕੋਈ ਬੜਾ ਚੰਬਾ ਨਹੀਂ ਹੋਊ, ਕਿਉਂਕਿ ਮੈਂ ਫਿਲਮਾਂ ਇੰਨੀਆਂ ਦੇਖ ਲਈਆਂ ਕਿ ਉਹਦੇ ਵਿੱਚ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਪਿਆ ਹੁੰਦਾ ਵੀ ਹਰੇਕ ਦਾ, ਕੋਈ ਵੱਡਾ ਲੀਡਰ ਮਰਜੀ ਲਲਕਾਰੇ ਮਾਰੀ ਜਾਵੇ ਮੈਂ ਸਹੀ ਆ, ਮੈਂ ਸੱਚਾ, ਹਰ ਬੰਦਾ ਪਿੱਛੋਂ ਕੰਟਰੋਲ ਹੋ ਰਿਹਾ ਵਾ। ਜਿੰਨਾ ਕੁ ਮੈਂ ਫਿਲਮਾਂ 'ਚ ਦੇਖਿਆ, ਹਰੇਕ ਦੇ ਸੈਕਸੂਅਲ ਸੰਬੰਧ ਵੀ ਹੈਗੇ ਆ, ਹਰੇਕ ਦਾ ਮਨੀ ਪਾਵਰ ਵੀ ਹੈਗੀ ਆ, ਹਰੇਕ ਦੇ ਦੂਜੇ ਦੇਸ਼ਾਂ ਨਾਲ ਵੀ ਹੈਗੇ ਆ। ਈਵਨ ਕਿ ਤੁਸੀਂ ਕਈ ਹਾਰੇ ਹੋਏ ਵੀ ਦੇਖ ਲਿਓ, ਬੰਦੇ ਸਰਕਾਰ 'ਚ ਨਹੀਂ ਹੁੰਦੇ ਤਾਂ ਵੀ ਉਹਨਾਂ ਦੀ ਪਾਵਰ ਹੁੰਦੀ ਆ, ਕਿਉਂ? ਉਹਨਾਂ ਦੇ ਪਿੱਛੇ ਲੌਬੀਇਸਟ ਖੜੇ ਹੁੰਦੇ ਆ, ਉਹਦੇ ਪਿੱਛੇ ਪੈਸੇ ਵਾਲੇ ਬੰਦੇ। ਸੋ ਇਸ ਲਈ ਇਹ ਜਦੋਂ ਇਹਨੇ ਉਦੋਂ ਬੋਲਿਆ ਜਦੋਂ ਉਹਦੇ ਆਪ ਦੇ ਸਿਰ ਤੇ ਆਈ, ਲੋਕਾਂ ਦਾ ਇੱਥੇ ਇਹ ਗੱਲ ਆਉਂਦੀ ਵੀ ਲੋਕਾਂ ਨਾਲ ਕਿਸੇ ਨੂੰ ਕੋਈ ਸਰੋਕਾਰ ਨਹੀਂ, ਭਾਵੇਂ ਉਹ ਛੋਟੇ ਲੈਵਲ ਦਾ ਬੰਦਾ, ਭਾਵੇਂ ਉਹ ਵੱਡੇ ਲੈਵਲ ਦਾ ਬੰਦਾ। ਉਹਨਾਂ ਜਦੋਂ ਆਪ ਦੇ ਨਿੱਜ ਤੇ ਆਉਂਦੀ ਆ, ਕਿਸੇ ਦਾ ਰਿਲੇਸ਼ਨ ਖਰਾਬ ਹੋ ਗਿਆ, ਕਿਸੇ ਨੂੰ ਉਹਨੇ ਚੰਗਾ ਬੋਲਤਾ, ਮਾੜਾ ਬੋਲਤਾ, 10 ਬੰਦੇ ਸਾਹਮਣੇ ਪੈਸੇ ਦੀ ਡੀਲ ਹੋਈ ਨਹੀਂ, ਉਦੋਂ ਫਿਰ ਇਹ ਸਾਰਾ ਕੁਝ ਬਾਹਰ ਆਉਂਦਾ ਵਾ। ਇਹ ਹਾਊਸ ਆਫ ਕਾਰਡਸ ਦੇਖੀ ਹੈ ਜੀ ਸੀਰੀਜ਼, ਉਹ ਦੇਖਿਓ। ਗੱਲ ਇਹਦੇ ਵਿੱਚੋਂ ਸਿੱਖਿਆ ਦੀ ਨਹੀਂ, ਸਿੱਖਿਆ ਦੀ ਗੱਲ ਇਹ ਹੈ ਵੀ ਇਹਨਾਂ ਲੋਕਾਂ ਦਾ ਜਿਨ੍ਹਾਂ ਦੇ ਸਹਾਰੇ ਅਸੀਂ ਆਪਣੀਆਂ ਜ਼ਿੰਦਗੀਆਂ ਦੇਈ ਬੈਠੇ ਹਾਂ, ਕਿਤੇ ਵੀ ਤੁਸੀਂ ਵੱਸਦੇ ਹੋ, ਉਹਨਾਂ ਪਿੱਛੇ ਕੌਣ ਹੈ, ਉਹਦੇ ਪਿੱਛੇ ਕਹਾਣੀ ਕੀ ਹੈ, ਉਹਨਾਂ ਨੂੰ ਨੇੜੇ ਉਹਨਾਂ ਦਾ ਬੈਗ ਚੱਕੀ ਤੁਰੇ ਫਿਰਦੇ ਲੋਕ ਜਿਹੜੇ ਨੇ ਉਹਨਾਂ ਨੂੰ ਕਿਵੇਂ ਵੇਖਦੇ ਨੇ। ਚੀਫ ਆਫ ਸਟਾਫ ਕਿਸੇ ਪ੍ਰੈਜ਼ੀਡੈਂਟ ਦਾ, ਪ੍ਰਾਈਮ ਮਿਨਿਸਟਰ ਦਾ, ਉਹ ਬੰਦਾ ਜਿਹੜਾ ਉਹਦੇ ਨਾਲ ਵਾਸ਼ਰੂਮ 'ਚ ਉਹਦੇ 'ਚ ਜਾ ਵੜਦਾ, ਉਹਦੇ ਦਫ਼ਤਰ 'ਚ ਉਹ ਇਹ ਕਹਿ ਕੇ ਬੁਲਾਉਂਦਾ। ਇਸੇ ਤਰ੍ਹਾਂ ਹੀ ਆਪਣੇ ਨੇੜੇ ਦੇ ਘੋੜਿਆਂ ਦਾ ਤੁਸੀਂ ਵੇਖਿਆ ਹੀ ਹੈ। MP ਇੱਕ ਕਿਵੇਂ ਆਪਣੇ ਏਡ ਨੂੰ, ਜਿਹੜੀ 25-30 ਸਾਲ 35 ਸਾਲ ਛੋਟੀ ਇੱਕ ਕੁੜੀ ਸੀ, ਉਹ ਨਾਲ ਕੀ ਕਰਦਾ ਰਿਹਾ, ਉਹਨੂੰ ਰਿਜ਼ਾਈਨ ਕਰਨਾ ਪਿਆ। ਤੇ ਇਸੇ ਤਰ੍ਹਾਂ ਹੀ ਇਹ ਕਹਾਣੀ ਦੇ ਸਾਹਮਣੇ ਸਾਰਾ ਕੁਝ ਸਟੀਵ ਦੇ ਵਿਖਿਆ, ਉਹਨੇ ਦੇਖਿਆ ਤੇ ਸਾਰਾ ਪਰਿਵਾਰ ਉਹਨੂੰ ਪਿੱਠ ਕਿਵੇਂ ਕਰੀ ਬੈਠਾ ਹੈ। ਸਿੰਡੀ ਉਹਦੀ ਵਾਈਫ ਨੂੰ ਕਹਿੰਦਾ ਪਤਾ, ਪਰ ਪੀਕ ਤੇ ਸੀ ਪ੍ਰੈਜ਼ੀਡੈਂਸ਼ੀਅਲ ਸਾਡੀ ਕੈਂਪੇਨ, ਤੇ ਉੱਥੇ ਆ ਕੇ ਜਦ ਉਹਦੇ ਤੇ ਦੋਸ਼ ਲੱਗੇ, ਦੋਸ਼ਾਂ ਤੇ ਨਿਊਯਾਰਕ ਟਾਈਮ ਦੇ ਦੋਸ਼ਾਂ ਤੋਂ ਪਰਾਂ ਹੁੰਦੇ ਹੋਏ ਜਦ ਉਸਨੇ ਇਹ ਗੱਲ ਕਹਿਤੀ ਵੀ ਨੋ, ਗੁੱਡ ਫਰੈਂਡ ਸੀ ਮੇਰੀ ਆਈਜ਼ਮੈਨ, ਬਸ ਫਿਰ ਕਹਿੰਦਾ ਮੇਰੇ 5 ਮਹੀਨੇ ਉਹਨੂੰ ਬੁਲਾਉਣ ਦੇ ਲਈ ਜਿਹੜੇ ਲੱਗੇ ਮੈਨੂੰ ਪਤਾ। ਅਲੱਗ-ਅਲੱਗ ਇਹਦੇ ਤੇ ਪ੍ਰਪੇਖ ਹੈ, ਅਲੱਗ-ਅਲੱਗ ਤਰੀਕੇ ਨਾਲ ਤੁਸੀਂ ਵੇਖ ਸਕਦੇ ਹੋ, ਪਰ ਗੱਲ ਮੈਂ ਸੱਚ ਝੂਠ ਤੇ ਕਰਦਾ ਕਿ ਝੂਠ ਦਾ ਤੁਹਾਡੇ ਤੇ ਵਜ਼ਨ ਕਿੰਨਾ ਹੈ ਤੇ ਝੂਠ ਨੂੰ ਲੁਕਾਉਣ ਦੇ ਲਈ ਕਿੰਨਾ ਪੇਨ ਹੈ, ਕਿੰਨੇ ਦਰਦ 'ਚ ਹੀ ਲੰਘਦੇ ਹੋ ਤੁਸੀਂ। ਝੂਠ ਤੋਂ ਮੁਕਤ ਹੋਣ ਲਈ ਇੱਕੋ ਹੀ ਗੱਲ ਹੈ ਕਿ ਉਸ ਝੂਠ ਦੀ ਮਾਫੀ ਬਾਹਰ ਨਿਕਲ ਕੇ ਮੰਨੀ ਜਾਵੇ, ਨਹੀਂ ਤਾਂ ਬਹੁਤ ਔਖਾ ਹੈ। ਬਿਗ ਰਿਗ ਟ੍ਰੇਲਰਸ ਤੇ ਲੀਜ਼ਿੰਗ, ਹਰਪ੍ਰੀਤ ਉਹਨਾਂ ਨਾਲ ਗੱਲ ਕਰਿਓ 604-908-3100। ਆਮ ਬੰਦੇ ਦੀ ਜ਼ਿੰਦਗੀ ਦੇ ਵਿੱਚ ਖੈਰ ਕਿਸੇ ਨੂੰ ਸੰਬੰਧ ਨਹੀਂ ਕਿ ਉਹ ਕੋਈ ਪਬਲਿਕ ਫਿਗਰ ਨਹੀਂ, ਇਹ ਜਿਹੜੇ ਪਬਲਿਕ ਪਲੇਟਫਾਰਮ ਤੇ ਖੜ ਕੇ ਲੋਕਾਂ ਦੇ ਸਾਹਮਣੇ ਦਮਗਜੇ ਮਾਰਦੇ ਨੇ ਉਹਨਾਂ ਦੇ, ਤਾਂ ਹੀ ਤਾਂ ਕਈ ਵਾਰ ਨਾ ਤੁਸੀਂ ਕੋਈ ਪਲੇਟਫਾਰਮ ਨੂੰ ਕਿਸੇ ਦੇ ਅਗੇਂਸਟ ਵਰਤਦੇ ਹੋ, ਸੰਗਲੀਆਂ ਖੋਲ੍ਹਦੇ ਹੋ ਤੁਸੀਂ, ਪਰ ਜਿੱਦਣ ਤੁਹਾਡੀ ਖੁੱਚ ਨੂੰ ਚਾਕ ਵੜਦੇ ਨੇ ਨਾ ਉਹ, ਫਿਰ ਦਰਦ ਬਹੁਤ ਲੱਗਦਾ ਹੈ। ਕਿਉਂਕਿ ਪ੍ਰੈਕਟਿਸ ਕਿਹਨੇ ਸ਼ੁਰੂ ਕੀਤੀ? ਪ੍ਰੈਕਟਿਸ ਤੁਸੀਂ ਕਿਸੇ ਸਮੇਂ ਸ਼ੁਰੂ ਕੀਤੀ ਕਿਸੇ ਤੇ ਸੰਗਲੀਆਂ ਖੋਲ੍ਹਣ ਦੀ।
ਆਹੀ ਗੱਲ ਹੈ। ਇਹਦੇ ਵਿੱਚ ਇਹ ਬੰਦੇ ਨੇ ਅਖੀਰ ਇਵੈਂਚੁਅਲੀ ਬਾਹਰ ਨਿਕਲ ਕੇ ਉਹ ਕਹਿੰਦਾ ਨੋ ਬਹੁਤ ਹੋ ਗਿਆ, ਇਹ ਵਜ਼ਨ ਹੈ ਮੇਰੇ ਤੇ, ਮੈਂ ਇਹਦੇ 'ਚੋਂ ਨਿਕਲਣਾ ਚਾਹੁੰਦਾ। ਪਰ ਹੁਣ ਇਹ ਜ਼ੇਰਾ ਬਹੁਤ ਵੱਡਾ, ਇੰਨਾ ਜ਼ੇਰਾ ਕਰਨਾ ਬਹੁਤ ਔਖਾ ਹੈ। ਇਹਦੇ 'ਚੋਂ ਮੈਂ ਚਾਹੁੰਦਾ ਜਿਹੜੇ ਪੜ੍ਹਨ ਵਾਲੇ ਨੇ ਪਲੀਜ਼ ਇਹ ਆਰਟੀਕਲ ਪੜ੍ਹਨ ਵਾਲਾ ਅਤੇ ਇਸ ਨੂੰ ਦੇਖਿਓ ਬਈ ਇਹ ਦੁਨੀਆ ਦੇ ਵਿੱਚ ਇਹ ਤੁਰੇ ਫਿਰਦੇ ਰਾਜਨੀਤਿਕ ਬੰਦੇ ਕੀ ਕੀ ਕਰਦੇ ਆ। ਤੁਸੀਂ ਇੱਕ ਬੰਨੇ ਵੇਖੋ ਪ੍ਰੈਜ਼ੀਡੈਂਸ਼ੀਅਲ ਰੇਸ ਦੇ ਵਿੱਚ ਬੰਦਾ ਅਤੇ ਦੂਸਰੇ ਬੰਨੇ ਉਸ ਦੇਸ਼ ਦੇ ਨਾਲ, ਉਸ ਦੇਸ਼ ਦੇ ਵਿੱਚੋਂ ਕਰਪਸ਼ਨ ਨਾਲ ਕਮਾਏ ਹੋਏ ਬੰਦੇ, ਓਲੀਗਾਰਕ, ਉਹਨਾਂ ਦੀ ਯਾਟ ਦੇ ਵਿੱਚ ਉਹ ਆਪਣਾ ਜਨਮ ਦਿਨ ਮਨਾਉਂਦਾ ਮੌਂਟੀਨੀਗਰੋ ਦੇ ਵਿੱਚ, ਅਤੇ ਸਾਰੇ ਉੱਥੇ ਨੇ। ਅਤੇ ਉਹ ਜਿਹੜੀ ਯਾਟ ਹੈ ਉਹ ਵੀ ਗਾਂ ਜਿੱਥੇ ਔਰਗੇਨਾਈਜ਼ ਹੋਇਆ, ਉਹ ਇਟਾਲੀਅਨ ਇੱਕ ਬੰਦਾ ਰਫੈਲੋ ਫਲੇਰੀ ਸੀ, ਜਿਹਨੂੰ ਕਦੇ ਬਹੁਤ ਮਸ਼ਹੂਰ ਹਾਲੀਵੁੱਡ ਆਰਟਿਸਟ ਐਕਟਰ ਐਨਾ ਹੈਥਵੇ ਜਿਹੜੇ ਨਾਲ ਉਹਦੇ ਸੰਬੰਧ ਰਹੇ ਨੇ, ਉਸ ਦੀ ਯਾਟ ਹੈ। ਫੋਟੋ ਖਿੱਚਣ ਵਾਲੇ ਨੇ ਖਿੱਚ ਲਈ ਜਾ ਕੇ, ਬੜ ਰਿਹਾ, ਅਤੇ ਉੱਥੇ ਬਾਕੀ ਵੀ ਸੀ। ਸੋ ਇਹ ਬੰਦਾ ਵੀ ਫਲੇਰੀ ਨੂੰ ਸਜ਼ਾ ਹੋਈ ਸੀ, ਇਹਨੇ ਲੋਕਾਂ ਨਾਲ ਜਿਹੜਾ ਗਬਨ ਕੀਤਾ ਸੀ। ਸੋ ਇਹ ਜਿਹੜੀਆਂ ਕਹਾਣੀਆਂ ਨੇ ਇਹ ਇੱਕ ਸੁਨੇਹਾ ਦਿੰਦੀਆਂ ਨੇ ਕਿ ਇਹਨਾਂ ਦੀ ਜਿਹੜੀ ਨੱਥ ਹੈ ਉਹ ਲੌਬੀਇਸਟ, ਇੱਕ ਨਾਂ ਜਿਹੜਾ ਲੌਬੀਇਸਟ ਇੱਥੇ ਰਜਿਸਟਰਡ ਹੁੰਦੇ ਨੇ, ਜਿੱਥੋਂ ਫਿਰ ਇੱਕ ਕਮਾਈ ਹੁੰਦੀ ਹੈ ਇਹਨਾਂ ਨੂੰ। ਤਨਖਾਹਾਂ ਦੀ ਗੱਲ ਜਿਹੜੀ ਇੱਕ ਅਲੱਗ ਰਹਿ ਜਾਂਦੀ ਹੈ, ਪਰ ਕੈਂਪੇਨਸ ਦੇ ਵਿੱਚ ਜਿਹੜੇ ਮਿਲੀਅਨਸ ਆਫ ਡਾਲਰ ਲੱਗਦੇ ਨੇ ਉਹ ਕਿੱਥੋਂ ਆਉਂਦੇ ਨੇ? ਕਰਪਸ਼ਨ ਦਾ ਧੁਰਾ ਇਹ ਹੈ। ਅਤੇ ਕੁਆਇਨ ਆਪਰੇਟਡ ਮੀਡੀਆ ਜਦ ਖਰੀਦ ਕੇ ਜੇਬ 'ਚ ਪਾ ਕੇ ਤੁਰੇ ਫਿਰਦੇ ਆ, ਜੇਬ 'ਚ ਪਾਇਆ ਹੋਇਆ ਮੀਡੀਆ ਫਿਰ ਜਦ ਪੱਟ 'ਤੇ ਬੁਰਕ ਮਾਰਦਾ ਹੈ, ਫਿਰ ਦਰਦ ਬਹੁਤ ਹੁੰਦਾ। ਕੱਲ੍ਹ ਨੂੰ ਮੁੜਦੇ ਹਾਂ ਜੀ ਫਿਰ।